ਮਨੁੱਖਤਾ ਦੀ ਗੱਲ ਕਰੀਏ ਤੇ ਚਾਹੇ ਉਹ ਵਾਲੇ ਲੋਕ ਜ਼ਖਮੀ ਹੋਏ ਚਾਹੇ ਕਿਸਾਨ ਜ਼ਖਮੀ ਹੋਏ, ਪਰ ਹੈ ਤਾਂ ਉਹ ਸਾਰੇ ਲੋਕ ਹੀ ਨੇ ਤੇ ਇਹਨਾਂ ਨੂੰ ਜ਼ਖਮੀ ਕਰਨ ਵਾਲੀ ਜਾਂ ਕਰਵਾਉਣ ਵਾਲੀ ਜਿਹੜੀ ਆ ਉਹ ਸਿਆਸਤ। ਕਿਸਾਨਾਂ ਦੇ ਡਾਂਗਾਂ ਕਿਉਂ ਮਾਰੀਆਂ, ਕਿਸਾਨਾਂ ਨਾਲ ਇੰਨਾ ਭੈੜਾ ਵਰਤਾਵ ਕਿਉਂ ਕੀਤਾ ਗਿਆ, ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਹਨਾਂ ਚੀਜ਼ਾਂ ਨੂੰ ਦਬਾਉਣ ਦਾ ਯਤਨ ਕਿਉਂ ਕੀਤਾ ਗਿਆ, ਇਹਨਾਂ ਸਾਰੀਆਂ ਗੱਲਾਂ ਨੂੰ ਚੱਕ ਕੇ ਇੱਕ ਪੋਟਲੀ ਬੰਨ੍ਹ ਕੇ ਤੇ ਇਹ ਦੱਸ ਦਿੱਤਾ ਕਿ ਇਹ ਸਾਰਾ ਕੁਝ ਜਿਹੜਾ ਆ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਕਰਵਾ ਰਹੇ ਨੇ, ਕਿਉਂਕਿ ਉਹ ਕਿਸਾਨ ਆਗੂਆਂ ਦੇ ਨਾਲ ਬੈਠ ਕੇ ਲੱਡੂ ਖਾ ਰਹੇ ਨੇ। ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੁਝ ਗੱਲਾਂ ਕੀਤੀਆਂ ਸੀ ਤੇ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਦਿੱਲੀ ਦੀ ਗੱਲ ਕਰੋ, ਤੁਹਾਨੂੰ ਪੰਜਾਬ ਦਾ ਕੀ ਫਿਕਰ ਹੈ। ਬਿਲਕੁਲ। ਤੇ ਇਹ ਛੋਟਾ ਪ੍ਰਧਾਨ ਆ, ਚਾਹੇ ਕੋਈ ਐਮਐਲਏ ਆ, ਚਾਹੇ ਕੋਈ ਮਿਨਿਸਟਰ ਆ ਤੇ ਚਾਹੇ ਕੋਈ ਨਵਾਂ ਐਮਐਲਏ ਬਣਨ ਦਾ ਚਾਹਵਾਨ ਆ, ਉਹ ਸਾਰੇ ਇਹ ਚਾਹੁੰਦੇ ਨੇ ਕਿ ਹਾਈ ਕਮਾਂਡ ਦੇ ਉੱਪਰ ਜਿਹੜੀ ਆਪਸ ਦੇ ਵਿੱਚ ਰੌਲਾ ਆ ਉਹ ਨਹੀਂ ਹੋਣਾ ਚਾਹੀਦਾ, ਇੰਨੀਆਂ ਵੱਡੀਆਂ ਦਰਾਰਾਂ ਨਹੀਂ ਹੋਣੀਆਂ ਚਾਹੀਦੀਆਂ। ਹਾਲਾਂਕਿ ਜਿੱਥੇ ਵੀ ਦੋ ਬੰਦੇ ਹੁੰਦੇ ਨੇ ਥੋੜੇ ਬਹੁਤ ਵਿਖਰੇਵੇਂ ਜਿਹੜੇ ਆ ਉਹ ਲਾਜ਼ਮੀ ਆ। ਇੱਕ ਪਾਰਟੀ ਦਾ ਪ੍ਰਧਾਨ ਆ ਤੇ ਇੱਕ ਮੁੱਖ ਮੰਤਰੀ ਆ, ਉਹ ਹਰ ਗੱਲ ਦੇ ਉੱਤੇ ਹੀ ਸਹਿਮਤ ਹੋਣ। ਬਿਲਕੁਲ ਜ਼ਰੂਰੀ ਨਹੀਂ ਹੈ ਕਿ ਹਰ ਬੰਦਾ ਜਾਖੜੀ ਹੋਵੇ ਜਿਹੜਾ ਬੋਲਣਾ ਹੀ ਕਦੇ ਨਹੀਂ। ਬਿਲਕੁਲ। ਵਖਰੇਵੇਂ ਉਹਨਾਂ ਨੂੰ ਵੀ ਨਜ਼ਰ ਆਉਂਦੇ ਸੀ ਜਾਖੜ ਸਾਹਿਬ ਨੂੰ ਵੀ, ਪਰ ਉਹਨਾਂ ਨੇ ਕਦੇ ਦੱਸੇ ਨਹੀਂ ਜਾਂ ਕਦੇ ਇੱਕਾ ਦੁੱਕਾ ਵਾਰ ਦੱਸੇ ਵੀ ਤੇ ਉਹਨਾਂ ਦੇ ਸੁਣੇ ਨਹੀਂ ਗਏ। ਪੰਜਾਬ ਦੇ ਲੀਡਰਾਂ ਨੇ ਦਿੱਲੀ ਦੇ ਗੇੜਿਆਂ ਨੇ ਤੇ ਹਰੀਸ਼ ਰਾਵਤ ਦੇ ਪੰਜਾਬ ਦੇ ਗੇੜਿਆਂ ਨੇ ਪੰਜਾਬ 'ਚ ਤੇਲ ਮਹਿੰਗਾ ਕੀਤਾ ਹੋਇਆ। ਬਿਲਕੁਲ। ਜਿੰਨੇ ਕ ਗੇੜੇ ਇਹਨਾਂ ਦੇ ਲਵਾਤੇ ਹਾਈ ਕਮਾਂਡ ਨੇ ਜੀ, ਚਲੋ ਉਧਰ ਨੂੰ ਚੱਲ ਜਾਂਦੇ ਨੇ ਤੇ ਉਧਰੋਂ ਇੱਧਰ ਨੂੰ ਆ ਜਾਂਦੇ ਨੇ। ਇਹ ਫੁੱਟਬਾਲ ਜਿਹੜੀ ਆ ਰਿੜੀ ਜਾਂਦੀ ਆ, ਹਾਲੇ ਕਿਸੇ ਗੋਲ 'ਚ ਨਹੀਂ ਜਾਂਦੀ। ਪਿਛਲੇ 4.5 ਸਾਲ ਦੀ ਗੱਲ ਕਰੀਏ ਜਾਂ ਪਿਛਲੇ ਸ਼ਾਸਨ ਦੀ ਗੱਲ ਕਰੀਏ ਤੇ ਕੈਪਟਨ ਸਾਹਿਬ ਨੋ ਡਾਊਟ ਇਸ ਪੂਰੀ ਸਿਸਟਮ ਦੇ ਵਿੱਚ ਫੇਲ ਨਜ਼ਰ ਆਏ ਆ। ਕੋਈ ਵੀ ਉਹਨਾਂ ਨੇ ਜਿਹੜਾ ਮੁੱਦਾ ਸੀ ਉਹਨੂੰ ਸਥਿਰਤਾ ਨਾਲ, ਕਠੋਰਤਾ ਨਾਲ, ਦ੍ਰਿੜਤਾ ਨਾਲ ਹੱਲ ਨਹੀਂ ਕੀਤਾ। ਜੇ ਉਹਨਾਂ ਨੇ 50% ਨੰਬਰ ਵੀ ਆਪਣੇ ਕਾਰਜਕਾਲ 'ਚ ਲਏ ਹੁੰਦੇ ਤਾਂ ਫਿਰ ਸਿੱਧੂ ਨੂੰ ਬੋਲਣ ਦਾ ਮੌਕਾ ਨਹੀਂ ਸੀ ਮਿਲਣਾ। ਅਯੁੱਧਿਆ ਨੂੰ ਲੈ ਕੇ ਉਸ ਕਿੰਨੇ ਸਾਲਾਂ ਤੋਂ ਤੁਸੀਂ ਇੱਕ ਮਸਲਾ ਖੜਾ ਕੀਤਾ ਸੀ ਤੇ ਉਸ ਮਸਲੇ ਨੂੰ ਫਿਰ ਖਤਮ ਵੀ ਕੀਤਾ ਤੇ ਹੁਣ ਉੱਥੇ ਮੰਦਿਰ ਨਿਰਮਾਣ ਹੋ ਰਿਹਾ ਤੇ ਉੱਥੇ ਭ੍ਰਿਸ਼ਟਾਚਾਰ ਦੀਆਂ ਜਿੰਨੀਆਂ ਕੁ ਗੱਲਾਂ ਸਾਡੇ ਸਾਹਮਣੇ ਆਈਆਂ ਉਹ ਸਾਰਿਆਂ ਨੂੰ ਪਤਾ। ਬਿਲਕੁਲ। ਬੀਜੇਪੀ ਸਾਰੇ ਭਾਰਤ ਨੂੰ, ਸਾਰੇ ਭਾਰਤੀ ਸਮਾਜ ਨੂੰ, ਸਾਰੇ ਇਸ ਖਿੱਤੇ ਨੂੰ ਇੱਕੋ ਹੀ ਲਾਈਨ 'ਚ ਤੋਰਨਾ ਚਾਹੁੰਦੀ ਹੈ ਕਿ ਇਹ ਪੂਰੇ ਭਾਰਤ ਦੇ ਵਿੱਚ ਇੱਕ ਆਗਿਆ ਪਾਲਕ ਸਮਾਜ ਬਣਾਉਣਾ ਚਾਹੁੰਦੇ। ਉਹ ਚਾਹੁੰਦੇ ਹੀ ਨਹੀਂ ਕਿ ਕੋਈ ਐਸਾ ਜਿਹਾ ਐਸੀ ਸ਼ਖਸ ਹੋਵੇ, ਕੋਈ ਐਸਾ ਦਿਮਾਗ ਹੋਵੇ, ਕੋਈ ਐਸੀ ਸੋਚ ਹੋਵੇ ਜਿਹੜੀ ਸਾਡੇ ਵਿਰੋਧ ਦੀ ਗੱਲ। ਜੇਲ੍ਹਾਂ ਦੀ ਵਿਵਸਥਾ ਦੇਖ ਲਈਏ ਉਹਦੇ ਤੇ ਸਵਾਲ ਖੜੇ ਹੁੰਦੇ ਨੇ, ਨਿਆਇਕ ਵਿਵਸਥਾ ਦੇਖ ਲਈਏ ਉਹਦੇ ਤੇ ਸਵਾਲ ਖੜੇ ਹੁੰਦੇ ਨੇ, ਪੁਲਿਸ ਦੀ ਵਿਵਸਥਾ ਦੇਖ ਲਈਏ ਉਹਦੇ ਤੇ ਸਵਾਲ ਖੜੇ ਹੁੰਦੇ ਨੇ। ਸੋ ਇੱਥੇ ਬਹੁਤ ਸਾਰੇ ਲੰਬੇ ਸੁਧਾਰਾਂ ਦੀ ਲੋੜ ਆ। ਇਹ ਸਿਰਫ ਕੁਝ ਭਰਤੀਆਂ ਨਾਲ ਮਸਲਾ ਹੱਲ ਨਹੀਂ ਹੋਣਾ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਆਪਸ ਵਿੱਚ ਕੀ ਤੇ ਕਿਉਂ ਛਿੜੀ ਹੋਈ ਹੈ ਜੰਗ? ਨਵਜੋਤ ਸਿੰਘ ਸਿੱਧੂ ਨੇ ਅੱਜ ਕਿਦੇ ਤੇ ਸਾਧਿਆ ਨਿਸ਼ਾਨਾ ਤੇ ਰਵਨੀਤ ਬਿੱਟੂ ਨੇ ਕਿਹਨੂੰ ਛੱਡਿਆ ਤੇ ਕਿਹਨੂੰ ਪੰਡਿਆ? ਇਹਨਾਂ ਸਾਰੀਆਂ ਗੱਲਾਂ ਬਾਤਾਂ, ਇਹਨਾਂ ਸਾਰੇ ਵਿਚਾਰਾਂ ਤੇ ਅਸੀਂ ਚਰਚਾ ਕਰਾਂਗੇ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਇਸ ਵੇਲੇ ਸਟੂਡੀਓ ਦੇ ਵਿੱਚ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਕੀ ਹਾਲ ਚਾਲ? ਬਸ ਜੀ ਵਧੀਆ। ਫਿਲਹਾਲ ਤਾਂ ਵਧੀਆ। ਸਿਆਸਤ ਘੋਟਣੀ ਹੈ ਪੂਰੀ। ਬਿਲਕੁਲ ਜੀ, ਬਿਲਕੁਲ। ਸਿਆਸਤ ਤਾਂ ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ, ਉਹ ਤਾਂ ਮੈਨੂੰ ਲੱਗਦਾ ਹੁਣ ਪੰਜਾਬੀਆਂ ਦੀ ਰਗ-ਰਗ ਦੇ ਵਿੱਚ ਸਮਾ ਚੁੱਕੀ ਹੈ। ਤੇ ਜੇ ਅਸੀਂ ਗੱਲ ਕਰੀਏ ਮੁੱਖ ਮੰਤਰੀਆਂ ਦੀ, ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਹੈ ਜਿਹੜੇ ਆਪਸ ਵਿੱਚ ਬਹਿਸ ਪਏ ਨੇ, ਆਪਸ ਵਿੱਚ ਟਵੀਟ ਦੇ ਜ਼ਰੀਏ ਉਹਨਾਂ ਦੀ ਇੱਕ ਜੰਗ ਛਿੜੀ ਹੋਈ ਹੈ। ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜੀ ਮੁੱਖ ਮੰਤਰੀਆਂ ਦੀ ਜੰਗ ਆ ਇਹ ਬਿਲਕੁਲ ਛਿੜੀ ਹੋਈ ਹੈ। ਤੁਸੀਂ ਦੱਸ ਦਿੱਤਾ ਇਹ ਕਿਉਂ ਛਿੜੀ ਹੋਈ ਆ। ਇਹ ਸਾਰੇ ਦਰਸ਼ਕ ਇਸ ਗੱਲ ਨੂੰ ਸਮਝਦੇ ਨੇ ਕਿ 28 ਤਰੀਕ ਨੂੰ ਜਿਹੜਾ ਕਰਨਾਲ ਦੇ ਵਿੱਚ ਮੁੱਖ ਮੰਤਰੀ ਦੇ ਪ੍ਰੋਗਰਾਮ ਤੋਂ ਪਹਿਲਾਂ ਕਿਸਾਨਾਂ ਦੇ ਉੱਤੇ ਇੱਕ ਤਸ਼ੱਦਦ ਕੀਤਾ ਹਰਿਆਣਾ ਪੁਲਿਸ ਨੇ। ਬਿਲਕੁਲ। ਉਸ ਤੋਂ ਬਾਅਦ ਫਿਰ ਲਾਜ਼ਮੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੁਝ ਨਾ ਕੁਝ ਬੋਲਣਾ ਸੀ। ਬਿਲਕੁਲ। ਕਿਉਂਕਿ ਸੂਬਾ ਦੀ ਨਾਲ ਦੀ ਗਵਾਂਢੀ ਸਟੇਟ ਆ ਤੇ ਜਿਹੜਾ ਮਸਲਾ ਆ ਕਿਸਾਨ ਅੰਦੋਲਨ ਦਾ ਉਹ ਇਹਨਾਂ ਦੋਨਾਂ ਸਟੇਟਾਂ ਦਾ ਬਹੁਤ ਪੀੜਾ ਜੁੜਿਆ ਹੋਇਆ। ਨਾਲੇ ਹਰਿਆਣਾ ਦੇ ਮੁੱਖ ਮੰਤਰੀ ਨੇ ਇਲਜ਼ਾਮ ਹੀ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਤੇ ਲਗਾਤਾ। ਬਿਲਕੁਲ। ਉਹ ਇਲਜ਼ਾਮ ਇਸ ਕਰਕੇ ਲਗਾਇਆ ਸੀਗਾ ਕਿ ਜਿਹੜੀ ਗੰਨੇ ਦੀ ਕੀਮਤ ਨੂੰ ਲੈ ਕੇ ਇੱਕ ਧਰਨਾ ਲੱਗਿਆ ਹੋਇਆ ਸੀ ਪੰਜਾਬ 'ਚ, ਉਹਨੂੰ ਉਠਾਉਣ ਤੋਂ ਬਾਅਦ ਉਸ ਧਰਨੇ ਦਾ ਜਦੋਂ ਹੱਲ ਕੀਤਾ ਤੇ ਉਸ ਵੇਲੇ ਫਿਰ ਉਹ ਜਿਹੜੀਆਂ ਸਾਂਝੀਆਂ ਫੋਟੋਗ੍ਰਾਫਸ ਆਈਆਂ ਤੇ ਮਠਿਆਈ ਜਿਹੜੀ ਸ਼ੇਅਰ ਕੀਤੀ ਗਈ, ਵੰਡੀ ਗਈ, ਉਦੋਂ ਤੋਂ ਉਹਨਾਂ ਨੂੰ ਲੱਗਾ
ਜਾਂ ਉਹਨਾਂ ਨੇ ਇਸ ਗੱਲ ਦਾ ਸਿਆਸੀਕਰਨ ਕੀਤਾ। ਬਿਲਕੁਲ, ਉਹਨਾਂ ਨੂੰ ਇਹ ਲੱਗਾ ਨਹੀਂ, ਬਸ ਉਹਨਾਂ ਨੇ ਇਹ ਇੱਕ ਗੱਲ ਬਣਾ ਲਈ, ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਲਈ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਗੱਲ ਸਾਨੂੰ ਚਾਹੀਦੀ ਆ ਕੋਈ ਨਾ ਕੋਈ। ਜੀ ਬਿਲਕੁਲ, ਜਿਹੜੇ ਸਿਆਸੀ ਲੋਕ ਨੇ ਬਿਆਨ ਤੇ ਦੇਣੇ ਨੇ, ਪਿੱਛੇ ਉਹਨਾਂ ਨੇ ਬੰਦੇ ਰੱਖੇ ਹੋਏ ਨੇ ਮੇਰੇ ਵਰਗੇ ਜਿਹੜੇ ਲਿਖ ਕੇ ਦਿੰਦੇ ਨੇ, ਫਿਰ ਗੱਲ ਨੂੰ ਘੁਮਾਉਣਾ ਆ, ਕਿਹੜੀ ਗੱਲ ਨੂੰ ਕਿੱਧਰ ਲੈ ਕੇ ਜਾਣਾ ਆ, ਕਿਸ ਗੱਲ ਦੀ ਲੱਤ ਕਿਸੇ ਪਾਸੇ ਰੱਖਣੀ ਆ ਤੇ ਬਾਂਹ ਕਿਸੇ ਪਾਸੇ ਰੱਖਣੀ ਆ, ਤਾਂ ਜੋ ਅਸੀਂ ਲੋਕਾਂ ਨੂੰ ਆਮ ਮੁੱਦਿਆਂ ਤੋਂ ਪਰੇ ਰੱਖ ਸਕੀਏ। ਬਿਲਕੁਲ, ਇਹਨੂੰ ਸਿਆਸਤ ਦੀ ਭਾਸ਼ਾ 'ਚ ਅਸੀਂ ਇਦਾਂ ਕਹਿੰਦੇ ਆ ਕਿ ਐਨ ਆਈ ਵਾਸ਼। ਜੀ, ਇੱਕ ਮਨਮੋਹਨ ਸਿੰਘ ਦੀ ਸਰਕਾਰ ਦੀ ਮੈਨੂੰ ਗੱਲ ਯਾਦ ਆਉਂਦੀ ਆ, ਉਦੋਂ ਪੂਰੇ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ ਸੀ ਕੋਲ ਘਪਲੇ ਦਾ, 2G ਸਕੈਮ ਦਾ, 3G ਸਕੈਮ ਦਾ। ਤੁਸੀਂ ਗੱਲ ਕੀਤੀ ਹਰਪ੍ਰੀਤ ਜੀ ਕਿ ਦੋ ਮੁੱਖ ਮੰਤਰੀ ਜਿਹੜੇ ਨੇ ਉਹ ਆਪਸ 'ਚ ਕਿਉਂ ਉਲਝੇ ਹੋਏ ਨੇ। ਜੀ ਬਿਲਕੁਲ, ਇਸ ਗੱਲ ਨੂੰ ਤੁਸੀਂ ਇਸ ਤਰੀਕੇ ਨਾਲ ਦੇਖੋ ਕਿ ਜਦੋਂ ਕੋਈ ਮਸਲਾ ਉੱਭਰ ਜਾਂਦਾ, ਕੋਈ ਗੱਲ ਤੁਹਾਡੇ ਸਾਹਮਣੇ ਆ ਜਾਂਦੀ ਆ ਇਹੋ ਜੀ ਜਿਹਨੂੰ ਤੁਸੀਂ ਲਪੇਟ ਨਹੀਂ ਸਕਦੇ, ਜਿਹਨੂੰ ਤੁਸੀਂ ਹੱਲ ਨਹੀਂ ਕਰ ਸਕਦੇ, ਤਾਂ ਫਿਰ ਤੁਸੀਂ ਕੋਈ ਹੋਰ ਇਲਜ਼ਾਮ ਕਿਸੇ ਦੂਜੇ ਪਾਸੇ ਤੇ ਲਾ ਦਿਓ, ਜਿਹਦੇ ਨਾਲ ਕਿ ਲੋਕਾਂ ਦਾ ਧਿਆਨ ਜਿਹੜਾ ਆ ਉਹ ਕਿਸੇ ਹੋਰ ਪਾਸੇ ਚਲਾ ਜਾਵੇ ਰਾਦਰ ਦੈਨ ਦਾ ਰੀਅਲ ਪ੍ਰੋਬਲਮ। ਬਿਲਕੁਲ, ਹੁਣ ਅਸਲ ਸਮੱਸਿਆ ਤਾਂ ਇਹ ਸੀ ਕਿ 28 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨੇ ਕਰਨਾਲ ਜਾਣਾ ਸੀ ਤੇ ਕਰਨਾਲ ਤੋਂ ਪਹਿਲਾਂ ਜਿਹੜਾ ਬਸਤਾੜਾ ਟੋਲ ਪਲਾਜ਼ਾ ਆ ਉੱਥੇ ਕਿਸਾਨ ਪਹਿਲੇ ਦਿਨ ਤੋਂ ਹੀ ਧਰਨੇ ਤੇ ਬੈਠੇ ਹੋਏ ਨੇ, ਜਦੋਂ ਦਾ ਕਿਸਾਨ ਅੰਦੋਲਨ ਚੱਲਦਾ। ਤੇ ਇਹ ਗੱਲ ਲਾਜ਼ਮੀ ਆ ਕਿ ਜਦੋਂ ਵੀ ਕੋਈ ਕਿਸੇ ਬੀਜੇਪੀ ਦੇ ਹਾਈ ਅਫਸਰ ਨੇ, ਕਿਸੇ ਵੱਡੇ ਲੀਡਰ ਨੇ, ਕਿਸੇ MP ਨੇ, MLA ਨੇ ਲੰਘਣਾ ਆ ਤੇ ਉਹਦਾ ਜਿਹੜਾ ਵਿਰੋਧ ਆ ਉਹਨੂੰ ਝੰਡੀਆਂ ਜਿਹੜੀਆਂ ਦਿਖਾਈਆਂ ਜਾਣੀਆਂ ਤੇ ਨਾਰੇ ਜਿਹੜੇ ਆ ਉਹ ਲੱਗਣੇ ਹੀ ਨੇ। ਬਿਲਕੁਲ, ਇਹਨਾਂ ਨਾਲ ਪਹਿਲਾਂ ਵੀ ਹੋ ਚੁੱਕਿਆ। ਇਹਨਾਂ ਦੇ ਹੈਲੀਕਾਪਟਰ ਨਹੀਂ ਉਤਰਨ ਦਿੱਤੇ ਗਏ, ਇਹਨਾਂ ਦੇ ਪੰਡਾਲ ਦੇ ਵਿੱਚ ਲੋਕ ਇਕੱਠੇ ਨਹੀਂ ਹੋਣ ਦਿੱਤੇ ਗਏ। ਹਰਿਆਣਾ ਦੀ ਬੀਜੇਪੀ ਸਰਕਾਰ ਦੇ ਹੁੰਦਿਆਂ ਕਿਸਾਨਾਂ ਨੇ ਉਹਨਾਂ ਦਾ ਪੁਰਜ਼ੋਰ ਜਿਹੜਾ ਵਿਰੋਧ ਆ ਉਹ ਜਾਰੀ ਰੱਖਿਆ ਹੋਇਆ ਪਿਛਲੇ 8 9 10 ਮਹੀਨਿਆਂ ਤੋਂ। ਇਸ ਵਾਰ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕਿਉਂ ਉਹਨਾਂ ਦੇ ਗੱਲ ਦੇ ਵਿੱਚ ਆਈ ਕਿ ਉਸ ਵਿਰੋਧ ਨੂੰ ਸਹਿਣ ਨਾ ਕਰਕੇ ਉਸ ਵਿਰੋਧ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਕਿਸਾਨਾਂ ਦੇ ਉੱਤੇ। ਉਹਨਾਂ ਦੇ ਲੰਘਣ ਤੋਂ ਪਹਿਲਾਂ ਹੀ ਜਿਹੜਾ ਲਾਠੀ ਚਾਰਜ ਆ ਉਹ ਕਰ ਦਿੱਤਾ ਗਿਆ। ਉਹਦੇ 'ਚ ਇੱਕ ਬੰਦੇ ਦੀ ਮੌਤ ਹੋਈ, ਬਹੁਤ ਸਾਰੇ ਜ਼ਖਮੀ ਵੀ ਹੋਏ। ਹਾਲਾਂਕਿ ਹਰਿਆਣਾ ਪੁਲਿਸ ਇਹ ਕਹਿ ਰਹੀ ਆ ਕਿ ਪੁਲਿਸ ਵਾਲੇ ਜਿਹੜੇ ਮੁਲਾਜ਼ਮ ਨੇ ਉਹ ਜ਼ਿਆਦਾ ਜ਼ਖਮੀ ਹੋਏ। ਦੇਖੋ ਗੱਲ ਹੁਣ ਫਿਰ ਉੱਥੇ ਜੇ ਆਪਾਂ ਮਨੁੱਖਤਾ ਦੀ ਗੱਲ ਕਰੀਏ ਤੇ ਚਾਹੇ ਉਹ ਵਾਲੇ ਲੋਕ ਜ਼ਖਮੀ ਹੋਏ, ਚਾਹੇ ਕਿਸਾਨ ਜ਼ਖਮੀ ਹੋਏ, ਪਰ ਹੈ ਤਾਂ ਉਹ ਸਾਰੇ ਲੋਕ ਹੀ ਨੇ। ਤੇ ਇਹਨਾਂ ਨੂੰ ਜ਼ਖਮੀ ਕਰਨ ਵਾਲੀ ਜਾਂ ਕਰਵਾਉਣ ਵਾਲੀ ਜਿਹੜੀ ਆ ਉਹ ਸਿਆਸਤ ਆ। ਆਪ ਉਹ ਵੱਡੀ ਗੱਡੀ 'ਚ ਬੈਠ ਕੇ ਆਰਾਮ ਨਾਲ ਲੰਘ ਗਏ ਤੇ ਮੁੜ ਕੇ ਜਦੋਂ ਉਸ ਗੱਲ ਦਾ ਵਿਰੋਧ ਹੋਇਆ, ਉਸ ਗੱਲ ਤੇ ਟਵੀਟ ਸ਼ੁਰੂ ਹੋਏ ਤੇ ਫਿਰ ਉਹਨਾਂ ਨੇ ਇਸ ਸਾਰੇ ਮਸਲੇ ਲਈ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸ ਦਿੱਤਾ, ਜਿਹੜੀ ਕਿ ਬੜੀ ਹੈਰਾਨ ਕਰਨ ਵਾਲੀ ਗੱਲ ਸੀ। ਉਹਦੇ ਲਈ ਉਹਨਾਂ ਨੇ ਉਹ ਜਿਹੜੀ ਲੱਡੂ ਵੰਡਣ ਵਾਲੀ ਕਹਾਣੀ ਸੀ ਉਹਨੂੰ ਮੋਢੇ ਮੋਹਰੇ ਰੱਖਿਆ, ਉਹਦਾ ਸਹਾਰਾ ਲੈ ਲਿਆ। ਜਾਂ ਇਦਾਂ ਕਹਿ ਲਓ ਕਿ ਉਸ ਗੱਲਬਾਤ ਨੂੰ ਜਿਹੜੀ ਗੰਨਾ ਕਿਸਾਨਾਂ ਦੇ ਲਈ ਮੀਟਿੰਗ ਰੱਖੀ ਸੀ, ਜਿਹਦੇ 'ਚ ਉਸ ਗੰਨੇ ਦੀ ਕੀਮਤਾਂ ਤੈਅ ਕਰਨ ਲਈ ਇੱਕ ਮੀਟਿੰਗ ਸੀ, ਉਹਦਾ ਸਿਆਸੀਕਰਨ ਕਰ ਦਿੱਤਾ ਖੱਟੜ ਸਾਹਿਬ ਨੇ ਇੱਕ ਵੱਖਰੇ ਤਰੀਕੇ ਨਾਲ। ਇਹਨੂੰ ਤੁਸੀਂ ਆਈ ਵਾਸ਼ ਵਾਲੀ ਘਟਨਾ ਕਹਿ ਸਕਦੇ ਆ। ਰਾਜਨੀਤੀ ਦੇ ਵਿੱਚ ਅਕਸਰ ਗੱਲਾਂ ਦਾ ਆਈ ਵਾਸ਼ ਕੀਤਾ ਜਾਂਦਾ। ਤੁਹਾਨੂੰ ਯਾਦ ਹੋਣਾ, ਦਰਸ਼ਕ ਵੀ ਜਾਣਦੇ ਨੇ ਜਿਹੜੇ ਰਾਜਨੀਤੀ ਨਾਲ ਜੁੜੇ ਹੋਏ ਨੇ, ਮਨਮੋਹਨ ਸਿੰਘ ਦੀ ਸਰਕਾਰ ਸੀ ਜਦੋਂ ਘੁਟਾਲਿਆਂ ਦਾ ਪੂਰਾ ਦੌਰ ਸੀ। 2G ਸਕੈਮ, ਕੋਲ ਸਕੈਮ, ਲੋਕਪਾਲ ਬਿੱਲ, ਇਹ ਉਹ ਪੂਰਾ ਰੌਲਾ ਪਿਆ ਹੋਇਆ ਸੀ ਸਾਰੇ ਅਖਬਾਰਾਂ ਦੇ ਵਿੱਚ। ਤੇ ਅਗਲੇ ਦਿਨ ਸਵੇਰੇ ਅਖਬਾਰ ਦੇ ਵਿੱਚ ਖਬਰ ਕੀ ਆ ਗਈ? ਕਸਾਬ ਨੂੰ ਫਾਂਸੀ। ਉਹ ਜਿਹੜੇ ਮੁੱਦੇ ਸੀ ਸਾਰੇ ਉਹ ਕਿੱਥੇ ਗਵਾਚ ਗਏ? ਇੱਕ ਅੱਤਵਾਦੀ ਨੂੰ ਫਾਂਸੀ ਦੇ ਪਿੱਛੇ। ਬਿਲਕੁਲ ਇਸੇ ਤਰ੍ਹਾਂ ਕਿਸਾਨਾਂ ਦੇ ਡਾਂਗਾਂ ਕਿਉਂ ਮਾਰੀਆਂ? ਕਿਸਾਨਾਂ ਨਾਲ ਇੰਨਾ ਭੈੜਾ ਵਰਤਾਵ ਕਿਉਂ ਕੀਤਾ ਗਿਆ? ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਹਨਾਂ ਚੀਜ਼ਾਂ ਨੂੰ ਦਬਾਉਣ ਦਾ ਯਤਨ ਕਿਉਂ ਕੀਤਾ ਗਿਆ? ਇਹਨਾਂ ਸਾਰੀਆਂ ਗੱਲਾਂ ਨੂੰ ਚੱਕ ਕੇ ਇੱਕ ਪੋਟਲੀ ਬੰਨ੍ਹ ਕੇ ਤੇ ਇਹ ਦੱਸ ਦਿੱਤਾ ਕਿ ਇਹ ਸਾਰਾ ਕੁਝ ਜਿਹੜਾ ਆ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਕਰਵਾ ਰਹੇ ਨੇ, ਕਿਉਂਕਿ ਉਹ ਕਿਸਾਨ ਆਗੂਆਂ ਦੇ ਨਾਲ ਬੈਠ ਕੇ ਲੱਡੂ ਖਾ ਰਹੇ ਨੇ। ਸੋ ਤੁਸੀਂ ਜਦੋਂ ਇਸ ਗੱਲ ਨੂੰ ਵਿਚਾਰਦੇ ਆ, ਦੇਖਦੇ ਆ, ਕਿਸੇ ਦਰਸ਼ਕ ਵੀ ਜਦੋਂ ਇਸ ਗੱਲ ਨੂੰ ਦੇਖਦੇ ਨੇ ਤੇ ਉਹ ਸੋਚਦੇ ਨੇ ਕਿ ਇਹ ਜਿਹੜਾ ਆ ਪਿਓਰ ਸਿਆਸੀਕਰਨ ਆ, ਸਿਰਫ ਔਰ ਸਿਰਫ ਗੱਲਾਂ ਦਾ ਕੜਾਹ ਆ ਕਿ ਗੱਲ ਨੂੰ ਕਿਸੇ ਹੋਰ ਪਾਸੇ ਤੋਰ ਦਈਏ। ਹਾਲਾਂਕਿ ਲੋਕ ਵੀ ਸਮਝਣ ਲੱਗ ਗਏ ਨੇ ਇਸ ਗੱਲ ਨੂੰ ਹੁਣ ਤਾਂ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਲੋਕ ਸਮਝਦੇ ਨੇ। ਹੁਣ ਜਿਹੜੀ ਨਵਾਂ ਉਹਦੇ 'ਚ ਘਟਨਾਕ੍ਰਮ ਜੁੜਿਆ, ਉਹਦੇ 'ਚ ਉਹਨਾਂ ਨੇ ਇੱਕ ਹੋਰ ਵੰਨਗੀ ਉਹਦੀ ਦਿੱਤੀ ਕਿ ਹਰਿਆਣਾ ਜਿਹੜਾ ਆ ਉਹ ਕਿਸਾਨਾਂ ਲਈ ਵਧੀਆ ਕੰਮ ਕਰ ਰਿਹਾ। ਉਹਦੇ 'ਚ ਉਹਨਾਂ ਨੇ 8-10 ਸਵਾਲ ਜਿਹੜੇ ਨੇ ਉਹ ਦੱਸ ਦਿੱਤੇ ਨੇ, ਪੁੱਛੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਕੀ ਕਰ ਰਹੇ ਆ। ਅੱਛਾ, ਜੇ ਇਸ ਚੀਜ਼ ਨੂੰ ਅਸੀਂ ਸਿਆਸਤ ਤੋਂ ਬਿਨਾਂ ਦੂਸਰੇ ਤਰੀਕੇ ਨਾਲ ਦੇਖੀਏ, ਮੈਂ ਇਹਨੂੰ ਬਿਲਕੁਲ ਸਿਆਸਤ ਨੂੰ ਛੱਡ ਦਈਏ ਕਿ ਉੱਥੇ ਹਰਿਆਣੇ ਦੀ ਵਿੱਚ ਬੀਜੇਪੀ ਦੀ ਸਰਕਾਰ ਆ, ਪੰਜਾਬ 'ਚ ਕਾਂਗਰਸ ਦੀ ਸਰਕਾਰ ਆ, ਕਿਸਾਨ ਅੰਦੋਲਨ ਹੋ ਰਿਹਾ, ਇਹ ਸਾਰੀਆਂ ਗੱਲਾਂ ਨੂੰ ਇੱਕ ਸੈਕਿੰਡ ਲਈ ਸਾਈਡ ਤੇ ਰੱਖ ਲਈਏ ਤੇ ਜੇਕਰ ਸਾਡੀਆਂ ਸਾਰੀਆਂ ਹੀ ਸਟੇਟ ਇੰਨੇ ਹੈਲਦੀ ਕੰਪੀਟੀਸ਼ਨ 'ਚ ਕੰਮ ਕਰਨ ਤੇ ਬਹੁਤ ਚੰਗੀ ਗੱਲ ਹੈ। ਬਿਲਕੁਲ ਸਹੀ ਕਿਹਾ, ਅਸੀਂ ਇਹਦਾ ਬਿਲਕੁਲ ਸਮਰਥਨ ਕਰਦੇ ਹਾਂ, ਬਹੁਤ ਚੰਗੀ ਗੱਲ ਹੈ। ਵੀ ਜੇ ਅਸੀਂ ਆਪਣੇ ਕਿਸਾਨਾਂ ਨੂੰ 58 ਰੁਪਏ ਰੇਟ ਦੇ ਰਹੇ ਹਾਂ ਤਾਂ ਤੁਸੀਂ ਕੀ ਦੇ ਰਹੇ ਹੋ? ਬਿਲਕੁਲ। ਤੇ ਫਿਰ ਉਹਨਾਂ ਨੇ ਨਾਲ ਦੀ ਨਾਲ ਗੱਲ ਕੀਤੀ ਕਿ ਅਸੀਂ ਜਿਹੜੇ ਕਿਸਾਨ ਝੋਨਾ ਨਹੀਂ ਬੀਜ ਕੇ ਕੋਈ ਹੋਰ ਫਸਲ ਬੀਜਦੇ, ਅਸੀਂ ਉਹਨਾਂ ਨੂੰ 7000 ਰੁਪਈਆ ਪ੍ਰਤੀ ਏਕੜ ਜਿਹੜੀ ਆ ਉਹ ਸਬਸਿਡੀ ਦਿੰਦੇ ਆ। ਤੁਸੀਂ ਕੀ ਕਰ ਰਹੇ ਆ? ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਪਰਾਲੀ ਨੂੰ ਸੰਭਾਲਦੇ ਆ, ਅਸੀਂ ਉਹਨਾਂ ਨੂੰ 1000 ਰੁਪਈਆ ਦੇ ਰਹੇ ਆ। ਫਿਰ ਦੂਸਰੀ ਗੱਲ ਉਹਨਾਂ ਨੇ ਇੱਕ
ਜਿਹੜੇ ਹੈਗੇ ਆ ਫਲਾਂ ਵਾਲੀਆਂ ਖੇਤੀ ਕਰਨ ਵਾਲੇ ਲੋਕਾਂ ਲਈ ਵੀ ਇੱਕ ਯੋਜਨਾ ਦਾ ਜ਼ਿਕਰ ਕੀਤਾ। ਇਹਦੇ ਨਾਲ ਦੀ ਨਾਲ ਉਹਨਾਂ ਨੇ ਫਿਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਲਈ ਵੀ 5000 ਵਾਲੀ ਜਿਹੜੀ ਸਕੀਮ ਆ ਉਹਨਾਂ ਨੇ ਉਹਦੀ ਗੱਲ ਵੀ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਕਿਸਾਨ ਦੀ ਫਸਲ ਮੰਡੀ 'ਚ ਆ ਕੇ ਉਹਦੀ ਅਪਰੂਵਲ ਮਿਲ ਜਾਂਦੀ ਆ, ਉਸ ਤੋਂ 72 ਘੰਟੇ ਬਾਅਦ ਜੇਕਰ ਅਸੀਂ ਉਹਦੀ ਪੇਮੈਂਟ ਨਹੀਂ ਕਰਦੇ ਤੇ ਅਸੀਂ ਉਹਦੇ ਤੇ 12% ਵਿਆਜ ਦਿੰਨੇ ਆ, ਤੁਸੀਂ ਕੀ ਕਰਦੇ ਆ? ਉਹ ਜਿਹੜੇ 8-9 ਸਵਾਲ ਪੁੱਛੇ ਉਹਨਾਂ ਨੇ, ਉਹ ਬਹੁਤ ਚੰਗੀ ਗੱਲ ਆ। ਬਿਲਕੁਲ। ਪਰ ਗੱਲ ਇਹ ਆ ਕਿ ਇਹ ਸਵਾਲ ਫਿਰ ਤੁਸੀਂ ਕਿਉਂ ਪੁੱਛ ਰਹੇ ਆ ਤੇ ਤੁਸੀਂ ਆਪਣੇ ਗੁਆਂਢੀ ਸੂਬੇ ਨੂੰ ਕਿਉਂ ਪੁੱਛ ਰਹੇ ਆ? ਉਹ ਵੀ ਇਸ ਮਸਲੇ ਤੇ, ਜਦੋਂ ਮਸਲਾ ਤੁਹਾਡੇ ਕੋਲ ਇਸ ਗੱਲ ਦਾ ਸੀਗਾ ਕਿ ਤੁਸੀਂ ਉਹਨਾਂ ਕਿਸਾਨਾਂ ਦੇ ਉੱਤੇ ਲਾਠੀਚਾਰਜ ਕਿਉਂ ਕਰਵਾਇਆ। ਬਿਲਕੁਲ। ਸੋ ਇਹ ਜਿਹੜੀ ਗੱਲਬਾਤ ਆ, ਇਹ ਸਿਰਫ ਇਸ ਪਾਸੇ ਨੂੰ ਜਾਂਦੀ ਆ ਕਿ ਇਹਨੂੰ ਅਸੀਂ ਗੱਲ ਤੋਂ ਘਮਾਉਣਾ ਕਿਵੇਂ ਆ। ਤੁਹਾਨੂੰ ਯਾਦ ਹੋਣਾ, ਬੜੀ ਥੋੜੀ ਜਿਹੀ ਪੁਰਾਣੀ ਗੱਲ ਆ, ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੁਝ ਗੱਲਾਂ ਕੀਤੀਆਂ ਸੀ ਤੇ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਦਿੱਲੀ ਦੀ ਗੱਲ ਕਰੋ, ਤੁਹਾਨੂੰ ਪੰਜਾਬ ਦਾ ਕੀ ਫਿਕਰ ਹੈ। ਬਿਲਕੁਲ। ਤੇ ਇੱਕ ਵਾਰ ਉਹਨਾਂ ਨੇ ਇਹਨੂੰ ਇਹ ਵੀ ਸਲਾਹ ਦਿੱਤੀ ਸੀ ਕਿ ਇਹਨੂੰ ਮੈਂ 2-3 ਜੋੜੇ ਚੰਗੇ ਸੂਟਾਂ ਦੇ ਤੇ 2-3 ਜੁੱਤੀਆਂ ਦੇ ਜੋੜੇ ਭੇਜਣੇ ਆ, ਇਹ ਡਰੈਸ ਅਪ ਜਿਹੜਾ ਆ ਮੁੱਖ ਮੰਤਰੀ ਵਾਂਗ ਨਹੀਂ ਕਰਦਾ। ਸੋ ਇਦਾਂ ਦੀਆਂ ਗੱਲਾਂ ਸਾਡੇ ਜਿਹੜੇ ਲੀਡਰ ਨੇ ਉਹ ਕਰਦੇ ਰਹਿੰਦੇ ਨੇ, ਪਰ ਉਹਦਾ ਜਿਹੜਾ ਵਜ੍ਹਾ ਆ ਉਹ ਸਿਰਫ ਔਰ ਸਿਰਫ ਉਸ ਗੱਲ ਦਾ ਸਿਆਸਤ ਕਰਨਾ ਤੇ ਅਸਲ ਮੁੱਦੇ ਨੂੰ ਇੱਧਰ ਉੱਧਰ ਭਟਕਾਉਣਾ ਆ, ਹੋਰ ਕੁਝ ਨਹੀਂ। ਉਹਦੇ ਜੇ ਤੁਸੀਂ ਹੁਣ ਉਹਦੇ ਜਵਾਬ ਦੀ ਗੱਲ ਕਰੀਏ ਤੇ ਕੈਪਟਨ ਸਾਹਿਬ ਵੱਲੋਂ ਹਾਲੇ ਕੋਈ ਇਹੋ ਜਿਹਾ ਬਿਆਨ ਆਇਆ ਨਹੀਂ। ਦੇ ਦੇਣਗੇ ਕਿਉਂਕਿ ਲਿਖਣ ਵਾਲੇ ਜਾਂ ਦੱਸਣ ਵਾਲੇ ਜਾਂ ਸਲਾਹਕਾਰ ਇਹ ਇਕੱਲਾ ਨਹੀਂ ਹੈਗਾ ਕਿ ਖੱਟੜ ਸਾਹਿਬ ਕੋਲ ਹੀ ਨੇ, ਇਹਨਾਂ ਕੋਲ OSDs ਦੀ ਵੱਡੀ ਫੌਜ ਆ। ਬਿਲਕੁਲ। ਆਪਰੇਸ਼ਨ ਆਫੀਸਰ ਸਪੈਸ਼ਲ ਡਿਊਟੀ ਇਹਨਾਂ ਕੋਲ ਤੇ ਵਾਧੂ ਨੇ। ਉਸ ਤੋਂ ਬਾਅਦ ਵੀ ਹੋਰ ਵੀ ਬੰਦੇ ਨੇ ਜਿਹੜੇ ਇਹਨਾਂ ਨੂੰ ਭਾਸ਼ਣ ਲਿਖ ਕੇ ਦਿੰਦੇ ਨੇ ਜਾਂ ਸਲਾਹਕਾਰ ਨੇ। ਸਿੱਧੂ ਸਾਹਿਬ ਕੋਲ ਵੀ ਸਲਾਹਕਾਰ ਹੈਗੇ ਆ। ਖੱਟੜ ਨੂੰ ਜਵਾਬ ਦੇਣ ਲਈ ਸ਼ਾਇਦ ਇਹ ਫਿਰ ਸ਼ਰੀਕੇ ਵਾਲੇ ਇਕੱਠੇ ਹੋ ਜਾਣ ਵੀ ਹੁਣ ਤਾਂ ਗਵਾਂਢੀ ਨਾਲ ਲੜਾਈ ਹੋ ਰਹੀ ਆ। ਬਿਲਕੁਲ। ਪਰ ਹਾਲ ਦੀ ਘੜੀ ਉਹਦੇ 'ਚ ਰਾਜਾ ਵੜਿੰਗ ਨੇ ਕਿਹਾ ਕਿ ਖੱਟੜ ਸਾਹਿਬ ਦਾ ਜਿਹੜਾ ਮਾਨਸਿਕ ਤਵਾਜ਼ਨ ਆ ਉਹ ਖਰਾਬ ਹੋ ਗਿਆ। ਬਿਲਕੁਲ। ਤੇ ਨਾਲ ਦੀ ਨਾਲ ਧਰਮਸੋਤ ਨੇ ਵੀ ਕਿਹਾ, ਕੁਝ ਹੋਰ 1-2 ਲੀਡਰ ਵੀ ਇਸ ਵਿਸ਼ੇ ਦੇ ਉੱਤੇ ਉਹਨਾਂ ਨੂੰ ਜਵਾਬ ਦਿੰਦੇ ਨਜ਼ਰ ਆਇਆ। ਸੋ ਇਹ ਅਸਲ ਮਸਲੇ ਤੋਂ ਭਟਕ ਕੇ ਸਿਰਫ ਔਰ ਸਿਰਫ 2 ਸਟੇਟਾਂ ਦੀ ਜਿਹੜੀ ਆ ਉਹ ਸਿਆਸੀ ਜੰਗ ਬਣਾਤੀ ਗਈ ਆ। ਉਹਦੇ ਨਾਲ ਟਵਿੱਟਰ ਵੀ ਚੱਲਦਾ ਰਹੇਗਾ ਤੇ ਜਿਹੜੀ ਫੇਸਬੁੱਕ ਆ ਉਹਦੇ ਤੇ ਵੀ ਲੋਕਾਂ ਨੂੰ ਇੱਕ ਮਸਾਲਾ ਜਿਹੜਾ ਮਿਲਿਆ ਰਹੇਗਾ। ਜੀ ਬਿਲਕੁਲ। ਸ਼ਰਮਾ ਜੀ, ਤੁਸੀਂ ਕਿਹਾ ਕਿ ਗੁਆਂਢੀ ਹੈ ਜਿਹੜਾ, ਉਹਦੀ ਲੜਾਈ ਦੇ ਨਾਲ ਸ਼ਾਇਦ ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਇਕੱਠੇ ਹੋ ਜਾਣਗੇ। ਸਾਡੀ ਗੁਆਂਢੀ ਨਾਲ ਲੜਾਈ ਹੈ, ਉਹ ਤਾਂ ਪਤਾ ਨਹੀਂ ਇਕੱਠੇ ਹੋਣਗੇ ਕਿ ਨਹੀਂ ਹੋਣਗੇ। ਹਾਂ, ਪਰ ਨਵਜੋਤ ਸਿੰਘ ਸਿੱਧੂ ਆਪਣੇ ਪੁਰਾਣੇ ਅੰਦਾਜ਼ ਵਿੱਚ ਵਾਪਸ ਆ ਚੁੱਕੇ ਨੇ। ਕੱਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਫਿਰ ਤੋਂ ਨਿਸ਼ਾਨੇ ਸਾਧੇ ਤੇ ਅੱਜ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਇਆ। ਉਹਨਾਂ ਨੇ ਡਰੱਗਸ ਦੇ ਮੁੱਦੇ ਤੇ ਕਿ ਬਿਕਰਮ ਸਿੰਘ ਮਜੀਠੀਆ ਬਾਰੇ ਕਾਫੀ ਕੁਝ ਕਿਹਾ। ਕੀ ਕਹਿਣਾ ਚਾਹੋਗੇ? ਦੇਖੋ, ਨਵਜੋਤ ਸਿੰਘ ਸਿੱਧੂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਵਾਰ ਉਹ ਬੈਲੈਂਸਡ ਨਜ਼ਰ ਨਹੀਂ ਆਉਂਦੇ ਜੀ। ਕਈ ਵਾਰ ਉਹ ਬਹੁਤ ਤੇਜ਼ ਬੈਟਿੰਗ ਕਰਦੇ ਨੇ ਤੇ ਕਈ ਵਾਰ ਉਹ ਸੈਲਫ ਗੋਲ ਹੀ ਕਰ ਲੈਂਦੇ ਨੇ, ਆਪੇ ਬੈਟ ਜਿਹੜਾ ਆ ਉਹ ਪਿੱਛੇ ਵਿਕਟਾਂ 'ਚ ਮਾਰ ਲੈਂਦੇ ਨੇ। ਪਰ ਜਦੋਂ ਤੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਮੁੱਦੇ ਆ ਉਹ ਪਹਿਲਾਂ ਵੀ ਚੁੱਕਦੇ ਰਹੇ। ਜੇ ਮੈਂ ਇਸ ਤੋਂ ਪਿੱਛੇ ਜਾਵਾਂ, ਜਦੋਂ 17 ਦੇ ਵਿੱਚ ਇਲੈਕਸ਼ਨ ਹੋਣੀਆਂ ਸੀ, ਇਲੈਕਸ਼ਨ ਕੈਂਪੇਨ ਦੇ ਦੌਰਾਨ ਜਿੰਨਾ ਉਹਨਾਂ ਨੇ ਪੰਜਾਬ 'ਚ ਘੁੰਮਿਆ, ਉਹਨਾਂ ਨੇ ਇਹ ਸਾਰੇ ਹੀ ਮੁੱਦੇ ਜਿਹੜੇ ਆ ਉਦੋਂ ਵੀ ਲੋਕਾਂ ਦੇ ਧਿਆਨ ਦੇ ਵਿੱਚ ਬਹੁਤ ਬਰੀਕੀ ਨਾਲ ਲੈ ਕੇ ਆਉਂਦੇ ਸੀ। ਗਲਾ ਵੀ ਖਰਾਬ ਕਰ ਲਿਆ। ਬਿਲਕੁਲ। ਬਹੁਤ ਪੂਰਾ ਉਹਨਾਂ ਨੇ ਮੁਲਕ ਘੁੰਮ ਕੇ ਤੇਲੰਗਾਨਾ ਦੀ ਮਾਈਨਿੰਗ ਪਾਲਿਸੀ ਦੀ ਗੱਲ ਕੀਤੀ, ਤਾਮਿਲਨਾਡੂ ਦੀ ਸ਼ਰਾਬ ਪਾਲਿਸੀ ਦੀ ਗੱਲ ਕੀਤੀ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਦੇ ਸੀ। ਔਰ ਉਸ ਦੌਰਾਨ ਉਹਨਾਂ ਨੇ ਗੁਜਰਾਤ ਮਾਡਲ ਤੇ ਦਿੱਲੀ ਮਾਡਲ ਦੀਆਂ ਕਮੀਆਂ ਕੱਢ ਕੇ ਪੰਜਾਬ ਨੂੰ ਕਿਸੇ ਮਾਡਲ ਨਾਲ ਚਲਾਉਣ ਦੀ ਬਜਾਏ ਪੰਜਾਬ ਦਾ ਇੱਕ ਆਪਣਾ ਪੰਜਾਬ ਮਾਡਲ ਡਿਵੈਲਪ ਕਰਨ ਦੀ ਗੱਲ ਕੀਤੀ ਸੀ। ਬਿਲਕੁਲ। ਤੇ ਉਹਨਾਂ ਦੀਆਂ ਜਦੋਂ ਅਸੀਂ ਗੱਲਾਂ ਸੁਣਦੇ ਸੀ ਤਰਕ ਦੇ ਆਧਾਰ ਦੇ ਉੱਤੇ ਜਾਂ ਸਿਸਟਮ ਦੇ, ਜਿੰਨੀ ਕੁ ਉਹਨਾਂ ਨੂੰ ਸਮਝ ਸੀ, ਜਿੰਨੀਆਂ ਕੁ ਗੱਲਾਂ ਕਰਦੇ ਸੀ, ਉਹਦੇ ਨਾਲ ਲੱਗਦਾ ਵੀ ਸੀ ਕਿ ਇਹਨਾਂ ਕੋਲ ਇੱਕ ਸਿਸਟਮ ਜਿਹੜਾ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਹੈ, ਜਿਹਦੇ ਅਨੁਸਾਰ ਹੋ ਸਕਦਾ ਕਿ ਪੰਜਾਬ ਦਾ ਕੁਝ ਕੰਮ ਚੰਗਾ ਹੋ ਸਕੇ, ਪੰਜਾਬ ਦੇ ਕੁਝ ਹਾਲਾਤ ਜਿਹੜੇ ਆ ਉਹ ਸੁਧਰ ਸਕਣ। ਪਰ ਉਹ ਪੂਰੇ ਸਰਕਾਰ ਦੇ 17 ਤੋਂ ਲੈ ਕੇ ਹੁਣ ਤੱਕ 21 ਦਾ ਵੀ ਅੱਧ ਟੱਪ ਗਿਆ, ਦੂਸਰੇ ਹਿੱਸੇ 'ਚ ਆ ਗਏ ਅਸੀਂ। ਬਿਲਕੁਲ। ਤੇ ਲੱਗਿਆ ਨਹੀਂ ਕਦੇ ਵੀ ਕਿ ਉਹਨਾਂ ਕਿਸੇ ਮੁੱਦਿਆਂ ਦੇ ਉੱਤੇ ਵੀ ਗੱਲ ਜਿਹੜੀ ਆ ਹੋਈ ਆ ਜੀ। ਸਥਾਨਕ ਸਰਕਾਰਾਂ ਵਾਲਾ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਸੀ, ਉਹ 'ਚੋਂ ਸ਼ਿਫਟ ਕਰਕੇ ਉਹਨਾਂ ਨੂੰ ਬਿਜਲੀ ਮੰਤਰਾਲਾ ਦੇਤਾ, ਉਹ ਸਾਰੀਆਂ ਗੱਲਾਂ ਅਸੀਂ ਕੀਤੀਆਂ। ਪਰ ਉਹਨਾਂ ਦੇ ਜਿਹੜੇ ਤਰਕਸ਼ ਆ ਉਹਦੇ ਵਿੱਚ ਉਹ 5-7 ਤੀਰ ਜਿਹੜੇ ਆ ਉਹਨਾਂ ਕੋਲ ਬਿਲਕੁਲ ਸਾਫ਼ ਸੁਥਰੇ ਤੇ ਸੋਹਣੇ ਤਰੀਕੇ ਨਾਲ ਪਏ ਨੇ। ਉਹ ਜਦੋਂ ਦਿਲ ਕਰੇ, ਜਿਹੜਾ ਦਿਲ ਕਰੇ ਉਹ ਕੱਢ ਦਿੰਦੇ ਨੇ, ਕਿਉਂਕਿ ਹੱਲ ਉਹਨਾਂ 'ਚ ਹੋਇਆ ਹੀ ਕੋਈ ਨਹੀਂ। ਬਿਲਕੁਲ। ਬੇਰੁਜ਼ਗਾਰੀ ਦਾ ਕੋਈ ਹੱਲ ਨਹੀਂ, ਮਾਈਨਿੰਗ ਪਾਲਿਸੀ ਦਾ ਕੋਈ ਹੱਲ ਨਹੀਂ, ਡਰੱਗ ਵਾਲੇ ਮਸਲੇ ਦਾ ਕੋਈ ਹੱਲ ਨਹੀਂ, ਜੋ ਇੱਥੇ ਪੰਜਾਬ ਦੇ ਵਿੱਚ ਬੇਅਦਬੀ ਕਾਂਡ ਸੀ ਉਹਦਾ ਕੋਈ ਹੱਲ ਨਹੀਂ। ਤੇ ਕੱਲ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਆ, ਦੁਬਾਰਾ ਫਿਰ ਉਹੀ ਰਾਗ ਜਿਹੜਾ ਉਹਨਾਂ ਨੇ ਦੱਸਿਆ ਕਿ ਡਰੱਗ ਜਿਹੜਾ ਕੇਸ ਆ ਉਹ 2 ਸਤੰਬਰ ਨੂੰ, ਕਿਉਂਕਿ ਮਾਨਯੋਗ ਹਾਈ ਕੋਰਟ ਨੇ ਪਹਿਲਾਂ 27 ਦੀ ਗੱਲ ਰੱਖੀ ਸੀ, 27 ਤੋਂ ਉਹ ਹਟਾ ਕੇ ਹੁਣ 2 ਤਰੀਕ ਆ, ਤੇ ਕਿਉਂਕਿ 2 ਤਰੀਕ ਵੀ ਨੇੜੇ ਹੀ ਆ, ਤੇ ਉਹਨਾਂ ਨੇ ਫਿਰ ਉਹ ਮਜੀਠੀਆ ਨੂੰ ਸਾਰੀਆਂ ਪੁਰਾਣੀਆਂ ਗੱਲਾਂ ਯਾਦ ਕਰਾਈਆਂ। ਉਹ ਭੋਲਾ ਪੁਲਿਸ ਵਾਲਾ ਕੇਸ, ਇੱਕ ਬਿੱਟੂ ਔਲਖ, ਕੁਝ ਹੋਰ ਉਹਨਾਂ ਦੇ ਚਾਲ ਸੀ, 3-4 ਨਾਂ ਵੀ ਗਿਣਾਏ, 13-14 ਉਹ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੀ ਗੱਲ ਕੀਤੀ। ਫਿਰ ਉਹਨਾਂ ਨੇ ਉਹ ਵੀ ਗੱਲਾਂ ਦੱਸੀਆਂ ਕਿ ਤੁਹਾਡੀਆਂ ਗੱਡੀਆਂ ਦੇ ਵਿੱਚ ਪੂਰੇ ਪੰਜਾਬ 'ਚ ਨਸ਼ਾ ਘੁੰਮਦਾ ਸੀ।
ਉਹ ਜਿਹੜਾ ਇੱਕ ਮੁੱਦਾ ਸੀ ਉਹਨੂੰ ਫਿਰ ਇੱਕ ਦਿਨ ਤੋਂ ਉਠਾਇਆ। ਪਰ ਸਿੱਧੂ ਸਾਹਿਬ ਕਰਦੇ ਇਦਾਂ ਹੀ ਨੇ, ਅੱਜ ਇੱਕ ਮੁੱਦਾ ਕਰਦੇ ਨੇ, 2 ਦਿਨ ਬਾਅਦ ਫਿਰ ਕੋਈ ਹੋਰ ਗੱਲ ਫੜ ਲੈਂਦੇ ਨੇ, 3 ਦਿਨ ਬਾਅਦ ਕੋਰਟ 'ਚ ਕਿਸੇ ਹੋਰ ਕੇਸ ਦੀ ਤਰੀਕ ਆ ਜਾਂਦੀ ਆ, ਫਿਰ ਉਧਰ ਨੂੰ ਹੋ ਤੁਰਦੇ ਨੇ। ਇਲੈਕਸ਼ਨਸ ਆ ਰਹੇ ਨੇ ਤਾਂ ਕਰਕੇ। ਜੀ ਬਿਲਕੁਲ। ਸੋ ਮੁੱਦਿਆਂ ਨੂੰ ਉਹ ਜਗਾਈ ਰੱਖਦੇ ਨੇ, ਜ਼ਰੂਰੀ ਵੀ ਆ, ਪਰ ਉਹਨਾਂ ਇਹ ਗੱਲ ਬਿਲਕੁਲ ਦਰੁਸਤ ਆ ਕਿ ਉਹਨਾਂ ਕੋਲ ਇਹਨਾਂ ਸਾਰੀਆਂ ਚੀਜ਼ਾਂ ਲਈ ਪਲੈਨਿੰਗ ਜਿਹੜੀ ਆ ਜ਼ਰੂਰ ਆ। ਹੁਣ ਦੇਖੋ ਹਾਈ ਕਮਾਂਡ ਉਹਨਾਂ ਨੂੰ ਅਗਲੀ ਵਾਰ ਮੌਕਾ ਦਿੰਦੀ ਆ ਕਿ ਨਹੀਂ ਦਿੰਦੀ, ਜਿਸ ਮੌਕੇ ਦੀ ਉਹਨਾਂ ਨੂੰ ਬਿਲਕੁਲ ਤਲਾਸ਼ ਹੈ। ਹੁਣ ਉਹ ਅਸਲ ਦੇ ਵਿੱਚ ਜਿਹੜੀ ਭਲਵਾਨੀ ਆ ਉਹ ਇਸ ਕਰਕੇ ਕਰ ਰਿਹਾ ਕਿ ਅਗਲਾ ਮੈਚ ਜਿਹੜਾ ਆ ਅਮਰਿੰਦਰ ਸਿੰਘ ਨੇ ਨਹੀਂ, ਮੈਂ ਖੇਡਣਾ। ਤੇ ਇਹ ਹੁਣ ਖੇਡਦਾ ਕੌਣ ਆ, ਇਹ ਤਾਂ ਫਿਰ ਉਹ ਦਿੱਲੀ ਵਾਲੇ ਪੀਰ ਹੀ ਜਾਣਦੇ ਆ। ਜੀ ਬਿਲਕੁਲ। ਸ਼ਰਮਾ ਜੀ, ਨਵਜੋਤ ਸਿੰਘ ਸਿੱਧੂ ਨੇ ਤਾਂ ਆਪਣੀ ਪਾਰੀ ਖੇਡਣੀ ਸ਼ੁਰੂ ਕਰ ਦਿੱਤੀ ਹੈ ਤੇ ਅੱਜ ਰਵਨੀਤ ਸਿੰਘ ਬਿੱਟੂ ਨੇ ਵੀ ਕਾਫੀ ਬਿਆਨ ਸਾਰਿਆਂ ਨੂੰ ਲਪੇਟਿਆ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਜਯੰਤੀ ਮੌਕੇ ਤੇ ਰਵਨੀਤ ਸਿੰਘ ਬਿੱਟੂ ਨੇ ਕੀ ਕੁਝ ਕਿਹਾ, ਜਾਣਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸ਼ਰਮਾ ਜੀ, ਅਸੀਂ ਗੱਲ ਕਰ ਰਹੇ ਸੀ ਰਵਨੀਤ ਬਿੱਟੂ ਦੀ। ਉਹਨਾਂ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਜਯੰਤੀ ਮੌਕੇ ਕਾਫੀ ਕੁਝ ਕਹਿਤਾ, ਮਤਲਬ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਛੱਡਿਆ, ਹਰ ਬੰਦੇ ਬਾਰੇ ਉਹਨਾਂ ਨੇ ਗੱਲ ਕਰਤੀ। ਏਦਾਂ ਲੱਗਦਾ ਜਿਵੇਂ ਉਹਨਾਂ ਨੇ ਇਕੱਠੀ ਕੀਤੀ ਆਪਣੀ ਪੜਾਸ ਹੈ ਜਿਹੜੀ ਉਹ ਇੱਕੋ ਵਾਰੀ ਸਾਰੀ ਕੱਢ ਦਿੱਤੀ ਹੋਵੇ। ਕੀ ਕਹਿਣਾ ਚਾਹੋਗੇ? ਤੁਸੀਂ ਦੱਸ ਦਿੱਤਾ ਜੀ। ਉਹਨਾਂ ਨੇ 31 ਅਗਸਤ ਨੂੰ ਹੀ 26 ਸਾਲ ਪਹਿਲਾਂ ਬੇਅੰਤ ਸਿੰਘ ਇੱਕ ਹਾਦਸੇ 'ਚ, ਇੱਕ ਅੱਤਵਾਦੀ ਹਾਦਸੇ 'ਚ ਉੱਥੇ ਵਿਧਾਨ ਸਭਾ ਦੇ ਵਿੱਚ ਹੀ ਮਾਰੇ ਗਏ ਸੀ ਤੇ ਅੱਜ ਉਹਨਾਂ ਨੇ ਸ਼ਰਧਾਂਜਲੀ ਦੇਣ ਜਾਣਾ ਹੀ ਸੀ, ਕਿਉਂਕਿ ਉਹਨਾਂ ਦੇ ਗ੍ਰੈਂਡਫਾਦਰ ਵੀ ਆ ਉਹ ਤੇ ਨਵਜੋਤ ਸਿੰਘ ਸਿੱਧੂ ਵੀ ਉੱਥੇ ਪਹੁੰਚੇ ਸੀ। ਉਹਨਾਂ ਨੇ ਵੀ ਉਹਨਾਂ ਦੀ ਕਾਫੀ ਸਿਫਤ ਕੀਤੀ ਕਿ ਪੰਜਾਬ ਦੇ ਇੱਕ ਬੁਰੇ ਦੌਰ ਦੇ ਵਿੱਚ ਪੰਜਾਬ ਦੇ ਉਹ ਮੁੱਖ ਮੰਤਰੀ ਰਹੇ। ਹਾਲਾਂਕਿ ਉਹਦੇ ਲਈ ਬਹੁਤ ਵਿਰੋਧਾਭਾਸੀ ਗੱਲਾਂ ਵੀ ਹੁੰਦੀਆਂ ਰਹੀਆਂ ਸਮੇਂ-ਸਮੇਂ ਦੇ ਉੱਤੇ। ਸਰਕਾਰਾਂ, ਜਿਹੜੀ ਵੀ ਸਰਕਾਰ ਹੁੰਦੀ ਆ ਉਹਦੇ ਲਈ ਦੂਜੀਆਂ ਗੱਲਾਂ ਜਿਹੜੀਆਂ ਉਲਟ ਗੱਲਾਂ ਆ ਉਹ ਵੀ ਰਹਿੰਦੀਆਂ ਨੇ। ਤੇ ਇਹ ਉਹ ਦੌਰ ਸੀ ਜਦੋਂ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਤੇ ਲੋਕਤੰਤਰ ਦੀ ਜੇ ਅਸੀਂ ਗੱਲ ਕਰੀਏ ਤੇ ਬਹੁਤ ਘੱਟ ਵੋਟਾਂ ਨਾਲ ਇੱਕ ਸਰਕਾਰ ਬਣੀ ਸੀ। ਫਿਰ ਜਿੱਦਾਂ ਅੱਜ ਦੇ ਦੌਰ ਦੇ ਵਿੱਚ ਮੋਦੀ ਤੇ ਸ਼ਾਹ ਦੀ ਗੱਲ ਹੁੰਦੀ ਆ, ਇਦਾਂ ਉਸ ਦੌਰ ਦੇ ਵਿੱਚ ਬੇਅੰਤ ਸਿੰਘ ਤੇ KPS ਗਿੱਲ ਦੀ ਗੱਲ ਜਿਹੜੀ ਆ ਉਹ ਹੁੰਦੀ ਸੀ। ਬੜਾ ਬੁਰਾ ਦੌਰ ਸੀ ਪੰਜਾਬ ਦਾ, ਪਰ ਉਹਦੇ ਬਾਵਜੂਦ ਵੀ ਉਹਨਾਂ ਨੇ ਸਰਕਾਰ ਤੇ ਪੂਰਾ ਟਾਈਮ ਆਪਣਾ ਚਲਾਈ। ਐਂਡ ਦੇ ਵਿੱਚ ਥੋੜਾ ਹੀ ਸਮਾਂ ਰਹਿ ਗਿਆ ਸੀ ਜਦੋਂ ਉਹਨਾਂ ਦੀ ਅਸੈਸੀਨੇਸ਼ਨ ਹੋ ਗਈ ਤੇ ਉਸ ਮੌਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਤੇ ਨਾਲ ਦੀ ਨਾਲ ਜਿਹੜੀ ਸਿਆਸੀ ਗੱਲਾਂ ਉਹ ਵੀ ਉਹਨਾਂ ਨੇ ਕੀਤੀਆਂ ਰਵਨੀਤ ਸਿੰਘ ਬਿੱਟੂ ਨੇ। ਉਹਦੇ 'ਚ ਜਿਹੜੀ ਮੁੱਖ ਗੱਲ ਸੀਗੀ ਉਹ ਇੱਕ ਸੀ, ਇਹ ਤਾਂ ਸੀ ਕਿ ਜਿਹੜੀ ਜਥੇਦਾਰ ਸਾਹਿਬ ਨੇ ਕੱਲ ਮੁੱਖ ਮੰਤਰੀ ਨੂੰ ਸੱਦਿਆ ਸੀਗਾ ਉਹਦੇ ਲਈ ਪੇਸ਼ ਹੋਣ ਲਈ ਤੇ ਨਾਲ ਦੀ ਨਾਲ ਮਿਨਿਸਟਰਾਂ ਨੂੰ ਵੀ ਉਹਨਾਂ ਨੇ ਕਾਲ ਕੀਤੀ ਕਿ ਜਿਹੜਾ ਤੁਸੀਂ ਇੱਕ ਵਾਅਦਾ ਕੀਤਾ ਸੀ ਉੱਥੇ ਜਦੋਂ ਮੋਰਚਾ ਲੱਗਿਆ ਸੀ ਬੇਅਦਬੀ ਕਾਂਡ ਤੋਂ ਬਾਅਦ, ਉਸ ਮੋਰਚੇ ਨੂੰ ਉਠਾਉਣ ਲਈ ਮੁੱਖ ਮੰਤਰੀ ਸਾਹਿਬ ਨੇ ਕੁਝ ਮਿਨਿਸਟਰਾਂ ਦੀ ਡਿਊਟੀ ਲਾਈ ਸੀ ਤੇ ਉਹਨਾਂ ਨੇ ਕੁਝ ਭਰੋਸਾ ਤੇ ਕੁਝ ਆਸ਼ਵਾਸਨ ਦਿੱਤਾ ਸੀ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਮੋਰਚੇ ਤੇ ਬੈਠੇ ਸੀ ਤੇ ਉਹ ਭਰੋਸਾ ਜਿਹੜਾ ਸੀ ਉਹ ਪੂਰਾ ਨਹੀਂ ਹੋਇਆ। ਉਹ ਵੀ ਲੀਡਰਾਂ ਦੇ ਵਾਅਦੇ ਵਾਂਗ ਟੁੱਟ ਗਿਆ। ਉਸ ਤੋਂ ਬਾਅਦ ਫਿਰ ਕੱਲ ਜਿਹੜਾ ਜਥੇਦਾਰ ਸਾਹਿਬ ਨੇ, ਮੁਤਵਾਜ਼ੀ ਜਥੇਦਾਰ ਜਿਹਨਾਂ ਨੂੰ ਤੁਸੀਂ ਕਹਿੰਦੇ ਆ, ਉਹਨਾਂ ਨੇ ਕੈਪਟਨ ਸਾਹਿਬ ਨੂੰ ਸੱਦਿਆ ਸੀ। ਹਾਲਾਂਕਿ ਕੈਪਟਨ ਸਾਹਿਬ ਤੇ ਉਹਦੇ ਖਿਲਾਫ ਉਸ ਬਿਆਨ ਦੇ ਉੱਤੇ ਕੁਝ ਨਹੀਂ ਬੋਲੇ ਮੇਰਾ ਖਿਆਲ ਹਾਲੇ ਤੱਕ, ਪਰ ਬਿੱਟੂ ਨੇ ਉੱਥੇ ਰਵਨੀਤ ਸਿੰਘ ਬਿੱਟੂ ਜਿਹੜੇ MP ਨੇ ਉਹਨਾਂ ਨੇ ਇਸ ਗੱਲ ਨੂੰ ਜ਼ਰੂਰ ਕਿਹਾ ਵੀ ਤੁਸੀਂ ਇਹ ਦੱਸੋ ਵੀ ਜਿਹੜਾ ਸੱਦ ਰਿਹਾ ਆ ਉਹ ਜਥੇਦਾਰ ਆ ਜਾਂ ਜਿਹੜੇ ਉਹਨੂੰ ਪਿੱਛੇ ਸਲਾਹ ਦੇ ਰਹੇ ਨੇ ਉਹ ਜਥੇਦਾਰ ਆ। ਉਹਨਾਂ ਨੇ ਕੁਝ 2-4 ਲੋਕਾਂ ਦੇ ਹੋਰ ਨਾਮ ਵੀ ਲਏ, ਅਕਾਲੀ ਦਲ ਨੂੰ ਵੀ ਉਹਨਾਂ ਨੇ ਉਹਦੇ ਨਾਲ ਹੀ ਜੋੜਿਆ। ਫਿਰ ਉਹਨਾਂ ਨੇ ਦੂਸਰੀ ਗੱਲ ਜਿਹੜੀ ਕੀਤੀ ਆ ਉਹ ਕਾਂਗਰਸ ਪਾਰਟੀ ਜਾਂ ਆਪਣੀ ਪਾਰਟੀ ਦੀ ਗੱਲ ਕੀਤੀ ਰਾਦਰ ਦੈਨ ਉਹ ਪ੍ਰੈਸ ਦੇ ਵਿੱਚ ਇਹ ਗੱਲ ਕਰਦੇ। ਚੰਗੀ ਗੱਲ ਸੀ ਕਿ ਜੇ ਉਹ MP ਨੇ ਦੋਨਾਂ ਧਿਰਾਂ ਦੇ ਨਾਲ ਨੇੜਤਾ ਆ ਤੇ ਬਿਠਾ ਕੇ ਗੱਲ ਕਰ ਲੈਣ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਸਲਾਹ ਜਿਹੜੀ ਉਹ ਮੰਨੀ ਜਾਣੀ ਹੈ। ਪਰ ਉਹ ਆਪ ਵੀ ਬਿਆਨ ਦੇਣ ਦੇ ਮਾਮਲੇ 'ਚ ਤੁਸੀਂ ਜਾਣਦੇ ਆ ਕਿ ਕਈ ਵਾਰ ਉਹ ਕਿਸਾਨਾਂ ਦੇ ਖਿਲਾਫ ਹੋ ਜਾਂਦੇ ਨੇ ਤੇ ਕਈ ਵਾਰ ਉਹ ਕਿਸਾਨਾਂ ਵਾਲੇ ਪਾਸੇ ਚਲੇ ਜਾਂਦੇ ਨੇ, ਕਈ ਵਾਰ ਉਹ ਸੋਨੀਆ ਗਾਂਧੀ ਵਾਲੇ ਪਾਸੇ ਚਲੇ ਜਾਂਦੇ ਨੇ ਤੇ ਕਈ ਵਾਰ ਨਵਜੋਤ ਸਿੰਘ ਸਿੱਧੂ ਵਾਲੇ ਪਾਸੇ ਆ ਜਾਂਦੇ ਨੇ। ਕਈ ਵਾਰ ਉਹਨਾਂ ਦਾ ਗੁਰਕੀਰਤ ਕੋਟਲੀ ਜਿਹੜੇ ਉਹਨਾਂ ਦੇ ਆਪਣੇ ਭਰਾ ਨੇ MLA ਵੀ ਨੇ, ਉਹਨਾਂ ਨਾਲ ਵੀ ਇਦਾਂ ਲੱਗਦਾ ਹੁੰਦਾ ਕਿ ਉਹ ਇੱਕ ਹੀ ਘਰ 'ਚ ਰਹਿ ਕੇ 2 ਪਾਰਟੀਆਂ ਚਲਾ ਰਹੇ ਨੇ। ਸੋ ਜਿਹੜਾ ਬਿਆਨਬਾਜ਼ੀ ਆ ਉਹ ਉਹਨਾਂ ਦੀ ਮਸ਼ਹੂਰ ਹੈ ਇਸ ਮਾਮਲੇ ਲਈ। ਪਰ ਉਹਨਾਂ ਨੇ ਹੁਣ ਜਿਹੜੀ ਗੱਲ ਕੀਤੀ ਕਿ ਸਾਡੇ ਸਾਰੇ ਹੀ ਪੰਜਾਬ ਦੇ MLA ਜਿਹੜੇ ਆ ਉਹ ਕਹਿੰਦੇ ਸੀ ਕਿ ਸਾਨੂੰ ਨਵਜੋਤ ਸਿੰਘ ਸਿੱਧੂ ਦੀ ਰਹਿਨੁਮਾਈ ਵੀ ਚਾਹੀਦੀ ਆ ਤੇ ਕੈਪਟਨ ਸਾਹਿਬ ਦੀ ਵੀ ਚਾਹੀਦੀ ਆ ਤੇ ਸਾਡੀਆਂ ਇਹ ਗੱਲਾਂ ਨੂੰ ਸੁਣ ਕੇ ਹਾਈ ਕਮਾਂਡ ਨੇ ਮੁੱਖ ਮੰਤਰੀ ਤੇ ਪ੍ਰਧਾਨ ਬਣਾਤੇ ਨੇ ਦੋਨੇ ਤੇ ਹੁਣ ਸਾਨੂੰ ਮਿਲ ਕੇ ਚੱਲਣਾ ਚਾਹੀਦਾ। ਇਹ ਸਾਰਾ ਪੰਜਾਬ ਇਹ ਗੱਲ ਕਹਿ ਰਿਹਾ ਹੈ। ਬਿੱਟੂ ਸਾਹਿਬ ਨੇ ਕੋਈ ਨਵੀਂ ਗੱਲ ਨਹੀਂ ਕੀਤੀ। ਜਿੰਨੇ ਵੀ ਲੋਕ ਇਸ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ, ਥੱਲੇ ਤੋਂ ਵਰਕਰ ਨੇ, ਚਾਹੇ ਕੋਈ ਛੋਟਾ ਪ੍ਰਧਾਨ ਆ, ਚਾਹੇ ਕੋਈ MLA ਆ, ਚਾਹੇ ਕੋਈ ਮਿਨਿਸਟਰ ਆ ਤੇ ਚਾਹੇ ਕੋਈ ਨਵਾਂ MLA ਬਣਨ ਦਾ ਚਾਹਵਾਨ ਆ, ਉਹ ਸਾਰੇ ਹੀ ਇਹ ਚਾਹੁੰਦੇ ਨੇ ਕਿ ਹਾਈ ਕਮਾਂਡ ਦੇ ਉੱਪਰ ਜਿਹੜੀ ਆਪਸ ਦੇ ਵਿੱਚ ਰੌਲਾ ਆ ਉਹ ਨਹੀਂ ਹੋਣਾ ਚਾਹੀਦਾ। ਇੰਨੀਆਂ ਵੱਡੀਆਂ ਦਰਾਰਾਂ ਨਹੀਂ ਹੋਣੀਆਂ ਚਾਹੀਦੀਆਂ। ਹਾਲਾਂਕਿ ਜਿੱਥੇ ਵੀ 2 ਬੰਦੇ ਹੁੰਦੇ ਨੇ
ਥੋੜੇ ਬਹੁਤ ਵਿਖਰੇਵੇਂ ਜਿਹੜੇ ਆ ਉਹ ਲਾਜ਼ਮੀ ਆ, ਜਿੱਥੇ ਦੋ ਭਾਂਡੇ ਖੜਕਣੇ ਹੀ ਆ, ਉਹ ਹੁੰਦੇ ਵੀ ਨੇ। ਬਿਲਕੁਲ, ਤੁਸੀਂ ਕਿਚਨ 'ਚ ਰਹਿੰਦੇ ਆ ਤੇ ਤੁਸੀਂ ਜਾਣਦੇ ਆ ਕਿ ਭਾਂਡਿਆਂ ਦਾ ਖੜਕਣਾ ਜਿਹੜਾ ਲਾਜ਼ਮੀ ਆ, ਕਿਉਂਕਿ ਇੰਨੀ ਇਕਸਾਰਤਾ ਵੀ ਨਹੀਂ ਹੋ ਸਕਦੀ ਕਿ ਇੱਕ ਪਾਰਟੀ ਦਾ ਪ੍ਰਧਾਨ ਆ ਤੇ ਇੱਕ ਮੁੱਖ ਮੰਤਰੀ ਆ, ਉਹ ਹਰ ਗੱਲ ਦੇ ਉੱਤੇ ਹੀ ਸਹਿਮਤ ਹੋਣ। ਬਿਲਕੁਲ, ਜ਼ਰੂਰੀ ਨਹੀਂ ਹੈ ਕਿ ਹਰ ਬੰਦਾ ਜਾਖੜੀ ਹੋਵੇ ਜਿਹੜਾ ਬੋਲਣਾ ਹੀ ਕਦੇ ਨਹੀਂ। ਬਿਲਕੁਲ, ਬਖਰੇਵੇਂ ਉਹਨਾਂ ਨੂੰ ਵੀ ਨਜ਼ਰ ਆਉਂਦੇ ਸੀ, ਜਾਖੜ ਸਾਹਿਬ ਨੂੰ ਵੀ, ਪਰ ਉਹਨਾਂ ਨੇ ਕਦੇ ਦੱਸੇ ਨਹੀਂ, ਜਾਂ ਕਦੇ ਇੱਕਾ ਦੁੱਕਾ ਵਾਰ ਦੱਸੇ ਵੀ ਤੇ ਉਹਨਾਂ ਦੇ ਸੁਣੇ ਨਹੀਂ ਗਏ ਜੀ। ਸੋ ਇਹ ਗੱਲ ਬਿਲਕੁਲ ਦਰੁਸਤ ਆ, ਸਾਰੇ ਹੀ ਕਾਂਗਰਸੀ ਇਹ ਚਾਹੁੰਦੇ ਨੇ ਕਿ ਉਹ ਇਕਜੁੱਟਤਾ ਹੋ ਕੇ ਚੱਲੇ, ਪਰ ਕੁਰਸੀ ਇੱਕ ਆ ਤੇ ਬੰਦੇ ਦੋ ਨੇ, ਇਸ ਕਰਕੇ ਇਕਜੁੱਟਤਾ ਨਹੀਂ ਹੋ ਸਕਦੀ, ਕੁਰਸੀ ਇੱਕ ਬੰਦੇ ਨੂੰ ਹੀ ਮਿਲਣੀ ਆ ਜੀ। ਸੋ ਇਹ ਜਿਹੜੀਆਂ ਗੱਲਾਂ ਨੇ, ਇਹ ਜਿਹੜੇ ਬਿਆਨਬਾਜ਼ੀ ਆ, ਦੇਖਣ ਨੂੰ ਸੁਣਨ ਨੂੰ ਚੰਗੀ ਲੱਗਦੀ ਆ, ਪਰ ਅਸਲੀਅਤ ਦੇ ਵਿੱਚ ਉਹ ਜਿਹੜੀ ਆ ਉਹ ਸਹੀ ਤਰੀਕੇ ਨਾਲ ਉਸ ਚੀਜ਼ ਨੂੰ ਨਹੀਂ ਕੀਤਾ ਜਾ ਸਕਦਾ, ਉਹ ਪੋਸੀਬਲ ਨਹੀਂ ਹੈਗਾ। ਉਹ ਚੀਜ਼ਾਂ ਸਿਰਫ ਬਿਆਨਾਂ ਦੇ ਵਿੱਚ ਹੀ ਨੇ ਕਿ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਇਕੱਠੇ ਹੋ ਕੇ ਚੱਲਣ ਤੇ ਚੋਣਾਂ ਜਿੱਤ ਲੈਣ ਤੇ ਬਾਅਦ ਵਿੱਚ ਫਿਰ ਰਵਨੀਤ ਸਿੰਘ ਬਿੱਟੂ ਨੂੰ ਮੁੱਖ ਮੰਤਰੀ ਬਣਾ ਦਈਏ, ਉਹਨਾਂ ਦੋਨਾਂ ਨੂੰ ਖੱਬੇ ਸੱਜੇ ਖੜਾ ਕਰ ਦਈਏ, ਇਦਾਂ ਨਹੀਂ ਹੋ ਸਕਦਾ। ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਰਵਨੀਤ ਬਿੱਟੂ ਜੇ ਇੰਨੇ ਹੀ ਉਹਨੇ ਸਮਝਦਾਰ ਨੇ ਤੇ ਬਿਠਾ ਕੇ ਦੋਨਾਂ ਨੂੰ ਆਪਸ ਵਿੱਚ ਇਕੱਠੇ ਕਰ ਦੇਣ। ਹੁਣ ਰਵਨੀਤ ਬਿੱਟੂ ਤਾਂ ਪਤਾ ਨਹੀਂ ਇਕੱਠੇ ਕਰਨਗੇ ਕਿ ਨਹੀਂ ਕਰਨਗੇ, ਹਾਂ, ਪਰ ਹਰੀਸ਼ ਰਾਵਤ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਕੋਸ਼ਿਸ਼ ਚੱਲ ਰਹੀ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਜ਼ਰੂਰ ਇਕੱਠੇ ਕਰ ਦੇਣ, ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਰੌਲਾ ਗੋਲਾ ਪਿਆ ਹੋਇਆ ਹੈ ਇਹ ਖਤਮ ਹੋ ਜਾਏ। ਕਿਉਂਕਿ ਜਾਂ ਇਹ ਕਹਿ ਸਕਦੇ ਹਾਂ ਕਿ ਹਾਈ ਕਮਾਂਡ ਦਾ ਵੀ ਉਹਨਾਂ ਨੂੰ ਸ਼ਾਇਦ ਪ੍ਰੈਸ਼ਰ ਹੋ ਸਕਦਾ ਹੈ ਕਿ ਤੁਸੀਂ ਇਹ ਕੰਮ ਕਰਨਾ। ਤੇ ਹਰੀਸ਼ ਰਾਵਤ ਅੱਜ ਆ ਰਹੇ ਨੇ ਪੰਜਾਬ ਦੌਰੇ ਤੇ, ਕੀ ਕਹਿਣਾ ਚਾਹੋਗੇ, ਕੀ ਉਹਨਾਂ ਦੀ ਇਹੀ ਕੋਸ਼ਿਸ਼ ਹੈ? ਦੇਖੋ ਜੀ, ਇਹ ਪੰਜਾਬ ਦੇ ਲੀਡਰਾਂ ਨੇ ਦਿੱਲੀ ਦੇ ਗੇੜਿਆਂ ਨੇ ਤੇ ਹਰੀਸ਼ ਰਾਵਤ ਦੇ ਪੰਜਾਬ ਦੇ ਗੇੜਿਆਂ ਨੇ ਪੰਜਾਬ 'ਚ ਤੇਲ ਮਹਿੰਗਾ ਕੀਤਾ ਹੋਇਆ। ਬਿਲਕੁਲ, ਜਿੰਨੇ ਕੁ ਗੇੜੇ ਇਹਨਾਂ ਦੇ ਲਵਾਤੇ ਹਾਈ ਕਮਾਂਡ ਨੇ ਜੀ, ਚਲੋ ਉਧਰ ਨੂੰ ਚੱਲ ਜਾਂਦੇ ਨੇ ਤੇ ਉਧਰੋਂ ਇੱਧਰ ਨੂੰ ਆ ਜਾਂਦੇ ਨੇ। ਇਹ ਫੁੱਟਬਾਲ ਜਿਹੜੀ ਆ ਰਿੜੀ ਜਾਂਦੀ ਆ, ਹਾਲੇ ਕਿਸੇ ਗੋਲ 'ਚ ਨਹੀਂ ਜਾਂਦੀ ਜੀ। ਸੋ ਹੁਣ ਫੇਰ ਇੱਕ ਵਾਰ ਉਹਨਾਂ ਦੀ ਡਿਊਟੀ ਲੱਗੀ ਆ, ਹਾਲਾਂਕਿ ਉਹ ਪਿਛਲੇ 3-4 ਮਹੀਨਿਆਂ ਤੋਂ ਰਾਵਤ ਸਾਹਿਬ ਇਹ ਕਹਿ ਰਹੇ ਨੇ ਜੀ, ਜਿੱਦਣ ਸਿੱਧੂ ਸਾਹਿਬ ਨੂੰ ਪ੍ਰਧਾਨਗੀ ਦਿੱਤੀ ਸੀ ਉਦਣ ਵੀ ਉਹਨਾਂ ਨੇ ਚਾਰਾਜੋਈ ਕੀਤੀ ਸੀ ਕਿ ਮੈਨੂੰ ਹੁਣ ਬਖਸ਼ੋ, ਇਹ ਮੇਰੇ ਕਰਨ ਦਾ ਕੰਮ ਨਹੀਂ, ਮੇਰੇ ਆਪਣੇ ਸਟੇਟ 'ਚ ਇਲੈਕਸ਼ਨ ਆ। ਅਸੀਂ ਪਹਿਲਾਂ ਵੀ ਪ੍ਰੋਗਰਾਮ 'ਚ ਕਈ ਵਾਰ ਗੱਲ ਕੀਤੀ ਆ। ਇੱਕ ਵਾਰ ਫੇਰ ਉਹਨਾਂ ਦੀ ਡਿਊਟੀ ਲੱਗੀ ਆ ਇੱਥੇ ਆ ਕੇ, ਅੱਜ ਚੰਡੀਗੜ੍ਹ ਉਹਨਾਂ ਨੇ ਆਉਣਾ, ਦੇਖੋ ਸ਼ਾਮ ਤੱਕ ਜੇ ਪ੍ਰੋਗਰਾਮ ਟਲ ਵੀ ਸਕਦਾ, ਪਰ ਹਾਲੇ ਤੱਕ ਦਾ ਖਬਰ ਜਿਹੜੀ ਇਹੀ ਆ ਕਿ ਉਹ ਅੱਜ ਆ ਕੇ ਕੈਪਟਨ ਸਾਹਿਬ ਨੂੰ ਵੀ ਮਿਲਣਗੇ ਤੇ ਸਿੱਧੂ ਸਾਹਿਬ ਨੂੰ ਵੀ ਮਿਲਣਗੇ ਜੀ। ਪਰ ਜਿੰਨਾ ਕੁ ਹੁਣ ਬੋਲ ਬਰਾਲਾ ਹੋ ਚੁੱਕਿਆ, ਉਸ ਤੋਂ ਬਾਅਦ ਲੱਗਦਾ ਆ ਕਿ ਫੇਰ ਇੱਕ ਵਾਰ ਇਹਨਾਂ ਦੀ ਸ਼ਾਂਤੀ ਜਿਹੜੀ ਆ ਉਹ ਹੋ ਜਾਣੀ ਆ ਜੀ, ਇਦਾਂ ਲੱਗਦਾ। ਮੇਰੀ ਕੋਈ ਸੂਤਰਾਂ ਵਾਲੀ ਗੱਲ ਨਹੀਂ ਹੈਗੀ, ਸਿਰਫ ਆਪਸ ਦੀ ਗੱਲ ਆ ਕਿ ਇਵੇਂ ਲੱਗਦਾ। ਹੁਣ ਉਹਦੀ ਵਜ੍ਹਾ ਇਹ ਵੀ ਆ ਕਿ ਇਹਨਾਂ ਦੇ ਪਿੱਛੇ ਕੁਝ ਰਣਨੀਤੀਕਾਰ ਵੀ ਨੇ ਜਿਨ੍ਹਾਂ ਨੇ ਇਹਨਾਂ ਗੱਲਾਂ ਨੂੰ ਕਾਫੀ ਉਲਝਾ ਲਿਆ ਸੀ। ਬਿਲਕੁਲ, ਤੇ ਹੁਣ ਜਿੱਦਾਂ ਅੱਜ ਰਵਨੀਤ ਬਿੱਟੂ ਨੇ ਕਿਹਾ ਕਿ ਮਹੀਨੇ ਤੇ 3-4 ਰਹਿ ਗਏ, ਸਾਨੂੰ ਤੁਹਾਨੂੰ ਕਿਸੇ ਗੱਲ ਲਈ ਇਦਾਂ ਲੱਗ ਸਕਦਾ ਕਿ 3-4 ਮਹੀਨੇ ਜਾਂ 5 ਮਹੀਨੇ ਬਹੁਤ ਲੰਬਾ ਸਮਾਂ ਆ, ਪਰ ਇੱਕ ਵੱਡੀ ਸਟੇਟ ਆ, 125 ਦੇ ਕਰੀਬ 117 ਸੀਟਾਂ ਨੇ ਇਲੈਕਸ਼ਨ ਲੜਨੀਆਂ ਨੇ, ਤੇ ਉਸ ਚੀਜ਼ ਨੂੰ ਲੈ ਕੇ, ਉਸ ਸਾਰੀ ਮੈਨੇਜਮੈਂਟ ਨੂੰ ਲੈ ਕੇ, ਉਹ ਸਾਰੀਆਂ ਗਿਣਤੀਆਂ ਮਿਣਤੀਆਂ ਕਰਨ ਲਈ, ਉਹ ਸਾਰੇ ਚੋਣ ਦੌਰੇ ਬਣਾਉਣ ਲਈ ਹੁਣ ਸਮਾਂ ਜਿਹੜਾ ਆ ਉਹ ਥੋੜਾ ਰਹਿ ਗਿਆ। ਤੇ ਮੈਨੂੰ ਲੱਗਦਾ ਆ ਕਿ ਹੁਣ ਹਾਈ ਕਮਾਂਡ ਵੀ ਇਹਨਾਂ ਨੂੰ ਇਸ ਤਰੀਕੇ ਨਾਲ ਸਮਝਾਵੇਗੀ, ਤੇ ਇਹਨਾਂ ਦਾ ਜਿਹੜਾ ਰਣਨੀਤੀਕਾਰ ਆ ਪ੍ਰਸ਼ਾਂਤ ਕਿਸ਼ੋਰ, ਉਹ ਵੀ ਇਹਨਾਂ ਨਾਲ ਗੱਲ ਜ਼ਰੂਰ ਕਰੇਗਾ ਕਿ ਇਦਾਂ ਨਾ ਕਰੋ, ਹੁਣ ਬਹੁਤ ਹੋ ਗਿਆ, ਜਿੰਨਾ ਕਰੌਲਾ ਪਾਉਣਾ ਸੀ, ਜਿੰਨੇ ਕੁ ਮੁੱਦੇ ਆਪਾਂ ਖਲੇਰਨੇ ਸੀ, ਸਮਾਂ ਕੱਢਣਾ ਸੀ, ਉਹ ਕੱਢ ਲਿਆ, ਤੇ ਹੁਣ ਅਸੀਂ ਇਕਜੁੱਟਤਾ ਦਿਖਾਈਏ। ਜੇ ਸ਼ਰਮਾ ਜੀ, ਇਹ ਵੀ ਹੋ ਸਕਦਾ ਹੈ ਕਿ ਜਿਵੇਂ ਚੋਣਾਂ ਆ ਰਹੀਆਂ ਨੇ ਕੋਲ, ਹਨਾ, ਉਹਦੇ ਵਿੱਚ ਪਹਿਲਾਂ ਸਾਰੇ ਮੁੱਦਿਆਂ ਨੂੰ ਵਾਪਸ ਤੋਂ ਕਿਉਂਕਿ ਉਭਾਰਨਾ ਸੀ, ਤਾਂ ਉਹਦਾ ਵੀ ਇਹ ਸਿਆਸੀਕਰਨ ਕੀਤਾ ਗਿਆ ਹੋਏ। ਬਿਲਕੁਲ 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 ਇਦਾਂ ਹੀ ਆ। ਤੇ ਦੂਸਰੀ ਗੱਲ ਇਹ ਵੀ ਆ ਕਿ ਇਹ ਗੱਲ ਸੱਚਾਈ ਆ ਕਿ ਚਾਹੇ ਉਹ ਸਿਆਸੀਕਰਨ ਜਿਹੜਾ ਆ ਮੁੱਦਿਆਂ ਦਾ ਹੋਇਆ, ਚਾਹੇ ਉਹ ਕੁਰਸੀ ਦੀ ਲੜਾਈ ਦੋਨਾਂ ਦੇ ਵਿੱਚ ਆਪਸ 'ਚ ਆ, ਤੇ ਚਾਹੇ ਇਹ ਉਸ ਤੀਸਰੀ ਧਿਰ ਦੀ ਜਿਹਨੂੰ ਅਸੀਂ ਚੋਣ ਰਣਨੀਤੀਕਾਰ ਕਹਿੰਦੇ ਆ ਉਹਦੀ ਸਲਾਹ ਸੀ, ਪਰ ਉਹਦੇ ਬਾਵਜੂਦ ਵੀ ਦੋਨਾਂ ਦੀ ਅੱਖ, ਕੈਪਟਨ ਅਮਰਿੰਦਰ ਸਿੰਘ ਦੀ ਵੀ ਤੇ ਨਵਜੋਤ ਸਿੰਘ ਸਿੱਧੂ ਦੀ ਵੀ, ਧਿਆਨ ਉਸੇ ਗੱਲ ਤੇ ਆ ਕਿ 22 ਤੱਕ ਆਪਾਂ ਜਿੱਤੀਏ ਵੀ ਤੇ ਮੁੱਖ ਮੰਤਰੀ ਵੀ ਬਣੀਏ। ਤੇ ਇੰਨਾ ਕਲੈਸ਼ ਆ ਕਿ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਜੇ ਇੱਕ ਦੂਜੇ ਨੂੰ ਕਿਸੇ ਨੂੰ ਉਪ ਮੁੱਖ ਮੰਤਰੀ ਵੀ ਬਣਾ ਦਈਏ ਤਾਂ ਵੀ ਮਸਲਾ ਹੱਲ ਨਹੀਂ ਹੋਣ ਵਾਲਾ। ਬਿਲਕੁਲ, ਹਾਈ ਕਮਾਂਡ ਕੋਲ ਸ਼ਾਇਦ ਇਹੋ ਜਿਹਾ ਕੋਈ ਫੈਸਲਾ ਹੋਵੇ ਕਿ ਤੁਹਾਨੂੰ ਕੁਝ ਚੀਜ਼ਾਂ ਇੰਡੀਪੈਂਡੈਂਟ ਦੇ ਦਿਆਂਗੇ ਤੇ ਤੁਸੀਂ ਉਸ ਮਸਲਿਆਂ ਨੂੰ ਹੱਲ ਕਰੋ। ਜੇਕਰ ਪਿਛਲੇ 4.5 ਸਾਲ ਦੀ ਗੱਲ ਕਰੀਏ ਜਾਂ ਪਿਛਲੇ ਸ਼ਾਸਨ ਦੀ ਗੱਲ ਕਰੀਏ, ਤੇ ਕੈਪਟਨ ਸਾਹਿਬ ਨੋ ਡਾਊਟ ਇਸ ਪੂਰੀ ਸਿਸਟਮ ਦੇ ਵਿੱਚ ਫੇਲ ਨਜ਼ਰ ਆਏ ਆ। ਕੋਈ ਵੀ ਉਹਨਾਂ ਨੇ ਜਿਹੜਾ ਮੁੱਦਾ ਸੀ ਉਹਨੂੰ ਸਥਿਰਤਾ ਨਾਲ, ਕਠੋਰਤਾ ਨਾਲ, ਦ੍ਰਿੜਤਾ ਨਾਲ ਹੱਲ ਨਹੀਂ ਕੀਤਾ। ਜੇ ਉਹਨਾਂ ਨੇ 50% ਨੰਬਰ ਵੀ ਆਪਣੇ ਕਾਰਜਕਾਲ 'ਚ ਲਏ ਹੁੰਦੇ ਤਾਂ ਫਿਰ ਸਿੱਧੂ ਨੂੰ ਬੋਲਣ ਦਾ ਮੌਕਾ ਨਹੀਂ ਸੀ ਮਿਲਣਾ, ਇਹ ਗੱਲ ਤੇ ਪੱਕੀ ਆ। ਬਿਲਕੁਲ, ਨਾਲ ਹੋਰ ਮੰਤਰੀਆਂ ਨੇ ਵੀ ਉਂਗਲੀ ਤਾਂ ਫੇਰ ਚੁੱਕੀ ਜਾਂਦੀ ਹੈ ਨਾ ਜਦੋਂ ਤੁਹਾਡੇ 'ਚ ਕਮੀਆਂ ਹੋਣ। ਬਿਲਕੁਲ, ਜੇਕਰ ਜਿੰਨੇ ਮੁੱਦਿਆਂ ਦੀ ਅਸੀਂ ਗੱਲ ਕਰਦੇ ਹਾਂ, ਜਿੰਨੇ ਮੁੱਦਿਆਂ ਨੂੰ ਉਠਾ ਕੇ 17 ਦੇ ਵਿੱਚ ਇਹਨਾਂ ਨੇ ਵੋਟਾਂ ਲਈਆਂ ਸੀ, ਉਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਮਸਲਾ ਸੀ ਉਹ ਹੱਲ ਨਹੀਂ ਕੀਤਾ। ਬਿਲਕੁਲ, ਦੇਖੋ ਜੇ ਅਸੀਂ ਪੰਜਾਬ ਵਰਗੀ ਸਟੇਟ ਦੀ ਗੱਲ ਕਰੀਏ ਤੇ ਜਦੋਂ ਅਸੀਂ ਉਹਦਾ ਆਰਥਿਕ ਤੱਤ ਦੇਖਦੇ ਹਾਂ ਤੇ ਉਹ ਪੂਰੇ ਹਿੰਦੁਸਤਾਨ ਦੇ ਵਿੱਚੋਂ ਕਿੰਨੀ ਥੱਲੇ ਜਾ ਰਹੀ ਹੈ। ਬਿਲਕੁਲ, ਪਾਣੀ ਦਾ ਮਸਲਾ ਜਿਹੜਾ ਆ ਉਹ ਵੱਖਰਾ ਹੋਇਆ, ਕਿਸਾਨੀ ਵਾਲਾ ਮਸਲਾ ਜਿਹੜਾ ਆ ਉਹ ਵੱਖਰਾ ਦੁਖਦਾ ਪਿਆ, ਦਿਸਦਾ ਪਿਆ।
ਤੇ ਨਸ਼ੇ ਵਾਲੀ ਜਿਹੜੀ ਗੱਲ ਆ ਉਹ ਮੈਂ ਕੱਲ ਦੀ ਪਰਸੋਂ ਦੀ ਅਖਬਾਰ ਦੇ ਵਿੱਚ ਦੇਖਦਾ ਸੀ। ਹੁਸ਼ਿਆਰਪੁਰ ਛੋਟਾ ਜਿਹਾ ਜ਼ਿਲ੍ਹਾ ਤੇ ਉਹਦੇ ਵਿੱਚ ਮੇਰੇ ਆਲੇ ਦੁਆਲੇ ਹੀ 3 ਪਿੰਡਾਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਜਿਹੜੀ ਆ ਉਹ ਨਸ਼ੇ ਦੀ ਓਵਰਡੋਜ਼ ਨਾਲ ਹੋਈ ਆ। ਸੋ ਸਾਡੇ ਆਲੇ ਦੁਆਲੇ ਕਿੰਨਾ ਸੇਕ ਆ ਇਹਨਾਂ ਮੁੱਦਿਆਂ ਦਾ, ਇਹਨਾਂ ਸਮੱਸਿਆਵਾਂ ਨੂੰ ਲੈ ਕੇ, ਜਿਹਨੂੰ ਤੁਸੀਂ ਸਮਝ ਸਕਦੇ ਆ। ਤੁਸੀਂ ਅੱਜ ਕੋਈ ਛੋਟਾ ਜਿਹਾ ਕੰਸਟਰਕਸ਼ਨ ਸ਼ੁਰੂ ਕਰ ਲਓ ਤੇ ਫਿਰ ਪਤਾ ਲੱਗਦਾ ਕਿ ਰੇਤ ਮਾਈਨਿੰਗ ਜਿਹੜੀ ਆ ਉਹ ਕਿਸ ਲੈਵਲ ਤੱਕ ਹੋ ਰਹੀ ਆ। ਬਿਲਕੁਲ ਤੁਸੀਂ ਇੱਥੋਂ ਬੈਠ ਕੇ, ਚਾਹੇ ਹੁਣ ਲੇਡੀਜ਼ ਲਈ ਬੱਸ ਸਰਵਿਸ ਫ੍ਰੀ ਕਰ ਦਿੱਤੀ ਆ, ਪਰ ਕਿਸੇ ਸਰਕਾਰੀ ਬੱਸ 'ਚ ਇੱਥੋਂ ਬੈਠ ਕੇ ਜਲੰਧਰ ਤੋਂ ਲੁਧਿਆਣੇ ਤੱਕ ਜਾਂ ਪਠਾਨਕੋਟ ਤੱਕ ਸਫ਼ਰ ਕਰਕੇ ਦੇਖੋ, ਫਿਰ ਪਤਾ ਲੱਗਦਾ ਕਿ ਸਰਕਾਰੀ ਬੱਸਾਂ ਦੇ ਹਾਲਾਤ ਕੀ ਨੇ। ਬਿਲਕੁਲ। ਸੋ ਜਿਹੜੇ ਉਹ ਮੁੱਦੇ ਨੇ ਉਹਨਾਂ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਆ, ਪਰ ਉਹ ਹਰੀਸ਼ ਰਾਵਤ ਕਿੱਦਾਂ ਕਰ ਪਾਉਣਗੇ ਕਿੱਦਾਂ ਨਹੀਂ ਕਰ ਪਾਉਣਗੇ ਉਹ ਹਾਲੇ ਦੂਰ ਦੀ ਗੱਲ ਲੱਗਦੀ ਆ। ਮੇਰਾ ਇਹ ਕਹਿਣ ਦੇ ਪਿੱਛੇ ਇਹ ਵੀ ਇੱਕ ਤੱਤ ਨਜ਼ਰ ਆਉਂਦਾ ਮੈਨੂੰ ਕਿ ਹੁਣ ਇਹਨਾਂ ਨੇ ਠੀਕ ਹੋ ਜਾਣਾ ਜਾਂ ਹੁਣ ਇਹ ਥੋੜੀ ਦੇਰ ਲਈ ਇਸ ਸਿਸਟਮ ਨੂੰ ਫਿਰ ਠੀਕ ਕਰ ਲੈਣਗੇ। ਉਹਦੀ ਵੱਡੀ ਵਜ੍ਹਾ ਹਰਪ੍ਰੀਤ ਜੀ ਇਹ ਵੀ ਨਜ਼ਰ ਆ ਰਹੀ ਆ ਕਿ ਅਕਾਲੀ ਦਲ ਇਸ ਦੌੜ ਦੇ ਵਿੱਚ ਇਹਨਾਂ ਨੂੰ ਕਾਫੀ ਅੱਗੇ ਨਜ਼ਰ ਆ ਰਿਹਾ ਤੇ ਉਹ ਟੱਕਰ ਵੀ ਦਿੰਦਾ ਜਾਪਦਾ। ਚਾਹੇ ਕਿਸਾਨੀ ਅੰਦੋਲਨ ਤੇ ਉਹਨਾਂ ਦੀ ਮਾਰ ਸੀ ਤੇ ਉਹਨਾਂ ਦਾ ਹੱਥ ਇਸ ਗੱਲ ਦੇ ਵਿੱਚ ਆਉਂਦਾ ਸੀ, ਪਰ ਫਿਰ ਵੀ ਸੁਖਬੀਰ ਬਾਦਲ ਨੇ ਜਿੱਦਾਂ ਆਪਣੇ ਝੋਲੇ 'ਚ ਸਾਰੀਆਂ ਟਿਕਟਾਂ ਪਾਈਆਂ ਆ, ਇੱਥੇ ਜਾਂਦੇ ਉੱਥੇ ਦੇ ਆਉਂਦੇ, ਉੱਥੇ ਜਾਂਦੇ ਉੱਥੇ ਵੰਡ ਦਿੰਦੇ ਨੇ, ਭਾਵੇਂ ਲੋਕਾਂ ਦਾ ਵਿਰੋਧ ਵੀ ਉਹਨਾਂ ਦੇ ਸਾਹਮਣੇ ਆ, ਪਰ ਕਿਉਂਕਿ ਉਹ ਲੋਕਲ ਪਾਰਟੀ ਨੇ, ਖੇਤਰੀ ਪਾਰਟੀ ਆ ਤੇ ਉਹਨਾਂ ਕੋਲ ਅਧਿਕਾਰ ਸਾਰੇ ਨੇ ਤੇ ਇਹਨਾਂ ਨੇ ਉਹ ਸਾਰੀਆਂ ਸੂਚੀਆਂ, ਉਹ ਸਾਰੇ ਸਰਵੇ, ਉਹ ਹੱਲੇ ਕੈਂਡੀਡੇਟ ਲੱਭਣੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਕਰਨੀਆਂ। ਇਸ ਕਰਕੇ ਮੈਨੂੰ ਲੱਗਦਾ ਕਿ ਜੇ ਇਹਨਾਂ ਦੇ ਦਿਮਾਗ ਦੇ ਵਿੱਚ 22 ਦੀਆਂ ਇਲੈਕਸ਼ਨ ਹੈਗੀਆਂ ਤੇ ਹੁਣ ਇਹ ਉਸ ਮਸਲੇ ਨੂੰ ਪੈਚਅਪ ਕਰਕੇ ਤੇ ਇਲੈਕਸ਼ਨ ਵੱਲ ਨੂੰ ਅੱਗੇ ਵਧਣਗੇ। ਜੀ, ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸੁਖਬੀਰ ਬਾਦਲ ਤਾਂ 1 ਮੈਨ ਆਰਮੀ ਹੈ, ਉਹ ਜਿੱਥੇ ਜਾਂਦੇ ਆਪਣੀਆਂ ਟਿਕਟਾਂ ਵੰਡ ਦਿੰਦੇ ਆ ਤੇ ਇਸ ਗੱਲੋਂ ਉਹ ਪੰਜਾਬ ਦੇ ਵਿੱਚ ਨੰਬਰ ਲੈਂਦੇ ਨਜ਼ਰ ਆ ਰਹੇ ਨੇ। ਤੇ ਆਪਾਂ ਗੱਲ ਕਰ ਰਹੇ ਸੀ ਕਿ ਹਰੀਸ਼ ਰਾਵਤ ਦਾ ਦੌਰਾ ਅੱਜ ਸ਼ਾਇਦ ਹੋ ਸਕਦਾ ਹੈ ਕਿ ਉਹ ਸੁਲ੍ਹਾ ਸਫਾਈ ਕਿਤੇ ਕਰਵਾ ਦੇਣ, ਪਰ ਹਾਈ ਕਮਾਂਡ ਦਾ ਕੋਈ ਰੋਲ ਨਜ਼ਰ ਨਹੀਂ ਆ ਰਿਹਾ ਇਹਦੇ ਵਿੱਚ। ਤੇ ਹਾਈ ਕਮਾਂਡ ਦੇ ਵਿੱਚ ਰਾਹੁਲ ਗਾਂਧੀ ਵੀ ਆਉਂਦੇ ਨੇ ਤੇ ਰਾਹੁਲ ਗਾਂਧੀ ਨੇ ਜਲਿਆਂਵਾਲੇ ਬਾਗ ਤੇ ਪ੍ਰਧਾਨ ਮੰਤਰੀ ਨੂੰ ਬਹੁਤ ਕੁਝ ਕਹਿ ਦਿੱਤਾ। ਕੀ ਕਿਹਾ ਹੈ ਰਾਹੁਲ ਗਾਂਧੀ ਨੇ, ਜਾਣਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹਾਂ ਜੀ। ਰਾਹੁਲ ਗਾਂਧੀ ਦੀ ਗੱਲ ਕਰ ਰਹੇ ਸੀ ਅਸੀਂ ਸ਼ਰਮਾ ਜੀ ਕਿ ਰਾਹੁਲ ਗਾਂਧੀ ਨੇ ਜਲਿਆਂਵਾਲੇ ਬਾਗ ਤੇ ਟਵੀਟ ਕੀਤਾ। ਹਾਲਾਂਕਿ ਜੇ ਅਸੀਂ ਕਹੀਏ ਕਿ ਜਲਿਆਂਵਾਲੇ ਬਾਗ ਦਾ ਨਵੀਨੀਕਰਨ, ਸੁੰਦਰੀਕਰਨ ਕੀਤਾ ਗਿਆ ਹੈ ਤੇ ਭਾਜਪਾ ਇਸ ਨੂੰ ਆਪਣੇ ਲਈ ਬੜਾ ਮਾਣ ਵਾਲੀ ਗੱਲ ਸਮਝ ਰਹੀ ਹੈ, ਪਰ ਲੋਕ, ਜੇ ਦੇਖਿਆ ਜਾਏ ਤਾਂ ਲੋਕ ਇਸ ਤੇ ਕਾਫੀ ਸੋਸ਼ਲ ਮੀਡੀਆ ਤੇ ਬੋਲ ਰਹੇ ਨੇ ਕਿ ਇਹ ਨਵੀਨੀਕਰਨ ਨਹੀਂ ਹੋਣਾ ਚਾਹੀਦਾ ਸੀ ਤੇ ਰਾਹੁਲ ਗਾਂਧੀ ਨੇ ਵੀ ਇੰਨੀ ਗੱਲ ਕਹਿ ਦਿੱਤੀ ਕਿ ਇਹ ਤਾਂ ਸ਼ਹੀਦਾਂ ਦਾ ਅਪਮਾਨ ਹੈ। ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਉਸ ਬਾਗ ਦਾ ਪੁਨਰ ਨਿਰਮਾਣ ਕੀਤਾ ਗਿਆ, ਉਹਦੇ 'ਚ ਕੁਝ ਚੇਂਜਸ ਕੀਤੀਆਂ ਗਈਆਂ, ਉਹਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਾਂ ਫਿਰ ਤੁਸੀਂ ਕਹੋ ਕਿ ਲੋਕ ਕਹਿ ਰਹੇ ਨੇ ਕਿ ਉਹਦਾ ਭਗਵਾਂਕਰਨ ਕੀਤਾ ਗਿਆ, ਉਹਦਾ ਭਾਜਪਾਈਕਰਨ ਕਰ ਲਿਆ ਗਿਆ, ਉਹਦੇ 'ਚ ਕੁਝ ਇਹੋ ਜਿਹੀਆਂ ਚੇਂਜਸ ਕਰ ਲਈਆਂ ਗਈਆਂ। ਇਹ ਮੈਂ ਪਹਿਲਾਂ ਵੀ ਕਈ ਵਾਰ ਕਹਿੰਦਾ ਤੇ ਮੈਂ ਇਕੱਲਾ ਨਹੀਂ ਕਹਿੰਦਾ ਕਿ ਜਿਹੜੇ ਲੋਕ ਰਾਜਨੀਤੀ ਨੂੰ ਦੇਖਦੇ, ਸੁਣਦੇ, ਸਮਝਦੇ ਨੇ, ਜਾਂ ਜਿਹੜੇ ਬੀਜੇਪੀ ਦੀ ਵੱਖਰੀ ਵਿਚਾਰਧਾਰਾ ਨੂੰ ਅਸੀਂ ਜਦੋਂ ਦੇਖਦੇ ਹਾਂ ਤੇ ਇਸ ਗੱਲ ਤੋਂ ਸਮਝ ਲੱਗਦੀ ਆ ਕਿ ਉਹ ਬਹੁਤ ਕੁਝ ਇਸ ਮੁਲਕ ਦੇ ਵਿੱਚ ਬਦਲਣਾ ਚਾਹੁੰਦੇ ਨੇ ਜੀ। ਪਰ ਇਹਦਾ ਇੱਕ ਗੱਲ ਇਹ ਵੀ ਆ ਕਿ ਕੋਈ ਵੀ ਪਾਰਟੀ ਜਿਹੜੀ ਸੱਤਾ 'ਚ ਹੋਵੇ ਉਹ ਆਪਣੇ ਢੰਗ ਤਰੀਕੇ ਸਮਾਜ ਦੇ ਉੱਤੇ ਲਾਗੂ ਜ਼ਰੂਰ ਕਰਦੀ ਹੈ। ਕੋਸ਼ਿਸ਼ ਉਹਨਾਂ ਦੀ ਰਹਿੰਦੀ ਆ ਕਿ ਸਮਾਜ ਦੇ ਵਿੱਚ ਅਸੀਂ ਇੰਨਾ ਕੁ ਪਰਿਵਰਤਨ ਕਰੀਏ ਕਿ ਜਿਹੜੀ ਸਾਡੀ ਵਿਚਾਰਧਾਰਾ ਆ ਉਹਨੂੰ ਹੀ ਸਹੀ ਮੰਨਿਆ ਜਾਵੇ ਤਾਂ ਲੱਗੇ। ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਲਿਬਰਲਸ ਨੇ ਜਾਂ ਡੈਮੋਕ੍ਰੈਟਸ ਨੇ ਜਾਂ ਜਿਹੜੇ ਪੁਰਾਣੇ ਵਿਚਾਰਾਂ ਦੇ ਲੋਕ ਨੇ ਉਹ ਦੂਸਰੇ ਤਰੀਕੇ ਨਾਲ ਸੋਚਦੇ ਨੇ, ਜਿਹੜੇ ਲਿਬਰਲਸ ਨੇ ਉਹ ਹੋਰ ਤਰੀਕੇ ਨਾਲ ਸੋਚਦੇ ਨੇ। ਇੱਥੇ ਵੀ ਇਦਾਂ ਹੀ ਆ। ਕਮਿਊਨਿਸਟ ਚਾਹੁੰਦੇ ਨੇ ਕਿ ਅਸੀਂ ਕਮਿਊਨਿਜ਼ਮ ਨੂੰ ਫੋਲੋ ਕਰਾਈਏ, ਜਿਹੜੇ ਸੱਜੇ ਪੱਖੀ ਨੇ ਉਹ ਕਹਿੰਦੇ ਆ ਕਿ ਨਹੀਂ, ਸਾਨੂੰ ਕੈਪੀਟਲਿਜ਼ਮ ਜਿਹੜਾ ਆ, ਕਾਰਪੋਰੇਟ ਵਾਲਾ ਸਿਸਟਮ ਆ, ਉਹੀ ਚੰਗਾ ਲੱਗਦਾ। ਪਰ ਬੀਜੇਪੀ ਇੱਥੇ ਸਿਰਫ ਔਰ ਸਿਰਫ ਆਰਥਿਕਤਾ ਦੇ ਨਜ਼ਰੀਏ ਨਾਲ ਜਾਂ ਕੈਪੀਟਲਿਜ਼ਮ ਦੇ ਨਜ਼ਰੀਏ ਨੂੰ ਛੱਡ ਕੇ ਵੀ ਇੱਕ ਹੋਰ ਵੱਖਰਾ ਨਜ਼ਰੀਆ ਜਿਹੜਾ ਆ ਧਰਮ ਦਾ ਜਾਂ ਜਾਤੀਗਤ ਵਾਲਾ ਜਿਹੜਾ ਮੁੱਦਾ ਆ ਉਹਦੇ ਤੇ ਜ਼ਿਆਦਾ ਧਿਆਨ ਦਿੰਦੇ ਆ। ਬੀਤੇ 'ਚ ਅਸੀਂ ਦੇਖੀਏ ਸੋਸ਼ਲ ਮੀਡੀਆ ਜਿਹੜਾ ਆ ਉਹਦੀ ਜਿਹੜੀ ਵਰਤੋਂ ਆ ਉਹ ਬਹੁਤ ਨਿੱਠ ਕੇ ਹੋਈ ਇਸ ਮਸਲੇ ਦੇ। ਬਿਲਕੁਲ। ਹਾਲਾਂਕਿ ਸੋਸ਼ਲ ਮੀਡੀਆ ਨੂੰ ਜੇ ਅਸੀਂ ਰਾਜਨੀਤੀ 'ਚ ਵਰਤਣ ਦੀ ਗੱਲ ਕਰੀਏ ਤੇ ਉਹ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਜ਼ਿਆਦਾ ਕੀਤੀ ਸੀ। ਜਦੋਂ ਉਹਨਾਂ ਨੇ ਪਹਿਲੀ ਵਾਰ ਇਲੈਕਸ਼ਨ ਲੜੀਆਂ ਤੇ ਉਹਨਾਂ ਨੇ ਸਾਰਾ ਜਿਹੜੀ ਇਲੈਕਸ਼ਨ ਸੀ ਉਹ ਸੋਸ਼ਲ ਮੀਡੀਆ ਤੇ ਹੀ ਕੀਤੀ, ਉਹਨਾਂ ਦੀ ਕੰਪੇਨ ਸਾਰੀ ਕੰਪੇਨ ਜਿਹੜੀ ਉੱਥੇ ਕੀਤੀ। ਪਰ ਹੁਣ ਅੱਜ ਦੀ ਡੇਟ ਦੇ ਵਿੱਚ ਫਿਰ ਜਿਹੜੀ ਵੀ ਧਿਰ ਸੱਤਾ 'ਚ ਹੁੰਦੀ ਆ ਉਹਦੇ ਕੋਲ ਜ਼ਿਆਦਾ ਸਾਧਨ ਹੈ, ਜ਼ਿਆਦਾ ਮੈਨ ਪਾਵਰ ਵੀ ਆ ਤੇ ਜ਼ਿਆਦਾ ਪੈਸੇ ਵੀ ਨੇ ਤੇ ਉਹ ਉਸ ਚੀਜ਼ ਨੂੰ ਜਿਹੜੀ ਆ ਆਪਣੇ ਗਿਣੇ ਮਿੱਥੇ ਤਰੀਕੇ ਦੇ ਨਾਲ ਪੂਰੇ ਮੁਲਕ ਦੇ ਵਿੱਚ ਉਸ ਚੀਜ਼ ਨੂੰ ਚਲਾ ਸਕਦੀ ਹੈ। ਬਿਲਕੁਲ। CSDS ਦੇ ਬੜੇ ਮਾਹਰ ਨੇ, ਇੱਕ ਅਭੈ ਦੁਬੇ, ਜਦੋਂ ਉਹਨਾਂ ਦੇ ਨਾਲ ਗੱਲ ਕਰਦੇ ਆ ਜਾਂ ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਉਹ ਇਹਦੇ ਲਈ ਇੱਕ ਨਵੀਂ ਭਾਸ਼ਾ ਵਰਤਦੇ ਆ। ਉਹ ਕਹਿੰਦੇ ਕਿ ਬੀਜੇਪੀ
ਸਾਰੇ ਭਾਰਤ ਨੂੰ, ਸਾਰੇ ਭਾਰਤੀ ਸਮਾਜ ਨੂੰ, ਸਾਰੇ ਇਸ ਖਿੱਤੇ ਨੂੰ ਇੱਕੋ ਹੀ ਲਾਈਨ 'ਚ ਤੋਰਨਾ ਚਾਹੁੰਦੀ ਹੈ। ਬਿਲਕੁਲ। ਉਹ ਇੱਕ ਆਗਿਆ ਪਾਲਕ ਸਮਾਜ ਨਾਂ ਦੀ ਗੱਲ ਕਰਦੇ ਆ ਕਿ ਇਹ ਪੂਰੇ ਭਾਰਤ ਦੇ ਵਿੱਚ ਇੱਕ ਆਗਿਆ ਪਾਲਕ ਸਮਾਜ ਬਣਾਉਣਾ ਚਾਹੁੰਦੇ ਆ। ਉਹ ਚਾਹੁੰਦੇ ਹੀ ਨਹੀਂ ਕਿ ਕੋਈ ਐਸਾ ਜਿਹਾ ਐਸੀ ਸ਼ਖਸ ਹੋਵੇ, ਕੋਈ ਐਸਾ ਦਿਮਾਗ ਹੋਵੇ, ਕੋਈ ਐਸੀ ਸੋਚ ਹੋਵੇ ਜਿਹੜੀ ਸਾਡੇ ਵਿਰੋਧ ਦੀ ਗੱਲ ਕਰੇ। ਬਿਲਕੁਲ, ਉਹਨਾਂ ਦੀ ਸੋਚ ਦੇ ਉਲਟ ਕੋਈ ਨਾ ਬੋਲੇ। ਉਲਟ ਕੋਈ ਨਾ ਬੋਲੇ। ਫਿਰ ਜਦੋਂ ਅਸੀਂ ਕਵੀ ਬੰਦਿਆਂ ਦੀ ਗੱਲ ਸੁਣਦੇ ਤਾਂ ਉਹ ਫਿਰ ਗੁਲਜ਼ਾਰ ਸਾਹਿਬ ਇਹਨਾਂ ਦੀਆਂ ਗੱਲਾਂ ਨੂੰ ਕਈ ਵਾਰ, ਜਾਂ ਜਾਵੇਦ ਅਖਤਰ ਇਹਨਾਂ ਦੀਆਂ ਗੱਲਾਂ ਨੂੰ ਇਦਾਂ ਕੱਟਦੇ ਆ ਕਿ ਇਹਨਾਂ ਨੇ ਹੁਕਮ ਕੀਤਾ ਆ ਕਿ ਹੁਣ ਹਵਾ ਵੀ ਉਸੇ ਸਪੀਡ 'ਚ ਵਗੇ ਜਿਸ ਸਪੀਡ ਦੇ ਵਿੱਚ ਰਾਜਾ ਚਾਹੁੰਦਾ, ਤੇ ਕੱਪੜੇ ਵੀ ਸਾਰੇ ਉਹੀ ਪਾਉਣ ਜਿਹੋ ਜਿਹੇ ਰਾਜਾ ਚਾਹੁੰਦਾ, ਫੁੱਲ ਵੀ ਉਸੇ ਤਰ੍ਹਾਂ ਉਸੇ ਰੰਗ ਦੇ ਖਿੜਨ ਜਿਹੋ ਜਿਹੇ ਰਾਜਾ ਚਾਹੁੰਦਾ। ਸੋ ਇਹ ਸਾਰੇ ਮੁਲਕ ਦੇ ਵਿੱਚ ਇੱਕ ਖਾਸ ਤਰ੍ਹਾਂ ਦੀਆਂ ਚੇਂਜਸ ਲਿਆਉਣ ਦੀ ਗੱਲ ਜਿਹੜੇ ਇਹ ਸਰਕਾਰ ਜਿਹੜੀ ਆ, ਜਾਂ ਇਹਨਾਂ ਦੀ ਜਿਹੜੀ ਪਾਰਟੀ ਆ, ਜਾਂ ਇਹਨਾਂ ਨੂੰ ਜਿਹੜੀ ਸੇਧ ਦੇਣ ਵਾਲੀ ਧਿਰ ਆ ਪਿੱਛੇ RSS, ਉਹ ਇਹੋ ਜਿਹਾ ਸਿਸਟਮ ਬਣਾ ਰਹੀ ਆ। ਅਸੀਂ ਗੱਲ ਕਰਦੇ ਸੀ ਜਲਿਆਂਵਾਲੇ ਬਾਗ ਦੇ ਉੱਤੇ ਰਾਹੁਲ ਗਾਂਧੀ ਦੇ ਟਵੀਟ ਦੀ, ਤੇ ਜਦੋਂ ਇੱਕ ਸੱਤਾਧਾਰੀ ਧਿਰ ਆਪਣੇ ਤਰੀਕੇ ਦੇ ਨਾਲ, ਆਪਣੀ ਸੋਚ ਨਾਲ ਕੰਮ ਕਰ ਰਹੀ ਆ, ਤੇ ਜਿਹੜੀ ਦੂਜੇ ਪਾਸੇ ਧਿਰ ਬੈਠੀ ਆ, ਵਿਰੋਧੀ ਧਿਰ, ਉਹਨੂੰ ਤਕਲੀਫ ਤਾਂ ਹੋਣੀ ਆ। ਬਿਲਕੁਲ। ਪਰ ਉਹਨਾਂ ਦੀ ਤਕਲੀਫ ਦਾ ਕਾਰਨ ਇਹਨਾਂ ਦੀਆਂ ਗੱਲਾਂ ਦੇ ਨਾਲੋਂ ਉਹਨਾਂ ਦਾ ਟੁਕੜੇ ਹੋਣਾ ਜਿਹੜਾ ਉਹ ਜ਼ਿਆਦਾ ਵੱਡਾ ਹੈ। ਵਿਰੋਧੀ ਧਿਰ ਜੇ ਇੱਕ ਸੰਗਠਿਤ ਭੂਮਿਕਾ ਦੇ ਵਿੱਚ ਹੋਵੇ ਤਾਂ ਫਿਰ ਉਹ ਜਿਹੜੀਆਂ ਚੀਜ਼ਾਂ ਆ ਸੰਭਵ ਹੋ ਸਕਦੀਆਂ। ਬਿਲਕੁਲ ਇਸੇ ਗੱਲ ਨੂੰ ਤੁਸੀਂ 20 ਸਾਲ ਜਾਂ 30 ਸਾਲ ਪਿੱਛੇ ਲੈ ਕੇ ਚਲੇ ਜਾਓ। ਜਦੋਂ ਕਾਂਗਰਸ ਬਹੁਤ ਮਜ਼ਬੂਤ ਸੀ, ਉਦੋਂ ਜਦੋਂ ਅਟਲ ਬਿਹਾਰੀ ਵਾਜਪੇਈ ਨੇ ਸਰਕਾਰ ਬਣਾਈ ਤੇ ਉਹ 22-23 ਪਾਰਟੀਆਂ ਦੀ ਮਿਲੀ ਹੋਈ ਸੀ। ਉਹ ਫਿਰ ਕਹਿੰਦੇ ਸੀ ਕਹੀਂ ਕਾ ਈਟ ਕਹੀਂ ਕਾ ਰੋੜਾ, ਭਾਨੂਮਤੀ ਨੇ ਕੁਨਬਾ ਜੋੜਾ। ਉਹ ਹਿੰਦੀ ਦੀ ਕਹਾਵਤ ਜਿਹੜੀ ਆ ਉਹ ਅਕਸਰ ਸੁਣਨ ਨੂੰ ਮਿਲਦੀ ਸੀ। ਤੇ ਹੁਣ ਫਿਰ ਜਦੋਂ BJP ਇੰਨੀ ਸਟਰੋਂਗ ਹੈ ਤੇ ਦੂਜੇ ਵਾਲੇ ਸਾਰੇ ਪਾਸੇ ਨੂੰ ਜਿਹੜਾ ਆ ਉਹ ਇਕੱਠੇ ਹੋਣਾ ਪਊਗਾ, ਫੇਰ ਹੀ ਗੱਲ ਬਣਨੀ। ਹਾਲੇ ਕਾਂਗਰਸ ਆਪ ਟੁਕੜਿਆਂ 'ਚ ਵੰਡੀ ਜਾ ਰਹੀ ਹੈ ਸਾਰੇ ਪਾਸੇ। ਬਿਲਕੁਲ, ਇੰਨੇ ਜ਼ਿਆਦਾ ਬੁਰੇ ਤਰੀਕੇ ਨਾਲ ਵੰਡੀ ਜਾ ਰਹੀ, ਟੁਕੜਿਆਂ 'ਚ ਨਹੀਂ ਵੰਡੀ ਜਾ ਰਹੀ, ਮਤਲਬ ਉਹਨਾਂ ਦੇ ਹਰ ਘਰ ਦੇ ਵਿੱਚ ਲੜਾਈ ਹੈ। ਪੰਜਾਬ ਦੇ ਵਿੱਚ ਵੱਖਰਾ ਮਸਲਾ ਛਿੜਿਆ ਹੋਇਆ, ਛੱਤੀਸਗੜ੍ਹ 'ਚ ਵੱਖਰਾ ਮਸਲਾ ਛਿੜਿਆ ਹੋਇਆ, ਮੱਧ ਪ੍ਰਦੇਸ਼ 'ਚ ਵੱਖਰਾ ਮਸਲਾ ਛਿੜਿਆ ਹੋਇਆ, ਰਾਜਸਥਾਨ 'ਚ ਵੱਖਰਾ ਮਸਲਾ ਛਿੜਿਆ ਹੋਇਆ। ਇੱਕ ਅੱਧੀ ਹੋਰ ਸਟੇਟ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਡੇ ਕੋਲ ਜਾਣਕਾਰੀ ਨਹੀਂ ਹੋਣੀ, ਪਰ ਛਿੜਿਆ ਹੋਇਆ ਹੈ। ਬਿਲਕੁਲ, ਮਤਲਬ ਕਹਿਣ ਦੀ ਗੱਲ ਹੈ ਕਿ ਹਰ ਪਾਸੇ ਉਹਨਾਂ ਦਾ ਇੱਕ ਕਲੇਸ਼ ਚੱਲਦਾ ਹੀ ਪਿਆ। ਬਿਲਕੁਲ। ਤੇ ਤੀਸਰੀ ਜਿਹੜੀ ਹੋਰ ਇੱਕ ਇੰਪੋਰਟੈਂਟ ਗੱਲ ਹੈ ਹਰਪ੍ਰੀਤ ਜੀ, ਉਹ ਇਹ ਆ ਕਿ ਸੱਤਾਧਾਰੀ ਧਿਰ ਨੇ, ਇਸ ਵਾਰ ਦੀ ਸੱਤਾਧਾਰੀ ਧਿਰ ਨੇ ਖਾਸ ਤੌਰ ਤੇ ਇਹ ਇੰਤਜ਼ਾਮ ਕੀਤੇ ਨੇ ਪਿਛਲੇ ਸਾਲਾਂ ਦੇ ਵਿੱਚ ਕਿ ਮੀਡੀਆ ਜਿਹੜਾ ਕਿ ਆਮ ਤੌਰ ਤੇ ਦੂਜੇ ਪਾਸੇ ਬੈਠ ਕੇ ਭੂਮਿਕਾ ਨਿਭਾਉਂਦਾ, ਜਿਹੜਾ ਕਿ ਸਰਕਾਰ ਨੂੰ, ਸਰਕਾਰ ਦੀਆਂ ਨੀਤੀਆਂ ਨੂੰ, ਉਹਨਾਂ ਦਾ ਸ਼ੀਸ਼ਾ ਜਿਹੜਾ ਆ ਉਹ ਦਿਖਾਉਣ ਦਾ ਕੰਮ ਕਰਦਾ ਸੀ। ਸਰਕਾਰ ਨੇ ਤੇ ਇਸ ਪਾਰਟੀ ਨੇ ਇੱਕ ਇਹੋ ਜਿਹਾ ਇੰਤਜ਼ਾਮਾਤ ਕਰ ਲਿਆ, ਇਦਾਂ ਦਾ ਸਿਸਟਮ ਡਿਵੈਲਪ ਕਰ ਲਿਆ, ਚਾਹੇ ਉਹ ਕਾਰਪੋਰੇਟਸ ਨੂੰ ਮੀਡੀਆ 'ਚ ਲੈ ਆਏ, ਚਾਹੇ ਉਹ ਮੀਡੀਆ ਹਾਊਸ ਦੇ ਉੱਤੇ ਦੇ ਲੋਕਾਂ ਨੂੰ ਰਾਜਨੀਤੀ 'ਚ ਲੈ ਗਏ, ਕਿਸੇ ਨੂੰ ਰਾਜ ਸਭਾ ਮੈਂਬਰ ਬਣਾ ਲਿਆ, ਬਿਲਕੁਲ, ਕਿਸੇ ਨੂੰ ਕਿਸੇ ਹੋਰ ਤਰੀਕੇ ਨਾਲ ਸੈੱਟ ਕਰ ਲਿਆ, ਕਿਸੇ ਨੂੰ ਡਰਾ ਕੇ ਸੈੱਟ ਕਰ ਲਿਆ, ਕਿਸੇ ਦੇ ਚੈਨਲਸ ਨੂੰ ਬੰਦ ਕਰ ਦਿੱਤਾ। ਸੋ ਹੁਣ ਜਿੰਨੇ ਵੀ ਵੱਡੇ ਅਦਾਰੇ ਨੇ, ਇੱਕਾ ਦੁੱਕਾ ਨੂੰ ਛੱਡ ਕੇ ਸਾਰੇ ਹੀ ਸਰਕਾਰ ਦਾ ਸਿਰਫ ਗੁਣਗਾਨ ਕਰਨ ਦੀ ਗੱਲ ਜਿਹੜੀ ਆ ਉਹ ਕਰਦੇ ਆ। ਰਾਹੁਲ ਗਾਂਧੀ ਜਾਂ ਗਾਂਧੀ ਫੈਮਿਲੀ ਦੀ ਗੱਲ ਜਿਹੜੀ ਆ ਉਹ ਬਹੁਤ ਧਿਆਨ ਨਾਲ ਸੁਣੀ ਜਾਂਦੀ ਸੀ। ਮੈਂ ਉਹਨਾਂ ਦਾ ਪ੍ਰਸ਼ੰਸਕ ਜਾਂ ਉਪਾਸਕ ਜਾਂ ਵਕੀਲ ਨਹੀਂ, ਪਰ ਹੁਣ ਮੈਂ ਦੇਖਦਾ ਕਿ ਬੀਤੇ ਸਮੇਂ ਦੇ ਵਿੱਚੋਂ ਉਹਨਾਂ ਨੇ ਵੀ ਆਪਣੀ ਜਿਹੜੀ ਸਾਖ ਆ ਉਹ ਗਵਾਈ ਹੈ, ਤੇ ਇਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਢਾਹ ਲਾਉਣ ਤੋਂ। ਤੇ ਉਹ ਜਿਹੜਾ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਜਿਹੜਾ ਇਹ ਜਲਿਆਂਵਾਲੇ ਬਾਗ ਦਾ ਸੁੰਦਰੀਕਰਨ ਕੀਤਾ ਆ ਉਹ ਠੀਕ ਨਹੀਂ ਹੈ, ਉਹਦੇ 'ਚ ਜਿਹੜੀ ਆ ਸ਼ਹੀਦਾਂ ਦਾ ਅਪਮਾਨ ਹੋਇਆ ਆ, ਇਹਦੇ 'ਚ ਇਦਾਂ ਨਹੀਂ ਹੋਣਾ ਚਾਹੀਦਾ ਸੀ। ਉਹਨਾਂ ਨੇ ਆਪਣੀ ਫੈਮਿਲੀ ਦੀ ਗੱਲ ਕੀਤੀ ਆ ਕਿ ਮੈਂ ਖੁਦ ਇਸ ਫੈਮਿਲੀ ਤੋਂ ਆ ਜਿਹਨੇ ਇਹ ਸ਼ਹਾਦਤ ਜਿਹੜੀ ਆ ਉਹ ਕਈ ਵਾਰ ਚੱਖੀ ਆ, ਉਹਦਾ ਸਵਾਦ ਉਹਦਾ ਦੇਖਿਆ ਤੇ ਉਹ ਦਰਦ ਜਿਹੜਾ ਹੰਢਾਇਆ। ਤੇ ਇਹ ਜਿਹੜੀ ਪਾਰਟੀ ਆ ਇਹਨਾਂ ਦੇ ਵਿੱਚ ਕਿਸੇ ਨੂੰ ਇਦਾਂ ਦਾ ਨਹੀਂ ਪਤਾ। ਮੋਦੀ ਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਕਿ ਇਹ ਜਿਹੜਾ ਆ ਉਹ ਜੋ ਕਰ ਰਿਹਾ ਉਹ ਸਹੀ ਨਹੀਂ ਹੈਗਾ। ਗੱਲ ਮੁੱਦਿਆਂ ਦੀ ਕਰਦੇ ਨੇ, ਮੁੱਦੇ ਉਠਾਉਂਦੇ ਨੇ, ਪਰ ਉਹ ਜਿਹੜੀ ਗੱਲ ਆ ਉਹ ਹਾਲੇ ਤੱਕ ਬਣਦੀ ਨਹੀਂ। ਉਹਨਾਂ ਦੀ ਜਿਹੜੀ ਰਾਜਨੀਤਿਕ ਪਕੜ ਆ ਉਹਦੇ ਵਿੱਚ ਵੀ ਕਮੀਆਂ ਨਜ਼ਰ ਆਉਂਦੀਆਂ, ਤੇ ਉਹ ਇੱਕ ਫੁੱਲ ਟਾਈਮ ਪੋਲੀਟੀਸ਼ੀਅਨ ਵਾਲੀ ਭੂਮਿਕਾ ਦੇ ਵਿੱਚ ਵੀ ਨਜ਼ਰ ਘੱਟ ਆਉਂਦੇ ਨੇ। ਜੇਕਰ ਉਹ ਫੁੱਲ ਟਾਈਮ ਦੀ ਪੋਲਿਟਿਕਸ ਕਰਦੇ ਹੋਣ, ਰਾਜਨੀਤੀ ਦੀ ਪਕੜ ਰੱਖਦੇ ਹੋਣ, ਇੱਕ ਚੰਗੀ ਟੀਮ ਨਾਲ ਬਣਾ ਕੇ ਰੱਖਦੇ, ਤਾਂ ਫਿਰ ਪਹਿਲਾਂ ਉਹ ਜਿਹੜੀਆਂ 4-5 ਸਟੇਟਾਂ ਆਪਣੀਆਂ ਉਹਨਾਂ ਨੇ ਗਵਾਈਆਂ ਜਾਂ ਜਿੱਥੇ ਰੌਲਾ ਰੱਪਾ ਪਿਆ ਹੋਇਆ ਉਹਨੂੰ ਹੱਲ ਕਰਨ। ਠੀਕ ਆ, ਮੁੱਦੇ ਚੁੱਕਣੇ ਚਾਹੀਦੇ ਨੇ, ਪਰ ਉਹ ਜਿਹੜੀ ਗੱਲ ਆ ਉਹ ਹਾਲੇ ਤੱਕ ਉਹਨਾਂ ਦੇ ਕਾਬੂ 'ਚ ਨਹੀਂ ਆ ਰਹੀ। ਤੇ ਦੂਸਰੀ ਗੱਲ ਇਹ ਵੀ ਆ ਕਿ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਜਿਹੜਾ ਘਮਾਸਾਨ ਆ ਜਾਂ ਪਾਰਟੀ ਦੇ ਪ੍ਰਧਾਨ ਰਹੇ ਉਹ ਕਾਫੀ ਟਾਈਮ, ਉਦੋਂ ਵੀ ਉਹਨਾਂ ਨੇ ਕੁਝ ਬਹੁਤ ਸੀਰੀਅਸਨੈਸ ਜਿਹੜੀ ਨਹੀਂ ਦਿਖਾਈ। 1-2 ਵਾਰ ਜਾ ਕੇ ਲੋਕ ਸਭਾ ਦੇ ਵਿੱਚ ਵੀ ਬੋਲੇ, ਗੱਲਬਾਤ ਕੀਤੀ, ਪਰ ਉਹਨਾਂ ਤੋਂ ਜਿਹੜਾ ਉਹਨਾਂ ਦਾ ਸਿਆਸੀ ਕੱਦ ਸੀ ਉਹ ਬਹੁਤਾ ਲੰਬਾ ਉੱਚਾ ਹੋਇਆ ਨਹੀਂ। ਇਹਨਾਂ ਦੇ ਫਾਦਰ ਸਾਹਿਬ ਦੀ ਜਦੋਂ ਅਸੀਂ ਗੱਲ ਕਰਦੇ ਸੀ ਕਿ ਉਹ ਰਾਜਨੀਤੀ ਦੀ ਬੈਕਗ੍ਰਾਉਂਡ ਤੋਂ ਨਹੀਂ ਸੀ, ਉਹ ਆਪ ਆਪਣੀ ਲਾਈਫ ਦੇ ਵਿੱਚ ਰਾਜਨੀਤੀ ਦੇ ਵਿੱਚ ਬਿਲਕੁਲ ਸ਼ਾਮਲ ਨਹੀਂ ਸੀ। ਭਰਾ ਦੀ ਮੌਤ ਹੋਈ, ਮਾਤਾ ਦੀ ਮੌਤ ਹੋਣ ਤੋਂ ਬਾਅਦ, ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਰਾਜਨੀਤੀ 'ਚ ਲਿਆਂਦਾ ਗਿਆ, ਬੜੇ ਅਣਮੰਨੇ ਮਨ ਨਾਲ ਆਏ।
ਬਹੁਤ ਪਰਪੱਕ ਨਹੀਂ ਸੀ, ਪਰ ਫਿਰ ਵੀ ਕੁਝ ਫੈਸਲਿਆਂ ਲਈ ਉਹਨਾਂ ਨੂੰ ਯਾਦ ਕੀਤਾ ਜਾਂਦਾ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਆ, ਕੰਪਿਊਟਰ ਵਾਲਾ ਯੁੱਗ ਆ, ਉਹਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਸੰਚਾਰ ਕ੍ਰਾਂਤੀ, ਟੈਲੀਫੋਨ ਤੇ ਮੋਬਾਈਲ ਦੇ ਵਿੱਚ ਸੁਖਰਾਮ ਉਦੋਂ ਟੈਲੀਕਾਮ ਮਿਨਿਸਟਰ ਸੀ, ਕਾਫੀ ਚੀਜ਼ਾਂ ਉਹਨਾਂ ਨੇ ਕੀਤੀਆਂ। ਸੋ ਜੇ ਰਾਹੁਲ ਗਾਂਧੀ ਨੂੰ ਇਸ ਚੀਜ਼ ਨੂੰ ਸੋਚਣਾ ਪਊਗਾ, ਜਿੱਦਾਂ ਅਰਵਿੰਦ ਕੇਜਰੀਵਾਲ ਨੇ 10 ਦਿਨ ਦੀ ਛੁੱਟੀ ਲੈ ਕੇ ਵਿਪਾਸਨਾ ਕੀਤੀ ਆ, ਇਹ ਹਾਲਾਂਕਿ ਕਰਦੇ ਰਹਿੰਦੇ ਆ, ਇਹ ਵੀ ਬਹੁਤ ਵਾਰ ਛੁੱਟੀ ਲੈ ਕੇ ਚਲੇ ਜਾਂਦੇ ਨੇ, ਪਰ 1-2 ਵਾਰ ਚੰਗੀ ਤਰੀਕੇ ਨਾਲ ਸੋਚ ਲੈਣ ਕਿ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ, ਫਿਰ ਇਹੋ ਜਿਹੇ ਲੋਕਾਂ ਦੀ ਇੱਕ ਟੀਮ ਡਿਵੈਲਪ ਕਰਨ ਜੇ ਵਿਰੋਧੀ ਧਿਰ ਦੇ ਵਿੱਚ ਸਹੀ ਤਰੀਕੇ ਨਾਲ ਬੈਠਣਾ ਹੈ। ਤੇ ਜੇਕਰ 5-10 ਸਾਲ ਹੋਰ ਵਿਰੋਧੀ ਧਿਰ 'ਚ ਹੀ ਬੈਠਣਾ ਹੈ ਤਾਂ ਫਿਰ ਤੇ ਟਾਈਮ ਪਾਸ ਹੋ ਹੀ ਜਾਂਦਾ ਬਿਆਨ ਦੇ ਕੇ। ਜੀ ਬਿਲਕੁਲ, ਰਾਹੁਲ ਗਾਂਧੀ ਨੂੰ ਇਹ ਸੋਚਣਾ ਪਏਗਾ ਕਿ ਵੀ ਜੇ ਮੈਂ ਵਿਰੋਧੀ ਧਿਰ ਦੀ ਤਰ੍ਹਾਂ ਆਵਾਜ਼ ਉਠਾਣੀ ਹੈ ਤਾਂ ਪਹਿਲਾਂ ਉਹਦੇ ਲਈ ਮੈਨੂੰ ਆਪਣੇ ਆਪ ਵਿੱਚ ਤਾਕਤ ਲਿਆਣੀ ਪਊਗੀ, ਆਪਣੀ ਜਿਹੜੀ ਸਾਰੀ ਕਾਂਗਰਸ ਦੀ ਟੀਮ ਹੈ ਇਹਨੂੰ ਇਕੱਠਾ ਕਰਨਾ ਪਊਗਾ। ਬਹਰਹਾਲ ਇਹ ਤਾਂ ਗੱਲ ਸੀ ਰਾਹੁਲ ਗਾਂਧੀ ਦੀ, ਪਰ ਇੱਕ ਗੱਲ ਇਹ ਵੀ ਹੈ ਕਿ ਸ਼ਰਮਾ ਜੀ, ਭਾਜਪਾ ਨੂੰ ਵੀ ਇਹ ਸਮਝਣਾ ਪਏਗਾ ਕਿ ਇੱਕ ਧਰਮ ਦੇ ਨਾਲ ਦੇਸ਼ ਨਹੀਂ ਚੱਲਦਾ, ਸਾਡਾ ਦੇਸ਼ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਹੈ। ਬਿਲਕੁਲ, ਇਹ ਤਾਂ ਗੱਲ ਰਹੀ ਸਿਆਸਤ ਦੀ, ਪਰ ਜੇ ਅਸੀਂ ਗੱਲ ਕਰੀਏ ਖੇਡਾਂ ਦੀ ਤਾਂ ਉਹਦੇ ਵਿੱਚ ਸਾਡੇ ਦੇਸ਼ ਨੇ ਜ਼ਰੂਰ ਬਹੁਤ ਮੱਲਾਂ ਮਾਲੀਆਂ। ਹੁਣੇ ਪਿੱਛੇ ਓਲੰਪਿਕਸ ਹੋ ਕੇ ਹਟੇ ਨੇ, ਉਹਦੇ ਵਿੱਚ ਵੀ ਸਾਡਾ ਦੇਸ਼ ਟੌਪ ਤੇ ਸੀ। ਤੇ ਜੇ ਹੁਣ ਅਸੀਂ ਗੱਲ ਕਰੀਏ ਪੈਰਾ ਓਲੰਪਿਕਸ ਚੱਲ ਰਹੀਆਂ, ਪੈਰਾ ਓਲੰਪਿਕਸ ਦੇ ਵਿੱਚ 8 ਤਮਗੇ ਸਾਡਾ ਦੇਸ਼ ਜਿੱਤ ਚੁੱਕਾ ਹੈ, ਕੀ ਕਹਿਣਾ ਚਾਹੋਗੇ? ਜੀ, ਅਸੀਂ ਦੇਖਦੇ ਹਾਂ, ਅਸੀਂ ਜਾਣਦੇ ਹਾਂ ਹਰਪ੍ਰੀਤ ਜੀ ਕਿ ਖੇਡਾਂ ਜਿਹੜੀਆਂ ਆ ਉਹ ਜ਼ਿੰਦਗੀ ਲਈ ਬਹੁਤ ਜ਼ਰੂਰੀ ਆ ਜੀ। ਤੇ ਓਲੰਪਿਕਸ ਜਿਹੜੀਆਂ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਖੇਡ ਆਯੋਜਨ ਮੰਨਿਆ ਜਾਂਦਾ ਤੇ ਬਹੁਤ ਪੁਰਾਣਾ ਆ ਉਹ। ਜੀ ਬਿਲਕੁਲ, ਖੇਡਾਂ ਗ੍ਰੀਸ ਦੇ ਟਾਈਮ ਤੋਂ ਬਹੁਤ ਪਹਿਲਾਂ ਤੋਂ ਚੱਲਦਾ। ਵਰਲਡ ਵਾਰ ਦੇ ਦੌਰਾਨ 1-2 ਵਾਰ ਉਹਨਾਂ 'ਚ ਬ੍ਰੇਕ ਵੀ ਲੱਗੀ, ਪਰ ਫਿਰ ਵੀ ਉਹ ਜਿਹੜਾ ਆ ਬਾਦਸਤੂਰ ਉਹ ਸਿਸਟਮ ਜਿਹੜਾ ਆ ਜਾਰੀ ਹੈ। ਤੇ ਜਦੋਂ ਅਸੀਂ ਆਮ ਲੋਕਾਂ ਦੀ ਵਿੱਚ, ਨਾਰਮਲ ਲਾਈਫ ਜੀਣ ਵਾਲੇ ਲੋਕਾਂ ਦੇ ਵਿੱਚ, ਅਪੰਗ ਲੋਕਾਂ ਨੂੰ ਜਾਂ ਮੈਂਟਲੀ ਰਿਟਾਰਡਡ ਲੋਕਾਂ ਨੂੰ ਜਾਂ ਛੋਟੇ ਕੱਦ ਦੇ ਲੋਕਾਂ ਨੂੰ ਜਾਂ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਕਮੀ ਆ, ਉਹਨਾਂ ਨੂੰ ਦੇਖਦੇ ਹਾਂ ਤੇ ਫਿਰ ਸਾਨੂੰ ਸਾਡੇ ਸਮਾਜ 'ਚ ਹਾਲੇ ਵੀ ਕਿਤੇ ਨਾ ਕਿਤੇ ਹੀਣਤਾ ਜਿਹੜੀ ਆ ਨਜ਼ਰ ਆਉਂਦੀ ਹੈ। ਪਰ 1888 ਦੇ ਵਿੱਚ ਵੀ ਅਜਿਹੀਆਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਜਿਹਦੇ ਵਿੱਚ ਕੁਝ ਜਿਹੜੇ ਲੋਕ ਸੀ ਜਿਹਨਾਂ ਦੀ ਜ਼ਿੰਦਗੀ ਨਾਰਮਲ ਨਹੀਂ ਸੀ, ਉਹਨਾਂ ਨੇ ਭਾਗ ਲਿਆ। ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਵੀਲ ਚੇਅਰਸ ਦੇ ਉੱਤੇ ਕੁਝ ਜਿਹੜੇ ਵੈਟਰਨ ਸੀਗੇ, ਫੌਜ ਦੇ ਪੁਰਾਣੇ ਖਿਲਾੜੀ ਸੀ, ਉਹਨਾਂ ਨੇ ਉਹ ਖੇਡਾਂ ਖੇਡੀਆਂ। ਪਰ 1960 ਦੀਆਂ ਓਲੰਪਿਕਸ ਦੇ ਵਿੱਚ 23 ਦੇਸ਼ਾਂ ਤੋਂ 400 ਪਲੇਅਰਾਂ ਨੇ ਭਾਗ ਲੈ ਕੇ ਪੈਰਾ ਓਲੰਪਿਕਸ ਦੀ ਜਿਹੜੀ ਸ਼ੁਰੂਆਤ ਕੀਤੀ। ਤੇ 21 ਦੇ ਵਿੱਚ 2021 ਜਦੋਂ ਇਹ ਗੇਮਸ ਹੋ ਰਹੀਆਂ, ਜਿਨ੍ਹਾਂ ਨੂੰ ਕੋਈ ਹਾਲੇ ਅਸੀਂ ਟੋਕੀਓ ਓਲੰਪਿਕਸ 20 ਦਾ ਨਾਮ ਦੇ ਰਹੇ ਹਾਂ ਕਿਉਂਕਿ 2020 'ਚ ਹੋਣੀਆਂ ਸੀ, ਕੋਵਿਡ ਕਰਕੇ ਲੇਟ ਹੋਈਆਂ, ਉਹ ਹੋ ਰਹੀਆਂ। ਤੁਸੀਂ ਦੱਸਿਆ ਕਿ ਸਾਡੇ ਦੇਸ਼ ਨੇ ਚੰਗੀ ਉਹਦੇ 'ਚ ਉਪਲਬਧੀ ਲਈ, ਟੌਪ ਤੇ ਨਹੀਂ ਰਿਹਾ, ਪਰ ਫਿਰ ਵੀ ਪਿਛਲੀ ਵਾਰ ਦੇ ਮੁਕਾਬਲੇ 7 ਤਮਗੇ ਉਹਨਾਂ ਨੇ ਜਿੱਤੇ। ਤੇ ਪੈਰਾ ਓਲੰਪਿਕ 'ਚ ਇਸ ਵਾਰ ਤੱਕ ਦਾ ਜਿਹੜਾ ਹੁਣ ਤੱਕ ਦਾ ਪ੍ਰਦਰਸ਼ਨ ਆ ਉਹ ਬਹੁਤ ਬਾ ਕਮਾਲ ਆ। 8 ਤਮਗੇ ਅਸੀਂ ਹੁਣ ਤੱਕ ਜਿੱਤ ਚੁੱਕੇ ਹਾਂ। 1 ਤਮਗਾ ਬ੍ਰੌਂਜ਼ ਦਾ ਲੈ ਕੇ ਉਹ ਵਾਪਸ ਹੋ ਗਿਆ ਤੇ ਉਹਨਾਂ 8 ਦੇ ਵਿੱਚ 2 ਤੇ ਸੋਨੇ ਦੇ ਤਮਗੇ ਨੇ। ਇੱਕ ਤੇ ਕੁੜੀ ਸੀ ਅਵਨੀ ਲਿਖਾਰਾ, ਉਹਨੇ ਸ਼ੂਟਿੰਗ 10 ਮੀਟਰ ਦੇ ਵਿੱਚ ਜਿੱਤਾ, ਆਪਣਾ 골ਡ ਮੈਡਲ ਕੀਤਾ ਤੇ ਮੇਰਾ ਖਿਆਲ ਉਹਨੇ ਵੀ ਵਰਲਡ ਰਿਕਾਰਡ ਬਣਾਇਆ। ਨਾਲ ਦੀ ਨਾਲ ਸੁਮਿਤ ਸੀ ਇੱਕ ਮੁੰਡਾ ਜਿਹੜਾ ਪਹਿਲਾਂ ਭਲਵਾਨੀ ਕਰਦਾ ਸੀ, ਪਰ ਇੱਕ ਐਕਸੀਡੈਂਟ ਤੋਂ ਬਾਅਦ ਉਹਨੇ ਆਪਣੀ ਲੱਤ ਗਵਾ ਲਈ ਤੇ ਉਸ ਤੋਂ ਬਾਅਦ ਫਿਰ ਉਹਨੇ ਜੈਵਲਿਨ ਥਰੋ ਜਿਹੜੀ ਆ ਪੈਰਾ ਓਲੰਪਿਕਸ ਦੇ ਵਿੱਚ ਕਰਨੀ ਸ਼ੁਰੂ ਕੀਤੀ। ਉਹਨੇ ਕਮਾਲ ਇਹ ਵੀ ਕੀਤਾ ਕਿ ਉਹਨੇ ਜਦੋਂ ਪਹਿਲੀ ਥਰੋ ਲਈ ਆਪਣੀ ਜੈਵਲਿਨ ਦੀ ਤੇ ਉਹਨੇ 66 ਮੀਟਰ ਤੋਂ 95 ਪੁਆਇੰਟ ਅੱਗੇ ਜਿਹੜੀ ਆ ਥਰੋ ਮਾਰੀ, ਉਹ ਇੱਕ ਵਰਲਡ ਰਿਕਾਰਡ ਸੀ। ਉਸ ਤੋਂ ਬਾਅਦ ਜਿਹੜੀ ਉਹਨੇ ਸੈਕੰਡ ਚਾਂਸ ਲਿਆ, ਉਹਦੇ 'ਚ ਉਹਨੇ ਜਿਹੜੀ ਥਰੋ ਮਾਰੀ ਉਹ 68.05 ਸੀ। ਉਹਨੇ ਉਸੇ ਵੇਲੇ ਦਾ ਰਿਕਾਰਡ ਬਣਾਇਆ, ਨਾਲ ਦੀ ਨਾਲ ਅਗਲੇ ਮਿੰਟ ਹੀ ਤੋੜ ਦਿੱਤਾ। ਫਿਰ ਤੀਸਰੀ ਥਰੋ ਜਦੋਂ ਉਹਨੇ ਮਾਰੀ ਆ ਤੇ ਉਹ ਜਿਹੜੀ ਆ 68.55 ਸੀ, ਜਾਣੀ ਕਿ ਉਹਨੇ ਆਪਣੀ ਇਸ ਈਵੈਂਟ ਦੇ ਵਿੱਚ 3 ਥਰੋ ਮਾਰੀਆਂ। 3 ਵਾਰੀ ਉਹਨੇ ਨੇਜਾ ਜਿਹੜਾ ਸੁੱਟਿਆ, ਤਿੰਨੋਂ ਵਾਰੀ ਉਹਨੇ ਇੱਕ ਵਰਲਡ ਰਿਕਾਰਡ ਬਣਾ ਕੇ ਨਾਲ ਦੀ ਨਾਲ ਫਿਰ ਤੋੜ ਕੇ ਤੇ ਉਹਨੇ ਜਿਹੜਾ 골ਡ ਮੈਡਲ ਜਿੱਤਿਆ। ਬਹੁਤ ਇੱਕ ਚੰਗੀ ਪ੍ਰਾਪਤੀ ਆ। ਉਹਦੇ ਨਾਲ ਦੀ ਨਾਲ 4 ਸਿਲਵਰ ਮੈਡਲ ਜਿਹੜੇ ਆ ਉਹ ਜਿੱਤੇ ਨੇ ਖਿਡਾਰੀਆਂ ਨੇ। ਉਹਦੇ 'ਚ ਝਾਜਰੀਆ ਸੀ ਇੱਕ, ਦਵਿੰਦਰ ਝਾਜਰੀਆ, ਯੋਗੇਸ਼ ਕਥੂਨੀਆ, ਭਾਵਨਾ ਪਟੇਲ ਸੀ ਕੁੜੀ, ਉਹਨੇ ਟੇਬਲ ਟੈਨਿਸ 'ਚ ਇੱਕ ਜਿੱਤਿਆ, ਤੇ ਨਿਸ਼ਾਦ ਕੁਮਾਰ ਨੇ ਹਾਈ ਜੰਪ ਦੇ ਵਿੱਚ ਜਿਹੜਾ ਆਪਣਾ ਇੱਕ ਮੈਡਲ ਆ ਉਹ ਪੱਕਾ ਕੀਤਾ। ਗੇਮਾਂ ਹਾਲੇ ਚੱਲ ਰਹੀਆਂ, 2 ਮੈਡਲ ਜਿਹੜੇ ਨੇ ਬ੍ਰੌਂਜ਼ ਵੀ ਨੇ, ਸੁੰਦਰ ਸਿੰਘ ਗੁੱਜਰ ਆ ਤੇ ਇੱਕ ਹੋਰ ਖਿਲਾੜੀ ਆ। ਇਹ ਆਪਣੀ ਨਾਰਮਲ ਲਾਈਫ ਵਾਂਗ ਹੀ ਲੀਡ ਕਰਦੇ ਨੇ ਤੇ ਉਹਨਾਂ ਪਲੇਅਰਾਂ ਨੇ ਇਹ ਵੀ ਕਿਹਾ ਕਿ ਹੁਣ ਸਾਨੂੰ ਲੱਗਿਆ ਕਿ ਅਸੀਂ ਵੀ ਆਮ ਇਨਸਾਨ ਆ ਤੇ ਅਸੀਂ ਟੌਪ ਆਫ ਦੀ ਵਰਲਡ ਆ। ਦੇਖੋ, ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਓਲੰਪੀਅਨ ਹੋਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਓਲੰਪਿਕ ਖੇਡਾਂ ਦੇ ਵਿੱਚ ਜਾਣਾ, ਸਾਰੇ ਦੁਨੀਆ ਦੇ ਉੱਥੇ ਚੰਗੇ ਪਲੇਅਰ ਆਉਂਦੇ ਨੇ, ਚੰਗੀਆਂ ਸਹੂਲਤਾਂ ਉਹਨਾਂ ਨੂੰ ਮਿਲਦੀਆਂ ਨੇ ਤੇ ਇਹ ਲੋਕ ਜਿਹੜੇ ਨਾਰਮਲ ਲਾਈਫ 'ਚ ਨਹੀਂ ਹੈਗੇ, ਜਿਨ੍ਹਾਂ ਕੋਲ ਸਾਡੇ ਨਾਲੋਂ ਕੋਈ ਨਾ ਕੋਈ ਚੀਜ਼ ਦੀ ਕਮੀ ਆ, ਉਹਦੇ ਬਾਵਜੂਦ ਵੀ ਉਹਨਾਂ ਲਈ ਇਹੋ ਜਿਹਾ ਪਲੇਟਫਾਰਮ ਹੋਣੇ ਤੇ ਉਹਨਾਂ ਨੂੰ ਨਾਰਮਲ ਹੋਣ ਦਾ ਅਹਿਸਾਸ ਕਰਾਉਣਾ ਸਾਡੇ ਵਰਗੇ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਆ। ਬਾਹਰਲੇ ਦੇਸ਼ਾਂ 'ਚ ਅਸੀਂ ਸੁਣਦੇ ਹਾਂ ਕਿ ਉੱਥੇ ਜਿਹੜੀਆਂ ਬਹੁਤ ਸਾਰੀਆਂ ਫੈਸਿਲਿਟੀਜ਼ ਇਹਨਾਂ ਨੂੰ ਮਿਲਦੀਆਂ ਤੇ ਉਹ ਨਾਰਮਲ ਨਾਲੋਂ ਜ਼ਿਆਦਾ ਚੰਗੀ ਲਾਈਫ ਲੀਡ ਕਰਦੇ। ਜੀ ਸ਼ਰਮਾ ਜੀ, ਇੱਕ ਗੱਲ ਇਹਦੇ ਵਿੱਚ ਜੋੜਨੀ ਚਾਹੂੰਗੀ ਕਿ
ਜਦੋਂ ਇਹ ਸਹੀ ਕਿਹਾ ਜਾਂਦਾ ਕਿ ਕੁਦਰਤ ਜਦੋਂ ਸਾਡੇ ਕੋਲ ਇੱਕ ਅੰਗ ਕੋਈ ਲੈ ਲੈਂਦੀ ਹੈ ਜੀ। ਤਾਂ ਫਿਰ ਉਸ ਤੋਂ ਬਾਅਦ ਉਹ ਦੂਸਰੇ ਪਾਸੇ ਕਿਧਰੇ ਨਾ ਕਿਧਰੇ ਸ਼ਕਤੀ ਵਧਾ ਦਿੰਦੀ ਹੈ। ਸੋ ਬਿਲਕੁਲ। ਇਹੋ ਜਿਹੇ ਜਿਹੜੇ ਸਾਡੇ ਪਲੇਅਰਸ ਨੇ ਜਾਂ ਦੁਨੀਆ ਦੇ ਵਿੱਚ ਲੋਕ ਨੇ, ਉਹਨਾਂ ਦਾ ਕੱਦ ਛੋਟਾ ਨਹੀਂ ਬਲਕਿ ਉਹ ਬਹੁਤ ਵੱਡਾ ਹੋ ਜਾਂਦਾ ਹੈ ਸਾਡੀਆਂ ਬਿਲਕੁਲ। ਨਜ਼ਰਾਂ ਦੇ ਵਿੱਚ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ब्रेक तो बाद स्वागत है जी। शर्मा जी, उत्तर प्रदेश के मुख्य मंत्री योगी आदित्यनाथ भी अक्सर अपने बयाना करके विवादों में रहंदे ही ने या सुर्खियां में रहंदे ही ने, ते हुण उन्होंने जन्माष्टमी मौके भी एक बयान दे दिता है। की कहना चाहोगे? देखो, वो जिस तबीयत दे मालिक ने, जिहो जी बैकग्राउंड तो आउंदे ने, साधु प्रवृत्ति आ, एक डेरे दे मुखी ने, ते वो फिर जिहड़ी असीं पहलां जलियांवाले बाग ਦੇ ਮਸਲੇ 'ਚ ਗੱਲ ਕਰਕੇ ਆਏ ਆ ਕਿ ਬੀਜੇਪੀ ਇੱਕ ਖਾਸ ਤਰੀਕੇ ਦਾ ਭਾਰਤ ਜਿਹੜਾ ਬਣਾਉਣਾ ਚਾਹੁੰਦੀ ਹੈ। ਬਿਲਕੁਲ। ਉਹਦੇ 'ਚ ਸਭ ਤੋਂ ਵੱਡਾ ਯੋਗਦਾਨ ਹੀ ਜੇ ਆਪਾਂ ਦੇਖੀਏ ਇਸ ਮਸਲੇ ਦੇ ਵਿੱਚ ਗੱਲ ਕਰੀਏ ਤੇ ਜਦੋਂ ਅਸੀਂ ਬੀਜੇਪੀ ਦੀ ਆਊਟਪੁੱਟ ਨੂੰ ਦੇਖਦੇ ਹਾਂ ਤੇ ਇੱਕ ਪਾਸੇ ਤੇ ਗਡਕਰੀ ਵਰਗੇ ਲੋਕ ਨੇ ਤੇ ਰਾਜਨਾਥ ਸਿੰਘ ਵਰਗੇ ਲੋਕ ਨੇ ਜਿਹੜੇ ਕਿ ਮਾਡਰਨਾਈਜੇਸ਼ਨ ਦੀ ਜਾਂ ਆਮ ਲਾਈਫ ਦੀ ਗੱਲ ਕਰਦੇ ਨੇ, ਭਾਵੇਂ ਉਹ ਹਿੰਦੂਵਾਦੀ ਵੀ ਹੋਣ, ਪਰ ਉਹਦੇ ਵਿੱਚ ਫਿਰ ਉਹ ਸਾਰਿਆਂ ਦਾ ਹੀ ਜਿਹੜਾ ਸਨਮਾਨ ਕਰਨ ਦੀ ਗੱਲ ਹੈ ਜਾਂ ਸਾਰਿਆਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਣ ਦੀ ਗੱਲ ਹੈ, ਉਹ ਸਾਹਮਣੇ ਲੱਗਦੀ ਆ, ਉਹਨਾਂ ਦੀ ਦਿੱਖ ਤੋਂ ਵੀ ਲੱਗਦੀ ਹੈ ਤੇ ਉਹਨਾਂ ਦੇ ਬਿਆਨਾਂ ਤੋਂ ਵੀ ਲੱਗਦੀ ਹੈ। ਤੇ ਦੂਜੇ ਪਾਸੇ ਲੋਕ ਨੇ ਯੋਗੀ ਆਦਿੱਤਿਆਨਾਥ, ਉਮਾ ਭਾਰਤੀ ਤੇ ਸਾਧਵੀ, ਰਤਿੰਬਰਾ ਤੇ ਪ੍ਰਗਿਆ, ਉਹ ਜਿਹੜੇ ਖਾਸ ਇੱਕ ਮਾਨਸਿਕਤਾ ਦੇ ਲੋਕ ਨੇ, ਉਹ ਉਹਨਾਂ ਨੂੰ ਦੇਖ ਕੇ ਜਾਂ ਉਹਨਾਂ ਦੀ ਗੱਲਬਾਤ ਤੋਂ ਹੀ ਨਜ਼ਰ ਆਉਂਦਾ ਆ ਕਿ ਉਹ ਜਿਹੜੇ ਲੋਕ ਨੇ ਉਹ ਹਾਲੇ ਵੀ ਜੰਗਲਾਂ ਵਾਲੀ ਸੱਭਿਅਤਾ ਦੀਆਂ ਗੱਲਾਂ ਕਰਦੇ ਜੀ। ਉਹ ਜਿਹੜੀ ਪਹਿਲਾਂ ਆਪਾਂ ਗੱਲ ਕਰਦੇ ਹਟੇ ਆ ਉਸ ਇਸੇ ਕੰਟੈਕਸਟ ਦੇ ਵਿੱਚ ਨਾਲ ਜੁੜਦੀ ਆ ਕਿ ਇਹ ਇਸ ਸਮਾਜ ਨੂੰ, ਇਸ ਮੁਲਕ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਆ ਜੀ। ਤਰੱਕੀ ਹੋ ਰਹੀ ਆ ਨਹੀਂ ਹੋ ਰਹੀ ਇੱਕ ਵੱਖਰਾ ਵਿਸ਼ਾ ਆ। ਆਰਥਿਕ ਦਾ ਕਿੰਨਾ ਕੁ ਤੁਸੀਂ ਬੇੜਾ ਗਰਕ ਕਰ ਲਿਆ ਤੇ ਕਿੰਨਾ ਕੁ ਹੋਰ ਕਰਨਾ ਆ, ਉਹ ਇੱਕ ਅਲੱਗ ਗੱਲ ਆ ਜੀ। ਆਉਣ ਵਾਲੇ 3-4 ਸਾਲਾਂ ਦੇ ਵਿੱਚ ਇਸ ਮੁਲਕ ਨੇ ਇਸੇ ਸਰਕਾਰ ਦੇ ਹੁੰਦਿਆਂ ਜੀ ਕੋਈ 27 ਲੱਖ ਕਰੋੜ ਰੁਪਈਆ ਜਿਹੜਾ ਆ ਉਹ ਬਾਹਰਲਿਆਂ ਮੁਲਕਾਂ ਦਾ ਕਰਜ਼ ਜਿਹੜਾ ਚੁਕਾਉਣਾ ਆ ਆਉਣ ਵਾਲੇ 3 ਸਾਲਾਂ 'ਚ। 21-22 ਦੀ ਕਿਸ਼ਤ, 22-23 ਦੀ ਤੇ 23-24 ਦੀ ਜੀ। ਉਹਦਾ ਟੋਟਲ ਜਿਹੜਾ ਸਬ ਟੋਟਲ ਆ ਉਹ 26 ਤੋਂ 27 ਲੱਖ ਕਰੋੜ ਜਿਹੜਾ ਉਹ ਬਣਦਾ। ਤੇ ਜੇ ਉਹਦੇ 'ਚ ਅਗਲੇ 5 ਸਾਲ ਹੋਰ ਜੋੜੀਏ, ਜਿੱਦਾਂ ਅਸਾਰ ਨੇ ਸਰਕਾਰ ਇਹਨਾਂ ਦੀ ਬਣਦੀ ਆ ਜਾਂ ਕਿਸੇ ਹੋਰ ਦੀ ਬਣਦੀ ਆ, ਤੇ ਟੋਟਲ ਜਿਹੜਾ ਕਰਜ਼ਾ ਆ ਬਾਹਰਲਿਆਂ ਮੁਲਕਾਂ ਤੋਂ ਜਿਹੜਾ ਸਾਡੀਆਂ ਸਰਕਾਰਾਂ ਨੇ ਲਿਆ ਹੋਇਆ, ਉਹਦੀ ਅਮਾਊਂਟ ਜਿਹੜੀ ਆ ਉਹ 40 ਲੱਖ ਕਰੋੜ ਨੂੰ ਟੱਪ ਜਾਂਦੀ ਹੈ। ਬਿਲਕੁਲ। ਤੇ ਰਾਦਰ ਦੈਨ ਇਹਨਾਂ ਦਾ ਜਿਹੜਾ ਸਾਰੇ ਦਾ ਸਾਰਾ ਸੋਚ ਦਾ ਮਰਹਲਾ ਆ, ਜਿਹੜੀ ਸਾਰੀ ਇਹਨਾਂ ਦੀ ਕਹਾਣੀ ਆ, ਉਹ ਇਸ ਗੱਲ ਤੇ ਜੁੜੀ ਹੋਈ ਆ ਹਿੰਦੂ ਰਾਸ਼ਟਰ, ਧਾਰਮਿਕ ਗੱਲਾਂ ਤੇ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ। ਬਿਲਕੁਲ। ਪੰਜਾਬ ਦੇ ਵਿੱਚ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ, ਕੁਝ ਖਾਸ ਸ਼ਹਿਰਾਂ ਨੂੰ ਲੈ ਕੇ ਇੱਦਾਂ ਦੀ ਕਿ ਇੱਥੇ ਆ ਨਹੀਂ ਹੋਣਾ ਚਾਹੀਦਾ, ਇੱਥੇ ਤੰਬਾਕੂ ਦਾ ਸੇਵਨ ਨਹੀਂ ਹੋਣਾ ਚਾਹੀਦਾ, ਇੱਥੇ ਸ਼ਰਾਬ ਜਿਹੜੀ ਆ ਉਹ ਨਹੀਂ ਮਿਲਣੀ ਚਾਹੀਦੀ। ਭਾਰਤ ਦੀਆਂ ਕੁਝ ਸਟੇਟਾਂ ਦੇ ਵਿੱਚ ਸ਼ਰਾਬਬੰਦੀ ਵੀ ਇਹਨਾਂ ਨੇ ਕਰਕੇ ਦੇਖੀ। ਹਾਲਾਂਕਿ ਇਸ ਗੱਲ ਦਾ ਅਸੀਂ ਕਦੀ ਵੀ ਉਹ ਨਹੀਂ ਕਰਦੇ ਕਿ ਸ਼ਰਾਬ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਨਿੱਜ ਨਾਲ ਜੁੜੀਆਂ ਹੋਈਆਂ। ਤੁਹਾਡਾ ਦਿਲ ਕਰਦਾ ਤੇ ਉਸ ਚੀਜ਼ ਨੂੰ ਤੁਸੀਂ ਵਰਤੋਂ ਕਰ ਲਓ, ਨਹੀਂ ਦਿਲ ਕਰਦਾ ਤੇ ਨਾ ਕਰੋ। ਸਾਰੀ ਦੁਨੀਆ ਦੇ ਵਿੱਚ ਜਿਹੜੇ ਨਸ਼ੇ ਆ ਉਹ ਬਹੁਤਾਤ 'ਚ ਮਿਲਦੇ ਨੇ। ਜੇਕਰ ਇਹ ਸਰਕਾਰਾਂ ਇੱਦਾਂ ਚਾਹੁੰਦੀਆਂ ਨੇ ਕਿ ਨਹੀਂ ਹੋਣੀ ਚਾਹੀਦੀ ਤੇ ਫਿਰ ਬਿਲਕੁਲ ਬੰਦ ਕਰ ਦੇਣ। ਬਿਲਕੁਲ। ਜੇ ਤੁਸੀਂ ਹੋਰ ਸਾਰੇ ਪੁੱਠੇ ਸਿੱਧੇ ਕੰਮ ਕਰ ਸਕਦੇ ਆ, ਜੇ ਤੁਸੀਂ ਕਿਸਾਨ ਵਿਰੋਧੀ ਕਾਨੂੰਨ ਕਿਸੇ ਨੂੰ ਪੁੱਛੇ ਬਿਨਾਂ ਪਾਸ ਕਰ ਸਕਦੇ ਆ, ਤੇ ਤੁਸੀਂ ਸ਼ਰਾਬਬੰਦੀ ਸਾਰੇ ਮੁਲਕ 'ਚ ਲਾਗੂ ਕਰ ਦਿਓ। ਬਿਲਕੁਲ। ਪਰ ਇੱਦਾਂ ਨਹੀਂ ਕਰ ਸਕਦੇ ਕਿਉਂਕਿ ਵੱਡੀ ਅਮਾਊਂਟ ਜਿਹੜੀ ਆ ਟੈਕਸੇਸ਼ਨ ਦੀ ਆ ਉਹ ਇਹਨਾਂ ਚੀਜ਼ਾਂ ਤੋਂ ਆਉਂਦੀ। ਬਿਲਕੁਲ। ਤੰਬਾਕੂ ਮੁਕਤ ਕਰਨ ਦੀਆਂ ਗੱਲਾਂ ਕਰਦੇ ਨੇ, ਹਰ ਸਿਗਰਟ ਦੀ ਡੱਬੀ ਦੇ ਉੱਤੇ ਵੱਡੇ ਇਸ਼ਤਿਹਾਰ, ਜਿੱਡੀ ਕੋਈ ਡੱਬੀ ਆ ਉੱਡਾ ਇਸ਼ਤਿਹਾਰ ਛਾਪ ਦਿੰਦੇ ਨੇ ਕਿ ਸਿਹਤ ਲਈ ਮਾੜਾ। ਬਿਲਕੁਲ। ਤੇ ਜੇਕਰ ਸਿਹਤ ਲਈ ਮਾੜਾ ਆ ਤੇ ਉਹਦੀ ਫਿਰ ਵਰਤੋਂ ਹੀ ਬੰਦ ਕਰ ਦਿਓ, ਉਹਨੂੰ ਬਣਾਉਣਾ ਹੀ ਬੰਦ ਕਰ ਦਿਓ। ਤਾਂ ਵਰਤੋਂ ਬੰਦ ਆਪੇ ਹੋ ਜਦੋਂ ਚੀਜ਼ ਉਹ ਨਹੀਂ ਮਿਲੂਗੀ। ਬਿਲਕੁਲ। ਪਰ ਨਹੀਂ, ਉਹ ਇੱਕ ਖਾਸ ਤੌਰ ਦੀ ਗੱਲ ਆ ਕਿ ਪੈਸੇ ਵੀ ਚਾਹੀਦੇ ਨੇ, ਟੈਕਸੇਸ਼ਨ ਵੀ ਚਾਹੀਦਾ। ਤੇ ਹੁਣ ਉਹਨਾਂ ਨੇ ਜਿਹੜੀ ਗੱਲ ਕੀਤੀ ਆ, ਤੁਸੀਂ ਗੱਲ ਕੀਤੀ ਜਨਮਅਸ਼ਟਮੀ ਦੇ ਮੌਕੇ ਤੇ ਮਥੁਰਾ ਵਰਿੰਦਾਵਨ ਜਿਹੜਾ ਇਲਾਕਾ ਆ, ਜਿਹੜਾ ਭਗਵਾਨ ਕ੍ਰਿਸ਼ਨ ਦੇ ਨਾਲ ਉਹਨੂੰ ਜੋੜ ਕੇ ਦੇਖਿਆ ਜਾਂਦਾ ਕਿ ਕ੍ਰਿਸ਼ਨ ਦੀ ਉਹ ਜਨਮ ਭੂਮੀ ਆ, ਉਹਦਾ ਵਿਵਾਦ ਵੀ ਚੱਲਦਾ ਰਿਹਾ ਮੁਗਲਾਂ ਦੇ ਸ਼ਾਸਨ ਦੇ ਦੌਰਾਨ। ਉੱਥੇ ਵੀ ਮਸਜਿਦ ਬਣੀ ਤੇ ਉਹ ਸਾਰਾ ਜਿਹੜਾ ਆ ਮਸਲਾ ਕੋਰਟ ਦੇ ਅਧੀਨ ਵੀ ਹੈ। ਉੱਥੇ ਜਦੋਂ ਅਸੀਂ ਜਾਂਦੇ ਆ ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸੁਰੱਖਿਆ 'ਚ ਸਾਨੂੰ ਗੁਜ਼ਰਨਾ ਪੈਂਦਾ ਸਾਰਾ ਕੁਝ। ਕੋਈ ਫੋਨ ਕਾਲ ਜਾਂ ਹੋਰ ਕੋਈ ਚੀਜ਼ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ। ਉੱਥੇ ਉਹਨਾਂ ਨੇ ਕੱਲ੍ਹ ਗੱਲ ਕੀਤੀ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਛੇਤੀ ਹੀ ਇਸ ਸਾਰੀ ਜਿਹੜੀ ਏਰੀਏ ਨੂੰ ਮੀਟ ਜਾਂ ਇਹੋ ਜਿਹੀਆਂ ਜਿਹੜੀਆਂ ਮਾਸਾਹਾਰੀ ਪਦਾਰਥ ਆ ਉਹਨਾਂ ਤੋਂ ਮੁਕਤ ਕਰ ਦਿਆਂਗੇ ਤੇ ਸ਼ਰਾਬਬੰਦੀ ਵੀ ਜਿਹੜੀ ਆ ਉਸ ਏਰੀਏ 'ਚ ਉਹ ਨਹੀਂ ਹੋਵੇਗੀ।
ਦੇਖੋ ਦੋ ਤਿੰਨ ਗੱਲਾਂ ਨੇ, ਜਾਂ ਤੇ ਤੁਸੀਂ ਆਪਣੇ ਸਮਾਜ ਦੇ ਵਿੱਚ ਐਜੂਕੇਸ਼ਨ ਦਾ ਲੈਵਲ, ਅਵੇਅਰਨੈਸ ਦਾ ਲੈਵਲ ਇਦਾਂ ਦਾ ਲੈ ਕੇ ਆਓ ਕਿ ਤੁਸੀਂ ਲੋਕਾਂ ਨੂੰ ਬਣਾਓ ਉਦਾਂ ਦੇ ਲਓ। ਬਿਲਕੁਲ, ਸਿੱਖਿਆ ਤੋਂ ਤੁਸੀਂ ਇਦਾਂ ਦੀ ਚੀਜ਼ਾਂ ਨੂੰ ਲੋਕਾਂ ਦੇ ਵਿੱਚ ਸ਼ਾਮਲ ਕਰ ਲਓ। ਨਹੀਂ ਤਾਂ ਤੁਸੀਂ ਜੇ 2 4 5 ਕਿਲੋਮੀਟਰ ਦੇ ਏਰੀਆ ਨੂੰ ਮੁਕਤ ਵੀ ਕਰ ਦੋਗੇ ਤਾਂ ਫਿਰ ਕੀ ਹੋਵੇਗਾ? ਲੋਕ ਉਧਰ ਨਹੀਂ ਤਾਂ ਦੂਜੇ 5 ਪਾਸੇ ਕਿਲੋਮੀਟਰ ਤੋਂ ਅੱਗੇ ਚਲੇ ਜਾਣਗੇ। ਹਰਿਆਣੇ 'ਚ ਸ਼ਰਾਬਬੰਦੀ ਸੀ ਤੇ ਪੰਜਾਬ ਨੂੰ ਲੋਕੀ ਆ ਜਾਂਦੇ ਸੀ। ਗੁਜਰਾਤ 'ਚ ਸ਼ਰਾਬਬੰਦੀ ਆ ਤੇ ਉੱਥੇ ਹੋਟਲਸ ਜਿਹੜੇ ਨੇ ਜਾਂ ਉੱਥੇ ਦੂਸਰੇ ਜਿਹੜੇ ਅਦਾਰੇ ਨੇ ਉੱਥੇ ਉਹ ਸਾਰੀਆਂ ਚੀਜ਼ਾਂ ਅਵੇਲੇਬਲ ਨੇ। ਸੋ ਇਹ ਫਿਰ ਗੱਲ ਸਿਰਫ ਉਸ ਗੱਲ ਨਾਲ ਜੁੜਦੀ ਆ ਕਿ ਤੁਸੀਂ ਕਰਨਾ ਕੀ ਚਾਹੁੰਦੇ ਆ, ਤੁਹਾਡੀ ਮਾਨਸਿਕਤਾ ਕੀ ਆ। ਕੋਵਿਡ ਦੇ ਦੌਰਾਨ ਤੁਸੀਂ ਕੀ ਕੁਝ ਕੀਤਾ ਤੇ ਕੀ ਕੁਝ ਤੁਹਾਡੇ ਕੋਲੋਂ ਹੋਇਆ, ਉਹ ਕਹਾਣੀ ਸਾਰੇ ਦੁਨੀਆ ਨੇ ਦੇਖ ਲਈ। ਅਯੁੱਧਿਆ ਨੂੰ ਲੈ ਕੇ ਉਸ ਕਿੰਨੇ ਸਾਲਾਂ ਤੋਂ ਤੁਸੀਂ ਇੱਕ ਮਸਲਾ ਖੜਾ ਕੀਤਾ ਸੀ ਤੇ ਉਸ ਮਸਲੇ ਨੂੰ ਫਿਰ ਖਤਮ ਵੀ ਕੀਤਾ ਤੇ ਹੁਣ ਉੱਥੇ ਮੰਦਿਰ ਨਿਰਮਾਣ ਹੋ ਰਿਹਾ ਤੇ ਉੱਥੇ ਭ੍ਰਿਸ਼ਟਾਚਾਰ ਦੀਆਂ ਜਿੰਨੀਆਂ ਕੁ ਗੱਲਾਂ ਸਾਡੇ ਸਾਹਮਣੇ ਆਈਆਂ ਉਹ ਸਾਰਿਆਂ ਨੂੰ ਪਤਾ। ਬਿਲਕੁਲ, ਇੱਕ ਟ੍ਰਾਇੰਗਲ ਬਣਾਉਣ ਦੀ ਗੱਲ ਕਰਦੇ ਸੀ ਇਹ ਟੂਰਿਜ਼ਮ ਦੇ ਤਰੀਕੇ ਦੇ ਨਾਲ, ਮਥੁਰਾ, ਕਾਸ਼ੀ ਤੇ ਅਯੁੱਧਿਆ, ਕਿ ਰਾਮ ਕ੍ਰਿਸ਼ਨ ਤੇ ਸ਼ਿਵ ਨੂੰ ਲੈ ਕੇ ਇੱਕ ਟ੍ਰਾਇੰਗਲ ਜਿਹੜੀ ਆ ਟੂਰਿਜ਼ਮ ਦੇ ਤਰੀਕੇ ਨਾਲ ਡਿਵੈਲਪ ਹੋਵੇ। ਉਹਦੇ ਲਈ ਇਹਨਾਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਦੀ ਲੋੜ ਆ। ਜੇ ਤੁਸੀਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਡਿਵੈਲਪ ਕਰਨਾ ਆ ਤੇ ਉਹਦੇ ਲਈ ਤੁਹਾਨੂੰ ਉੱਥੋਂ ਸਿਰਫ ਮੀਟ ਹਟਾਉਣ ਨਾਲ ਜਾਂ ਸ਼ਰਾਬ ਹਟਾਉਣ ਨਾਲ ਜਾਂ ਤੰਬਾਕੂ ਜਿਹੜੀ ਬੰਦੀ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ। ਫਿਰ ਟੂਰਿਜ਼ਮ ਦੇ ਤਰੀਕੇ ਤੋਂ ਉੱਥੇ ਤੁਸੀਂ ਸਫਾਈ ਦਾ ਪ੍ਰਬੰਧ ਕਰੋ, ਪਾਣੀ ਦਾ ਪ੍ਰਬੰਧ ਕਰੋ, ਸੀਵਰੇਜ ਦਾ ਪ੍ਰਬੰਧ ਕਰਨਾ ਹੈ, ਉੱਥੇ ਚੰਗੇ ਹੋਟਲਸ ਜਾਂ ਫਿਰ ਰਹਿਣ ਦੇ ਚੰਗੇ ਵਿਵਸਥਾ ਜਿਹੜੀ ਆ ਕਰਨੀ ਆ, ਉੱਥੇ ਟਰਾਂਸਪੋਰਟੇਸ਼ਨ ਦੀ ਚੰਗੀ ਵਿਵਸਥਾ ਕਰਨ ਦੀ ਲੋੜ ਆ। ਉੱਥੇ ਤੁਹਾਨੂੰ ਇਲੈਕਟ੍ਰੋਨਿਕ ਐਨਰਜੀ ਦੇ ਉੱਤੇ ਲੈ ਕੇ ਜਿਹੜੇ ਆ ਸਕੂਟਰ, ਮੋਟਰਸਾਈਕਲ, ਗੱਡੀਆਂ ਜਿਹੜੀਆਂ ਉਹਨਾਂ ਨੂੰ ਲੈ ਕੇ ਆਉਣ ਦੀ ਲੋੜ ਆ। ਇਹ ਜਿਹੜੀਆਂ ਤੁਸੀਂ ਫਾਲਤੂ ਦੀਆਂ ਗੱਲਾਂ ਕਰਦੇ ਆ ਵੀ ਕੀ ਖਾਣਾ ਆ ਇਹ ਵੀ ਹੁਣ ਸਰਕਾਰ ਦੱਸੇਗੀ ਤੇ ਕੀ ਨਹੀਂ ਖਾਣਾ ਆ ਉਹ ਵੀ ਸਰਕਾਰ ਦੱਸੇਗੀ। ਇਹ ਸਿਰਫ ਔਰ ਸਿਰਫ ਇੱਕ ਬੀਜੇਪੀ ਦੀ ਖਾਸ ਕਿਸਮ ਦੀ ਏਜੰਡਾ ਆ। ਪਰ ਇਹਦੇ ਨਾਲ ਉਹਨਾਂ ਦਾ ਜਿਹੜਾ ਮਸਲਾ ਆ ਉਹ ਹਰਪ੍ਰੀਤ ਜੀ ਬਾਖੂਬੀ ਹੱਲ ਹੁੰਦਾ। ਉਹ ਜਿਹੜੀ ਧਾਰਮਿਕਤਾ ਤੇ ਜਿਹੜੀ ਉਹ ਵੋਟਾਂ ਦੀ ਸੈਂਟਰਲਾਈਜੇਸ਼ਨ ਕਰਨਾ ਚਾਹੁੰਦੇ ਆ ਉਹ ਉਹਨਾਂ ਨੂੰ ਉਹ ਗੱਲ ਸੂਟ ਬੈਠਦੀ, ਇਸ ਕਰਕੇ ਉਹ ਸਾਰੀਆਂ ਗੱਲਾਂ ਕਰਦੇ ਨੇ। ਤੇ ਮੁਲਕ ਦਾ ਕੀ ਹੋਵੇਗਾ ਕੀ ਨਹੀਂ ਹੋਵੇਗਾ ਇਹ ਆਪਾਂ ਗੱਲਾਂ ਕਰੀ ਜਾਵਾਂਗੇ। ਜੀ ਬਿਲਕੁਲ। ਤੇ ਸ਼ਰਮਾ ਜੀ ਅਗਲੀ ਖਬਰ ਵੱਲ ਵਧੀਏ ਜਿਹਦੇ ਤੇ ਅਸੀਂ ਚਰਚਾ ਕਰਨੀ ਹੈ ਕਿ ਸੁਪਰੀਮ ਕੋਰਟ ਜਿਹੜੀ ਹੈ ਹੀ ਸੁਪਰੀਮ ਨਿਆਂ ਦੇ ਵਿੱਚ, ਉਹਦੇ ਵਿੱਚ 9 ਜੱਜਾਂ ਦੀ ਨਿਯੁਕਤੀ ਹੋਈ ਹੈ ਤੇ ਦੇਸ਼ ਦੇ ਚੀਫ ਜਸਟਿਸ ਐਨ ਵੀ ਰਮੰਨਾ ਨੇ 9 ਜੱਜਾਂ ਨੂੰ ਇਕੱਠੇ ਸਹੁੰ ਚੁਕਾਈ ਹੈ, ਜੋ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜੀ। ਤੇ ਨਾਲ ਹੀ ਸੁਪਰੀਮ ਕੋਰਟ ਨੇ ਇੱਕ ਹੋਰ ਗੱਲ ਵੀ ਕਹੀ ਹੈ, ਇੱਕ ਪਟੀਸ਼ਨ ਤੇ ਸੁਣਵਾਈ ਕਰਦੇ ਆ ਕਿ ਜਾਂ ਤਾਂ ਮੁਜਰਿਮ ਨੂੰ ਸਜ਼ਾ ਦੇ ਦਿਓ ਜਾਂ ਫਿਰ ਉਸ ਨੂੰ ਬਰੀ ਕਰ ਦਿਓ। ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਸ ਗੱਲ ਦਾ ਪੱਕਾ ਧਾਰਨੀ ਆ ਤੇ ਮੇਰਾ ਇਹ ਪੂਰਾ ਇਰਾਦਾ ਆ ਕਿ ਜਿਹੜਾ ਜਸਟਿਸ ਆ ਨਾ ਜੀ ਉਹ ਡਿਲੇ ਨਹੀਂ ਹੋਣਾ ਚਾਹੀਦਾ। ਬਿਲਕੁਲ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਬਿਲਕੁਲ, ਦੇਰ ਨਾਲ ਮਿਲਿਆ ਹੋਇਆ ਨਿਆਂ ਜਿਹੜਾ ਆ ਉਹ ਅਨਿਆਂ ਵਰਗਾ ਹੋ ਜਾਂਦਾ। ਇਸੇ ਗੱਲ ਦੇ ਉੱਤੇ ਉਹ ਜਿਹੜਾ ਕੇਸ ਆ ਜਿਹਦੀ ਸੁਣਵਾਈ ਹੋ ਰਹੀ ਸੀ ਉਹ ਜੁੜਿਆ ਹੋਇਆ। ਜਸਟਿਸ ਡੀ.ਵਾਈ. ਚੰਦਰਚੂੜ ਦੇ ਕੋਲ ਸੀ ਉਹ ਪਟੀਸ਼ਨ ਤੇ ਉਹਦੇ 'ਚ 1993 ਦਾ ਇੱਕ ਬੰਬ ਕਾਂਡ ਆ, ਕਿਸੇ ਟ੍ਰੇਨ ਦੇ ਵਿੱਚ ਉਹ ਬੰਬ ਕਾਂਡ ਹੋਇਆ ਸੀ ਤੇ ਉਹਦੇ ਲਈ ਉਹ ਜਿਹੜਾ ਮੁਲਜ਼ਮ ਆ ਉਹ ਉਹਦੇ ਵਿੱਚ ਹੈਗਾ ਜੇਲ੍ਹ ਦੇ ਵਿੱਚ। ਪਰ ਮਜ਼ੇ ਦੀ ਗੱਲ ਕਹਿ ਲਓ ਜਾਂ ਤਰਾਸਦੀ ਕਹਿ ਲਓ ਜਾਂ ਸਾਡੇ ਨਿਆਇਕ ਸਿਸਟਮ ਦੀ ਇਹ ਜਿਹੜਾ ਡਿਲੇ ਆ ਉਹ ਜਿਹੜਾ ਲੇਟ ਹੁੰਦਾ ਉਹਦੀ ਗੱਲ ਸਮਝ ਲਓ ਕਿ ਉਹ 10 ਸਾਲ ਤੋਂ ਬੰਦਾ ਜੇਲ੍ਹ 'ਚ ਜੀ। ਕੋਈ ਇਹਦੇ 'ਚ ਦੋ ਰਾਵਾਂ ਨਹੀਂ ਕਿ ਉਹ ਮੁਲਜ਼ਮ ਹੋਊਗਾ, ਪਰ ਉਹ ਕੇਸ ਹਾਲੇ ਤੱਕ ਚੱਲਿਆ ਨਹੀਂ। ਸੋ ਉਹਨੇ ਆਪ ਪਟੀਸ਼ਨ ਪਾਈ ਸੀ ਤੇ ਉਹਦੀ ਸੁਣਵਾਈ ਦੇ ਦੌਰਾਨ ਕੋਰਟ ਨੇ ਕਿਹਾ ਕਿ ਤੁਸੀਂ ਇਸ ਕੇਸ ਨੂੰ ਹੈਂਡਲ ਕਰੋ, ਇਸ ਕੇਸ ਨੂੰ ਚਲਾਓ, ਉਹਨੂੰ ਬਣਦੀ ਸਜ਼ਾ ਦਿਓ, ਪਰ ਇੰਨੀ ਦੇਰ ਉਸ ਚੀਜ਼ ਕਿਸੇ ਵੀ ਚੀਜ਼ ਨੂੰ ਤੁਸੀਂ ਲਟਕਾਓ ਨਾ। ਬਿਲਕੁਲ, ਤੁਸੀਂ ਸੋਚੋ ਕਿ 10 ਸਾਲ ਜਾਂ 11 ਸਾਲ ਹੋ ਗਏ ਕਿ ਉਹ ਬੰਦਾ ਅੰਦਰ ਆ, ਉਹਦਾ ਹਾਲੇ ਤੱਕ ਕੇਸ ਸ਼ੁਰੂ ਨਹੀਂ ਹੋਇਆ। ਮੈਂ ਉਹਦੇ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਦੀ ਗੱਲ ਨਹੀਂ ਕਰਦਾ ਕਿ ਉਹਦੇ ਅਧਿਕਾਰ ਹਨ ਨਹੀਂ ਹਨ, ਕਿਉਂਕਿ ਬਹੁਤ ਸਾਰੇ ਲੋਕ ਇਹਨੂੰ ਹਿਊਮਨ ਰਾਈਟਸ ਦੇ ਸਾਈਡ ਤੋਂ ਦੇਖਦੇ ਨੇ। ਮੈਂ ਕਹਿੰਦਾ ਉਹ ਦੋਸ਼ੀ ਆ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਬਿਲਕੁਲ, ਇਹਨੂੰ ਤੁਸੀਂ ਇਦਾਂ ਦੇਖੋ ਵੀ ਜੇ ਉਹਨੂੰ ਫਾਂਸੀ ਦੀ ਸਜ਼ਾ ਲਾਉਣੀ ਆ ਤੇ ਉਹਨੂੰ 10 ਸਾਲ ਹੋਰ ਜੀਣ ਦਾ ਮੌਕਾ ਕਿਉਂ ਦਿੱਤਾ ਗਿਆ? ਬਿਲਕੁਲ, ਜਸਟਿਸ ਜਿਹੜਾ ਆ ਉਹ ਤੁਰੰਤ ਨਿਆਂ ਜਿਹੜਾ ਉਹ ਮਿਲਣਾ ਚਾਹੀਦਾ। ਉਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਨੇ, ਜਿੱਦਾਂ ਤੁਸੀਂ ਹੁਣ ਗੱਲ ਕੀਤੀ ਕਿ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ 9 ਜੱਜ ਜਿਹੜੇ ਆ ਉਹਨਾਂ ਨੂੰ ਇਕੱਠੇ ਸਹੁੰ ਚੁਕਾਈ ਗਈ। ਬਹੁਤ ਚੰਗੀ ਗੱਲ ਆ। ਤੇ ਅਖਬਾਰਾਂ ਦੀਆਂ ਖਬਰਾਂ ਦੱਸਦੀਆਂ ਕਿ 34 ਜੱਜ ਨੇ ਤੇ 33 ਦੀ ਨਿਯੁਕਤੀ ਜਿਹੜੀ ਹੋ ਗਈ ਆ। ਉਹਦੇ 'ਚ 3 ਫੀਮੇਲ ਜੱਜਸ ਵੀ ਆ ਤੇ ਵੀ ਨਾਗਰਤਨਾ ਦਾ ਨਾਮ ਉਹਦੇ 'ਚ ਬੜੇ ਮੁੱਢਲਾ ਲਿਆ ਜਾਂਦਾ ਕਿ ਉਹਨਾਂ ਦੀ ਸੀਨੀਅਰਟੀ ਦੇ ਸਿਸਟਮ ਦੇ ਨਾਲ ਜੇ ਦੇਖਿਆ ਜਾਵੇ ਤਾਂ ਆਉਣ ਵਾਲੇ ਸਮੇਂ 'ਚੋਂ ਪਹਿਲੇ ਚੀਫ ਜਸਟਿਸ ਬਣਨਗੇ ਜਿਹੜੇ ਔਰਤ ਹੋਣਗੇ। ਇੱਕ ਚੰਗੀ ਗੱਲ ਆ। ਬਾਕੀ ਇੱਕ ਜੱਜਸ ਨੇ ਜਿਹੜੇ ਨਰਸਿਮਾ ਉਹਨਾਂ ਦਾ ਨਾਮ ਆ, ਉਹ ਬਾਹਰ ਤੋਂ ਸਿੱਧੇ ਜੱਜ ਪ੍ਰਮੋਟ ਹੋਏ ਨੇ, ਉਹਨਾਂ ਦੇ ਵੀ ਚਾਂਸਸ ਆ ਕਿ ਉਹ ਅਗਲੇ ਚੀਫ ਜਸਟਿਸ ਹੋ ਸਕਦੇ ਨੇ ਇੱਕ ਸਮੇਂ ਦੌਰਾਨ। ਪਰ ਗੱਲ ਤਾਂ ਇਹ ਆ ਕਿ ਇਹ ਖਬਰ ਬਣ ਗਈ, ਇੱਕ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਨਿਯੁਕਤੀ ਇੱਕ ਖਬਰ ਬਣ ਗਈ। ਉਹ ਵੀ ਖਬਰਾਂ ਬਣਦੀਆਂ ਨੇ ਕਿ ਹਜ਼ਾਰਾਂ ਹੀ ਪੋਸਟਾਂ ਜਿਹੜੀਆਂ ਜੱਜਾਂ ਦੀਆਂ ਜਾਂ ਹੋਰ ਨੁਮਾਇੰਦਿਆਂ ਦੀਆਂ ਇੱਥੇ
ਕੋਰਟਸ ਦੇ ਵਿੱਚ ਜਿਹੜੇ ਮੁਲਾਜ਼ਮ ਚਾਹੀਦੇ ਨੇ ਉਹਨਾਂ ਦੀਆਂ ਖਾਲੀ ਪਈਆਂ ਨੇ ਤੇ 70 ਲੱਖ ਤੋਂ ਜ਼ਿਆਦਾ ਕੇਸ ਜਿਹੜੇ ਨੇ ਮਾਣਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਹੀ ਲਟਕਦੇ ਪਏ ਨੇ ਤੇ ਨਿਆਂ ਜਿਹੜਾ ਆ ਉਹ ਬਹੁਤ ਡਿਲੇਡ ਹੋ ਰਿਹਾ। ਲੱਖਾਂ ਦੀ ਗਿਣਤੀ 'ਚ ਇਹੋ ਜਿਹੇ ਕੈਦੀ ਜੇਲ੍ਹਾਂ 'ਚ ਬੰਦ ਹੋਣੇ ਨੇ ਜਿਨ੍ਹਾਂ ਦਾ ਸਮਾਂ ਪੁੱਗ ਗਿਆ, ਉਹਨਾਂ ਦੀਆਂ ਜ਼ਮਾਨਤਾਂ ਨਹੀਂ ਹੁੰਦੀਆਂ, ਉਹ ਬਾਹਰ ਨਹੀਂ ਆਉਂਦੇ ਕਿਉਂਕਿ ਉੱਥੇ ਲੋਕ ਜਿਹੜੇ ਨੇ ਉਹਨਾਂ ਮੁਲਾਜ਼ਮ ਜਿਹੜਾ ਅਮਲਾ ਆ ਉਹ ਨਹੀਂ ਹੈਗਾ। ਜੇ ਜੇਲ੍ਹਾਂ ਦੀ ਵਿਵਸਥਾ ਦੇਖ ਲਈਏ ਉਹਦੇ ਤੇ ਸਵਾਲ ਖੜੇ ਹੁੰਦੇ ਨੇ, ਨਿਆਇਕ ਵਿਵਸਥਾ ਦੇਖ ਲਈਏ ਉਹਦੇ ਤੇ ਸਵਾਲ ਖੜੇ ਹੁੰਦੇ ਨੇ, ਪੁਲਿਸ ਦੀ ਵਿਵਸਥਾ ਦੇਖ ਲਈਏ ਉਹਦੇ ਤੇ ਸਵਾਲ ਖੜੇ ਹੁੰਦੇ ਨੇ। ਇੱਕ ਵਾਰ ਮੌਕਾ ਮਿਲਿਆ ਤੇ ਅਸੀਂ ਮਿੱਤਰ ਸੇਨ ਮੀਤ ਇੱਕ ਜੁਡੀਸ਼ਰੀ ਤੋਂ ਰਿਟਾਇਰਡ ਅਫਸਰ ਨੇ, ਉਹਨਾਂ ਨੇ 2-3 ਨਾਵਲ ਲਿਖੇ ਹੋਏ ਨੇ, ਕਟਹਿਰਾ, ਤਫਤੀਸ਼ ਤੇ ਸੁਧਾਰ ਕਰ। ਉਹਨਾਂ ਨੂੰ ਪੜ੍ਹ ਕੇ ਫਿਰ ਪਤਾ ਲੱਗਦਾ ਕਿ ਤੁਸੀਂ ਕਿਹੋ ਜਿਹੇ ਸਮਿਆਂ 'ਚ ਗੁਜ਼ਰਦੇ ਆ ਤੇ ਕਿਹੋ ਜਿਹੀਆਂ ਸਾਡੀਆਂ ਵਿਵਸਥਾਵਾਂ ਨੇ ਜੇਲ੍ਹਾਂ ਦੀਆਂ ਵੀ, ਕਾਨੂੰਨੀ ਪ੍ਰਕਿਰਿਆ ਦੀਆਂ ਵੀ ਤੇ ਪੁਲਿਸ ਤਫਤੀਸ਼ ਦੀਆਂ ਵੀ। ਸੋ ਇੱਥੇ ਬਹੁਤ ਸਾਰੇ ਲੰਬੇ ਸੁਧਾਰਾਂ ਦੀ ਲੋੜ ਆ। ਇਹ ਸਿਰਫ ਕੁਝ ਭਰਤੀਆਂ ਨਾਲ ਮਸਲਾ ਹੱਲ ਨਹੀਂ ਹੋਣਾ, ਪਰ ਫਿਰ ਵੀ ਸੁਪਰੀਮ ਕੋਰਟ ਨੂੰ 9 ਜੱਜ ਮਿਲੇ ਆ ਤੇ 3 ਫੀਮੇਲ ਜੱਜਸ ਮਿਲੀਆਂ, ਬਹੁਤ ਚੰਗੀ ਗੱਲ ਆ। ਇਹ ਜਿਹੜੀਆਂ ਨਿਯੁਕਤੀਆਂ ਆ ਇਹ ਡਿਲੇਡ ਨਹੀਂ ਹੋਣੀਆਂ ਚਾਹੀਦੀਆਂ। ਤੁਰੰਤ ਪ੍ਰਭਾਵ ਦੇ ਨਾਲ ਹੀ ਇੰਨਾ ਕੰਮ ਜੇ ਮੋਦੀ ਸਾਹਿਬ ਕਰ ਦੇਣ ਕਿ ਸਾਰੇ ਹੀ ਦੇਸ਼ ਦੇ ਵਿੱਚ ਜਿੰਨੇ ਜੱਜਾਂ ਦੀ ਲੋੜ ਆ ਉਹ ਤੁਰੰਤ ਪੂਰੀ ਕਰ ਦੇਣ ਤੇ ਕੁਛ ਤੇ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਗਲਤ ਕਰੇਗਾ ਸਾਨੂੰ ਸਜ਼ਾ ਜਿਹੜੀ ਆ ਉਹ ਛੇਤੀ ਮਿਲ ਜਾਣੀ। ਡਰ ਹੋਣਾ ਫਿਰ ਪੈਦਾ ਹੋਏਗਾ। ਜੀ ਸ਼ਰਮਾ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਦਰਸ਼ਕਾਂ ਨਾਲ ਇੰਨੇ ਕੀਮਤੀ ਵਿਚਾਰ ਸਾਂਝੇ ਕੀਤੇ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਸੋ ਇਹ ਸੀ ਅੱਜ ਦੀ ਵਿਚਾਰ ਚਰਚਾ। ਕੱਲ ਇਸੇ ਵੇਲੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ।